ਸਤਿ ਸ੍ਰੀ ਅਕਾਲ ਜੀ ਤੇ ਜੀ ਆਇਆਂ ਨੂੰ ਤੇ KTV ਦਾ ਆਨੰਦ ਮਾਣ ਰਹੇ ਹੋ ਤੁਸੀਂ ਪੂਰੀ ਦੁਨੀਆ ਦੇ ਵਿੱਚ ਜੀ। ਯੂਕੇ ਯੂਰਪ ਦੇ ਵਿੱਚ ਸਕਾਈ ਦੇ ਰਾਹੀਂ ਤੇ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਸਾਧਨਾਂ ਦੇ ਰਾਹੀਂ ਇੰਟਰਨੈਟ ਦੇ ਰਾਹੀਂ ਜਿੱਥੇ ਵੀ ਕਿਉਂਕਿ ਦੁਨੀਆ ਕਹਿੰਦੇ ਕਿ ਕਿਸੇ ਟਾਈਮ ਹੁੰਦਾ ਸੀ ਕਹਿੰਦੇ ਕਿ ਬਹੁਤ ਦੂਰ ਬੈਠੇ ਆ ਤੇ ਪ੍ਰਦੇਸ਼ ਬੈਠੇ ਆ, ਪਰ ਹੁਣ ਜਿਹੜਾ ਟਾਈਮ ਹੋ ਗਿਆ ਕਿ ਟੈਕਨੋਲੋਜੀ ਨੇ ਦੁਨੀਆ ਇੱਕ ਛੋਟੀ ਬਣਾ ਕਰ ਦਿੱਤੀ ਹੈ ਤੇ ਇਹੋ ਜਿਹਾ ਮਾਹੌਲ ਬਣ ਗਿਆ ਕਿ ਅਸੀਂ ਆਪਾਂ ਇੱਕ ਪਿੰਡ ਦੇ ਵਿੱਚ ਹੀ ਬੈਠੇ ਆ। ਇਹੋ ਜਿਹੀ ਟੈਕਨੋਲੋਜੀ ਦੇ ਨਾਲ ਆਪਾਂ ਇੱਕ ਦੂਸਰੇ ਨਾਲ ਜੁੜ ਜਾਂਦੇ ਆ। ਸੋ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਜਿੱਥੇ ਜਿੱਥੇ ਵੀ KTV ਦਾ ਆਨੰਦ ਮਾਣ ਰਹੇ ਹੋ, ਉੱਥੇ ਹੀ ਤੁਹਾਡਾ ਸਵਾਗਤ ਹੈ ਤੇ ਉੱਥੇ ਤੁਹਾਨੂੰ ਜੀ ਆਇਆਂ KTV ਕਰਦਾ ਹੈ। KTV ਹੱਕ ਸੱਚ ਦੀ ਆਵਾਜ਼ ਹੈ, 24 ਘੰਟੇ 7 ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ। ਤੇ ਆਪਣਾ ਜਿਹੜਾ ਅੱਜ ਵਾਲਾ ਪ੍ਰੋਗਰਾਮ ਹੁੰਦਾ ਜੀ ਤਸੱਲੀਆਂ ਦੇ ਵਿੱਚ ਆਪਾਂ ਇਹ ਗੱਲਬਾਤ ਕਰੀਦੀ ਹੈ ਕਿ ਕੀ ਪਿਛਲੇ ਨੀਅਰਲੀ 5 ਸਾਲੇ ਹੁਣ ਆਪਾਂ ਕਹਿ ਸਕਦੇ ਹਾਂ, 4.5 ਤਾਂ ਹੁਣ ਕਹਿਣਾ ਬਣਦਾ ਹੀ ਨਹੀਂ ਕਿ 5 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਕਿ ਉਹਨੇ ਲੋਕਾਂ ਦੀਆਂ ਤਸੱਲੀਆਂ ਕਰਵਾ ਦਿੱਤੀਆਂ ਜਾਂ ਫਿਰ ਲੋਕ ਆਉਣ ਵਾਲੀ ਇਲੈਕਸ਼ਨ ਦੇ ਵਿੱਚ 2022 ਦੇ ਵਿੱਚ ਜਨਵਰੀ ਦੇ ਵਿੱਚ ਹੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਾਂ ਫਿਰ ਲੋਕ ਸਰਕਾਰ ਦੀਆਂ ਤਸੱਲੀਆਂ ਕਰਾਉਣਗੇ। ਤੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਕਿਸੇ ਨਾ ਕਿਸੇ ਰਾਜਨੀਤਿਕ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰੀਦਾ, ਉੱਥੇ ਸਭ ਤੋਂ ਪਹਿਲਾਂ ਮੇਰਾ ਨਾਲ ਸਾਥ ਦੇਣ ਨੂੰ ਹਾਜ਼ਰ ਹੁੰਦੇ ਆ JS ਲਾਡੀ ਜੀ। ਤੇ ਜਿੱਥੇ ਪਹਿਲਾਂ ਕਿਹੜੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨਾ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਖੁਲਾਸਾ ਕਰਾਂਗੇ। ਪਹਿਲਾਂ ਲਾਡੀ ਜੀ ਨੂੰ ਜੀ ਆਇਆਂ ਕਰ ਲਈਏ, ਲਾਡੀ ਜੀ ਦਾ ਸਵਾਗਤ ਕਰ ਲਈਏ। ਲਾਡੀ ਜੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਜੀ। ਜੋਲ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੀ ਕੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵੈਸੇ ਜ਼ਰੂਰ ਜਿਹੜਾ ਪ੍ਰੋਗਰਾਮ ਹੈ ਤੁਸੀਂ ਲੈ ਕੇ ਪਹੁੰਚੇ ਹੋਏ ਹੋ, ਮੇਰੇ ਵੇਖਣ ਵਾਲੇ ਦਰਸ਼ਕਾਂ ਨੂੰ ਜ਼ਰੂਰ ਇਹ ਪਤਾ ਹੀ ਆ ਕਿ ਇਸ ਵਕਤ ਪੰਜਾਬ ਦੇ ਵਿੱਚ ਤਕਰੀਬਨ ਜਿਹੜਾ ਕਿ ਸਿਆਸੀ ਚੋਣ ਦੰਗਲ ਹੈ ਹਾਂਜੀ ਭਖਿਆ ਪਿਆ ਜੀ, ਭੱਗ ਗਿਆ ਆ। ਤੇ ਵੇਖੋ 2022 ਵੀ ਲਾਗੇ ਆ ਰਿਹਾ ਤੇ 2022 ਦੇ ਵਿੱਚ ਲੋਕ ਕਿਸ ਲੀਡਰ ਦੀਆਂ ਕਿਸ ਪਾਰਟੀ ਦੀਆਂ ਤਸੱਲੀ ਕਰਵਾਉਣਗੇ ਤੇ ਅੱਜ ਕਿਸ ਪਾਰਟੀ ਦਾ ਲੀਡਰ ਤੁਸੀਂ ਲੈ ਕੇ ਅੱਜ KTV ਦੇ ਵਿਹੜੇ ਦੇ ਵਿੱਚ ਪਹੁੰਚੇ ਹੋ, ਜਾਣੀ ਕਿ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਮਾੜਾ ਜੀ ਤੁਸੀਂ ਬਿਲਕੁਲ ਜੀ, ਤਾਂ ਬਹੁਤ ਵਧੀਆ ਗੱਲ ਆ। ਦਰਸ਼ਕਾਂ ਨੂੰ ਜਿੱਥੇ ਦਰਸ਼ਕ ਵੇਟ ਕਰਦੇ ਹੋ ਤਾਂ ਪਹਿਲਾਂ ਤਾਂ ਦਰਸ਼ਕਾਂ ਤੋਂ ਇੱਕ ਗੱਲ ਦੀ ਪਹਿਲਾਂ ਮਾਫੀ ਮੰਗ ਲੈਣੇ ਕਿ ਅੱਜ ਨਾ ਤਾਂ ਮੇਰੀ ਤੇ ਨਾ ਹੀ ਤੁਹਾਡੀ ਸਿਹਤ ਥੋੜੀ ਠੀਕ ਸੀ। ਥੋੜੀ ਸਿਹਤ ਖਰਾਬ ਹੋਣ ਦੇ ਬਾਵਜੂਦ ਸਟਿਲ ਜਿਹੜੀ ਡਿਊਟੀ ਹੈ ਤਾਂ ਉਹ ਤਾਂ ਡਿਊਟੀ ਹੁੰਦੀ ਹੈ ਤੇ ਡਿਊਟੀ ਤੇ ਪਹੁੰਚਣਾ ਇਹ ਹੀ ਆਪਣਾ ਫਰਜ਼ ਹੁੰਦਾ। ਧਰਮ ਜਿੱਦਾਂ ਕਹਿੰਦੇ ਕਿ ਨਿਭਾਉਣਾ ਇਹ ਹੁੰਦਾ, ਭਾਵੇਂ ਤੁਸੀਂ ਠੀਕ ਹੋ ਭਾਵੇਂ ਨਹੀਂ ਠੀਕ ਹੋ। ਅਸਲੀ ਫਰਜ਼ ਇਹ ਹੈ ਕਿ ਤੁਸੀਂ ਜਿੱਥੇ ਖੜੇ ਹੋ ਉਸ ਜਿਹੜਾ ਤੁਹਾਡੀ ਕਮਿਟਮੈਂਟ ਕਰਦੀ ਤੇ ਤੁਹਾਨੂੰ ਉਹਦੇ ਉੱਤੇ ਚੱਲਣਾ ਹੀ ਪੈਣਾ ਜੀ। ਤੇ ਬਿਲਕੁਲ ਜੀ, ਤੇ ਲਾਡੀ ਜੀ ਜਿੱਥੇ ਆਪਾਂ ਦਰਸ਼ਕਾਂ ਦਾ ਸਵਾਗਤ ਕੀਤਾ, ਤੁਹਾਡਾ ਸਵਾਗਤ ਕੀਤਾ, ਉੱਥੇ ਹੀ ਪਿਛਲੇ ਹਫ਼ਤੇ ਆਪਾਂ ਜਿਹੜੀ ਗੱਲਬਾਤ ਕੀਤੀ ਸੀ ਉਹ BJP ਦੇ ਮੌਜੂਦਾ ਲੀਡਰ ਤੇ ਉੱਘੇ ਲੀਡਰ ਗਰੇਵਾਲ ਸਾਹਿਬ ਹੋਣਾ ਨਾਲ ਕੀਤੀ ਸੀ, ਹਰਜੀਤ ਗਰੇਵਾਲ ਸਾਹਿਬ ਹੋਣਾ ਨਾਲ ਗੱਲਬਾਤ ਕੀਤੀ ਸੀ ਜੀ। ਉਹਦੇ ਬਾਅਦ ਫਿਰ ਹੁਣ ਕਿਉਂਕਿ ਜਿਹੜਾ ਸਿਲਸਿਲਾ ਚੱਲਦਾ ਸੀ ਪਹਿਲਾਂ ਜਿਹੜੇ ਦਰਸ਼ਕਾਂ ਨੂੰ ਆਖਰ ਉਹ ਜਿਹੜੀ ਸ਼ਿਕਾਇਤ ਇੱਕ ਹੁੰਦੀ ਸੀ ਕਿ ਤੁਸੀਂ ਜੀ ਕਾਂਗਰਸ ਦੇ ਲੀਡਰ ਲੈ ਆਉਂਦੇ ਆ, ਅਕਾਲੀ ਦਲ ਦੇ ਲੀਡਰ ਲੈ ਆਉਂਦੇ ਆ ਤੇ ਤੁਸੀਂ ਕਿਉਂ ਨਹੀਂ BJP ਦੇ ਲੀਡਰ ਲੈ ਕੇ ਆਉਂਦੇ ਨਾ ਜੀ। ਤੇ ਆਪਾਂ ਪਿਛਲੀ ਵੀਕ ਹਰਜੀਤ ਗਰੇਵਾਲ ਉਹਨਾਂ ਨਾਲ ਗੱਲਬਾਤ ਕੀਤੀ ਤੇ ਇਸ ਵੀਕ ਇੱਕ ਵਾਰ ਫੇਰ ਤੋਂ ਹੀ BJP ਦੇ ਲੀਡਰ ਆਪਾਂ ਲੈ ਕੇ ਆਉਂਦੇ ਆ ਜੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੇ ਜਿੱਦਾਂ ਪਿਛਲੀ ਵੀਕ ਵੀ ਆਪਾਂ ਕੋਸ਼ਿਸ਼ ਕੀਤੀ ਸੀ ਕਿ ਵੀਡੀਓ ਕਾਲ ਕਰਨ ਦੀ ਨਾ, ਪਰ ਕਈ ਵਾਰ ਨੈਟ ਦੀ ਪ੍ਰੋਬਲਮ ਕਰਕੇ ਫਿਰ ਆਡੀਓ ਕਾਲ ਲੱਗਦੀ। ਪਰ ਅੱਜ ਜਿੱਥੇ ਕਿ ਆਪਾਂ ਉਹਨਾਂ ਦੇ ਨਾਲ ਵੀ ਪੂਰਾ ਸੰਪਰਕ ਕਰਕੇ ਤੇ ਪੂਰਾ ਲਿੰਕ ਪਹਿਲਾਂ ਹੀ ਆਪਾਂ ਅਰੇਂਜਮੈਂਟ ਕਰ ਲਿਆ ਕਿ ਬਿਲਕੁਲ ਜੀ ਇੱਕ ਪਿਛਲੇ ਹਫ਼ਤੇ ਵਾਂਗੂ ਕਿਤੇ ਫਿਰ ਵੀਡੀਓ ਤੋਂ ਆਡੀਓ ਤੋਂ ਨਾ ਜਾਣਾ ਪੈ ਜਾਵੇ ਜੀ। ਤੇ ਬਿਲਕੁਲ ਜੀ, ਤੇ ਉਹ ਲੀਡਰ ਤਾਂ ਹਰ ਇੱਕ ਲੀਡਰ ਹੁੰਦਾ ਹੈ ਤੇ ਸਿਆਸੀ ਲੀਡਰ ਸਪੈਸ਼ਲੀ। ਤੇ ਪਰ ਜਦੋਂ ਹਾਲਾਤ ਇਹੋ ਜਿਹੇ ਜਿਵੇਂ ਕਿ ਹੁਣ ਕਿਸਾਨ ਅੰਦੋਲਨ ਵੀ ਚੱਲ ਰਿਹਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ, ਉਹਦੇ ਵਿੱਚ ਜਿੱਥੇ ਪਾਰਟੀ ਦਾ ਜਿਵੇਂ ਗੱਲ ਕੀਤੀ ਹੈ BJP ਦੀ ਆਪਾਂ ਲੀਡਰ ਲੈ ਕੇ ਆਉਂਦੇ, ਅਸੀਂ ਉਹ ਲੀਡਰ ਲੈ ਕੇ ਆਉਂਦੇ ਜੀ, ਉਸ ਇਨਸਾਨ ਨੂੰ ਲੈ ਕੇ ਆਂਦਾ ਜਿਸ ਨੇ ਜ਼ਮੀਨੀ ਪੱਧਰ ਤੇ ਸਾਰਾ ਕੁਝ ਦੇਖਿਆ ਸੀ ਜੀ। ਤੇ ਜਿੱਦਾਂ ਕਹਿੰਦੇ ਕਿ ਜਦੋਂ ਰਿਸ਼ਤਾ ਹੋਣਾ ਹੁੰਦਾ ਨਾ, ਵਿਚੋਲੇ ਦਾ ਕੰਮ ਜਿਹੜਾ ਹੁੰਦਾ ਉਹ ਬਹੁਤ ਮਹੱਤਵਪੂਰਨ ਹੁੰਦਾ ਜੀ। ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਡਿਊਟੀ ਦਿੱਤੀ ਗਈ ਸੀ ਕਿ ਤੁਸੀਂ ਇਸ ਮਸਲੇ ਦੇ ਵਿੱਚ ਆਓ ਜੀ ਤੇ ਤੁਸੀਂ ਜਾਣੀ ਕਿ ਕਹਿਣ ਦਾ ਮਤਲਬ ਮਿਡਲ ਮੈਨ ਬਣੋ, ਵਿਚੋਲੇ ਵਾਲਾ ਕੰਮ ਤੁਸੀਂ ਕਰਨਾ, ਕਿਉਂਕਿ ਖੁਦ ਵੀ ਖੇਤੀ ਨਾਲ ਜੁੜੇ ਹੋਏ ਸੀ, ਖੁਦ ਵੀ ਐਕਸਪੀਰੀਅੰਸ ਰੱਖਦੇ ਸੀ, ਥੱਲਿਓਂ ਕਹਿੰਦੇ ਕਿ ਸਟੈਪ ਬਾਏ ਸਟੈਪ ਉੱਪਰ ਨੂੰ ਗਏ ਹੋ ਲੀਡਰ ਆ। ਬਿਲਕੁਲ।
ਤੇ ਸਿੱਧੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਸਿੱਧੀ ਡਿਊਟੀ ਲਗਾਈ ਸੀ, ਤੇ ਜਾਂ ਫਿਰ ਗ੍ਰਹਿ ਮੰਤਰੀ ਹੋਮ ਮਿਨਿਸਟਰ ਅਮਿਤ ਸ਼ਾਹ ਉਹਨਾਂ ਨੇ ਸਿੱਧੀ ਡਿਊਟੀ ਲਗਾਈ ਵੀ ਤੁਸੀਂ ਗੱਲ ਕਰੋ। ਜੀ ਤੇ ਉਹ ਲੀਡਰ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਉਹ ਸ਼ਖਸੀਅਤ ਸੀ ਜੀ ਸਰਜੀਤ ਕੁਮਾਰ ਜਿਆਣੀ ਜੀ। ਜਾਨੀ ਸਾਹਿਬ ਹਾਂਜੀ, ਤੇ ਪਹਿਲਾਂ ਪੰਜਾਬ ਦੇ ਵਿੱਚ ਮਿਨਿਸਟਰ ਵੀ ਰਹਿ ਚੁੱਕੇ ਆ, ਜੀ ਤੇ ਭਾਵੇਂ ਹੁਣ ਸਰਕਾਰ ਦੇ ਵਿੱਚ ਮਿਨਿਸਟਰੀ ਹੈ ਨਹੀਂ, ਜੀ ਪਰ ਜਿਹੜਾ ਕਹਿੰਦੇ ਕਿ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਆ, ਤੇ ਜਿੰਨੀ ਕਿ ਕਹਿਣ ਤੋਂ ਮਤਲਬ ਪੰਜਾਬ ਦੇ ਜਿਹੜੇ ਸਿਆਸੀ ਜਿੱਤੇ ਉਹ ਲੀਡਰ ਆ, ਜੀ ਉਹ ਸ਼ਾਇਦ ਕਿਸੇ ਦੀ ਬਦਲੀ ਨਹੀਂ ਕਰਵਾ ਸਕਦੇ, ਤੇ ਜਾਨੀ ਸਾਹਿਬ ਸ਼ਾਇਦ ਕਰਵਾ ਸਕਦੇ ਹੋਣਗੇ, ਇੰਨੀ ਕੁ ਪਾਵਰ ਰੱਖਦੇ ਆ। ਚਲੋ ਜਾਨੀ ਸਾਹਿਬ ਦੇ ਜਰੂਰ ਉਹਨਾਂ ਦਾ ਮੋਸਟ ਵੈਲਕਮ ਕਰ ਲਓ, ਤੇ ਮੈਂ ਕਹਿੰਦਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਹਾਂਜੀ ਬਿਲਕੁਲ ਜੀ, ਤੇ ਬਿਲਕੁਲ ਜੀ ਸਰਜੀਤ ਕੁਮਾਰ ਜਿਆਣੀ ਹੁਣਾਂ ਨਾਲ ਅੱਜ ਗੱਲਬਾਤ ਕਰਾਂਗੇ। ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿ ਲਈਏ, ਤੇ ਫਿਰ ਉਸ ਤੋਂ ਬਾਅਦ ਸਾਰੇ ਸਵਾਲਾਂ ਦੀ ਜਿਹੜੇ ਝੜੀ ਉਹਨਾਂ ਦੇ ਨਾਲ ਲਾਉਣੀ ਆ, ਤੇ ਉਨੀ ਸਾਰੀਆਂ ਗੱਲਾਂ ਦੇ ਜਵਾਬ ਦੇਣੇ ਹਨ। ਪਹਿਲਾਂ ਦੇਖਦੇ ਹਾਂ ਜੀ ਕਿ ਲਿੰਕ ਸਾਡਾ ਉਹਨਾਂ ਨਾਲ ਲੱਗਦਾ ਕਿ ਨਹੀਂ ਲੱਗਦਾ ਜੀ। ਹਾਂਜੀ, ਸਤਿ ਸ੍ਰੀ ਅਕਾਲ ਜਿਆਣੀ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਹੱਥ ਬਣ ਕੇ ਸਤਿ ਸ੍ਰੀ ਅਕਾਲ। ਹਾਂਜੀ ਜੀ ਜੀ ਹਾਂਜੀ ਜਾਨੀ ਜੀ, ਤੁਸੀਂ ਇਸ ਵੇਲੇ KTV ਦੇ ਸਟੂਡੀਓ ਦੇ ਵਿੱਚ ਲਾਈਵ ਹੋ ਜੀ, ਤੇ ਸਾਰੀ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਦੇਖਿਆ ਜਾ ਰਿਹਾ, ਤੁਹਾਡੀ ਗੱਲਬਾਤ ਜਿਹੜੀ ਹੈ ਇਹ ਸੁਣੀ ਜਾਣੀ ਹੈ ਜੀ। ਸੋ ਪਹਿਲਾਂ ਤਾਂ ਜਿੱਥੇ ਤੁਹਾਡਾ ਸਵਾਗਤ ਹੈ, ਤੇ ਉੱਥੇ ਤੁਹਾਡਾ ਧੰਨਵਾਦ ਵੀ ਕਰਨਾ ਬਣਦਾ ਕਿ ਤੁਸੀਂ ਸਾਨੂੰ ਸਮਾਂ ਦਿੱਤਾ, ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢਿਆ ਤੇ ਸਾਡੇ ਨਾਲ ਰੂਬਰੂ ਹੋਏ ਹੋ ਜੀ। ਤੇ ਜਿੱਥੇ ਤੁਹਾਡਾ ਸਵਾਗਤ ਹੈ, ਧੰਨਵਾਦ ਹੈ, ਤੇ ਉੱਥੇ ਲੱਗ ਜੀ ਹੁਣ ਆਪਾਂ ਗੱਲਬਾਤ ਵੀ ਸ਼ੁਰੂ ਕਰੀਏ ਜੀ। ਜੀ ਬਿਲਕੁਲ ਗੱਲਬਾਤ ਕਰਨੀ ਬਣਦੀ ਵੀ ਹੈ, ਕਿਉਂਕਿ ਬੀਜੇਪੀ ਦੇ ਜਿਹੜੇ ਬੁਲਾਰੇ ਵੀ ਨੇ, ਨੇਤਾ ਵੀ ਨੇ, ਪਰ ਬੀਜੇਪੀ ਦੀ ਸਰਕਾਰ ਵੀ ਹੈ ਇਸ ਵਕਤ। ਪਰ ਇਸ ਵਕਤ ਜਾਨੀ ਸਾਹਿਬ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਸਿਆਸੀ ਦੰਗਲ ਜਿਹੜਾ ਕਿ 2022 ਦਾ ਬਿਲਕੁਲ ਭਖ ਚੁੱਕਾ ਹੈ। ਹਾਂਜੀ, ਤੇ ਹੁਣ ਬਹੁਤ ਪਾਰਟੀਆਂ ਜਿਹੜੀਆਂ ਨੇ ਕਿ ਆਪੋ ਆਪਣੇ ਵੱਖੋ ਵੱਖਰੇ ਵਾਅਦੇ ਕਰ ਰਹੀਆਂ ਨੇ ਕਿ ਚੋਣ ਮੈਨੀਫੈਸਟੋ ਇਸ ਵਕਤ ਤਕਰੀਬਨ ਇੱਕ ਕਿਸਮ ਦਾ ਰੈਡੀ ਹੋ ਰਿਹਾ, ਤਿਆਰ ਹੋ ਰਿਹਾ ਵੀ ਆਹ ਵਾਅਦੇ ਕਰਨੇ ਆ ਲੋਕਾਂ ਨੂੰ, ਇਸ ਵਾਅਦੇ ਆਹ ਵਾਅਦੇ ਕਰਕੇ ਲੋਕਾਂ ਤੋਂ ਦੁਬਾਰਾ ਵੋਟਾਂ ਲੈਣੀਆਂ ਨੇ। ਪਰ ਜਾਨੀ ਸਾਹਿਬ ਉਹਨੇ ਵੀ ਲੀਡਰ ਵੀ ਲੈ ਚੁੱਕੇ ਆ, ਤੇ ਬਹੁਤ ਜਾਣੀ ਕਿ ਤੁਸੀਂ ਪਹਿਲਾਂ ਵੀ ਦੱਸ ਦਿੱਤਾ ਵੀ ਕਿਸਾਨੀ ਤੌਰ ਤੇ ਬਿਲਕੁਲ ਸਟੈਪ ਬਾਏ ਸਟੈਪ ਤਾਂ ਗਏ। ਹਾਂਜੀ, ਪਰ ਜਾਨੀ ਸਾਹਿਬ ਨਾਲ ਗੱਲਬਾਤ ਦਾ ਸਿਲਸਿਲਾ ਤੁਸੀਂ ਸ਼ੁਰੂ ਕਰੋ ਤਾਂ ਬਹੁਤ ਵਧੀਆ ਗੱਲ ਹੈ। ਠੀਕ ਹੈ ਜੀ ਜਾਨੀ ਸਾਹਿਬ, ਆਪਾਂ ਹੁਣ ਗੱਲਬਾਤ ਸ਼ੁਰੂ, ਕਿਉਂਕਿ ਦਰਸ਼ਕਾਂ ਦਾ ਜਿੱਥੇ ਤੁਹਾਡਾ ਸਮਾਂ ਜਿਹੜਾ ਉਹ ਇੰਪੋਰਟੈਂਟ ਹੈ, ਤੁਹਾਡਾ ਸਮਾਂ ਕੀਮਤੀ ਹੈ, ਤੇ ਉੱਥੇ ਦਰਸ਼ਕਾਂ ਦਾ ਵੀ ਸਮਾਂ ਕੀਮਤੀ ਹੈ। ਸੋ ਆਪਾਂ ਧੰਨਵਾਦ ਤੁਹਾਡਾ ਕਰ ਲਿਆ, ਸਵਾਗਤ ਕਰ ਲਿਆ। ਪਰ ਜਾਨੀ ਸਾਹਿਬ, ਤੁਸੀਂ ਪਹਿਲਾਂ ਤਾਂ ਜਿਹੜਾ ਮੇਰਾ ਸਭ ਤੋਂ ਪਹਿਲਾ ਕੁਐਸਚਨ ਹੈ ਜੀ, ਇਸ ਵੇਲੇ ਪੰਜਾਬ ਜਿਹੜੀ ਸਰਕਾਰ ਹੈ, ਪੰਜਾਬ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਿ ਉਨੀ ਲੋਕਾਂ ਦੀਆਂ ਪੰਜਾਬ ਦੇ ਵਿੱਚ ਤਸੱਲੀਆਂ ਕਰਵਾ ਦਿੱਤੀਆਂ, ਤੇ ਜਾਂ ਫਿਰ 22 ਦੇ ਵਿੱਚ ਲੋਕ ਉਹਨਾਂ ਦੀਆਂ ਤਸੱਲੀਆਂ ਕਰਵਾਉਣਗੇ ਜੀ? ਪਹਿਲਾ ਤਾਂ ਸਵਾਲ ਇਹ ਹੈ ਜੀ। ਦੇਖੋ ਜੀ, ਹੁਣ 22 ਦੇ ਇਲੈਕਸ਼ਨ 'ਚ 4-5 ਮਹੀਨੇ ਰਹੇ ਨੇ, ਔਰ ਅੱਜ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਮਤਲਬ ਨਾ ਜੀ ਕਿਸੇ ਪਾਸੇ ਜਿਹੜੀ ਹਵਾ ਇਹਦੀ ਨਹੀਂ ਜਾ ਰਹੀ, ਔਰ ਲੋਕਾਂ ਦਾ ਕਿਸੇ ਪਾਸੇ ਮਨ ਨਹੀਂ ਬਣ ਰਿਹਾ। ਅਜੇ ਤੱਕ ਕੋਈ ਕਿਸੇ ਤਰ੍ਹਾਂ ਮਨ ਨਹੀਂ ਬਣਿਆ, ਕਿਸੇ ਦੀ ਕੋਈ ਹਵਾ ਨਹੀਂ ਹੈ। ਤਾਂ ਕਿ ਕਾਂਗਰਸ ਦੀ ਸਰਕਾਰ ਜਦੋਂ ਆਈ ਸੀ ਤੇ ਬੜੀ ਝੂਠ, ਹਰੇਕ ਗੱਲ ਦੀ ਝੂਠ ਮਾਰੀ ਸੀ, ਔਰ ਉਹ ਝੂਠ ਸਾਰਿਆਂ ਦੇ ਸਾਹਮਣੇ ਹੈਗੀ। ਬਾਕੀ 5 ਮਹੀਨੇ ਬਾਅਦ ਇਲੈਕਸ਼ਨ ਹੋਏਗਾ, ਸਾਰੀ ਤਿਆਰੀ ਸਾਰਿਆਂ ਨੇ ਆਪਣੀ ਕਰਨੀ ਹੈ, ਪਰ ਬਸ ਲੋਕ ਰਾਜ ਹੈ, ਵੋਟ ਰਾਜ ਹੈ। ਹੁਣ ਲੋਕਾਂ ਨੇ ਆਪਣਾ ਫੈਸਲਾ ਲੈਣਾ ਹੈ, ਸੋਚ ਸਮਝ ਕੇ ਲੈਣਾ ਹੈ। ਪਰ ਅੱਜ ਦੇ ਦਿਨ ਅਗਰ ਪੰਜਾਬ ਦੇ ਵਿੱਚ ਦੇਖੇ ਤਾਂ ਲੋਕ ਜਿਹੜੇ ਆ ਕਿਸੇ ਪਾਸੇ ਵੀ ਕੋਈ ਫੈਸਲਾ ਨਹੀਂ ਲੈ ਸਕੇ ਜੀ। ਹਾਂਜੀ ਬਿਲਕੁਲ ਜੀ, ਤੇ ਜਿੱਦਾਂ ਕਨਫਿਊਜ਼ਨ ਜਿਹੜੇ ਸਾਰੇ ਈਵਨ ਕਿ ਵੱਡੇ ਵੱਡੇ ਸਿਆਸੀ ਮਾਹਰ ਕਹਿ ਲਓ ਜਾਂ ਸਿਆਸੀ ਪੰਡਤ ਕਹਿ ਲਓ, ਉਹ ਵੀ ਅੰਦਾਜ਼ਾ ਨਹੀਂ ਲਗਾ ਰਿਹਾ ਇਸ ਵੇਲੇ ਕਿ ਕੀ ਹੋ ਸਕਦਾ, ਕਿੱਧਰ ਨੂੰ ਮਾਹੌਲ ਜਾਣਾ ਨਾ। ਪਰ ਜਾਨੀ ਸਾਹਿਬ, ਜਿੱਦਾਂ ਤੁਸੀਂ, ਮੈਂ ਪਹਿਲਾਂ ਦਰਸ਼ਕਾਂ ਨੂੰ ਦੱਸੇ ਦਿੱਤਾ ਕਿ ਤੁਸੀਂ ਸਟੈਪ ਬਾਏ ਸਟੈਪ ਉਹ ਥੱਲਿਓਂ ਉੱਠ ਕੇ ਉੱਪਰ ਲੀਡਰ ਬਣੇ ਜੀ। ਤੇ ਤੁਸੀਂ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ ਜੀ, ਪਹਿਲਾਂ ਪੰਜਾਬ ਦੇ ਵਿੱਚ ਵੀ 26 ਨਵੰਬਰ ਤੋਂ ਕਿਸਾਨ ਅੰਦੋਲਨ ਦਿੱਲੀ ਚਲੇ ਜਾਂਦਾ ਜੀ, ਤੇ ਤੁਸੀਂ ਵਿੱਚ ਬਜੋਲਗਿਰੀ ਵਾਲੀ ਸ਼ੁਰੂਆਤ ਕੀਤੀ ਸੀ, ਜਾਂ ਫਿਰ ਭਾਰਤ ਸਰਕਾਰ ਨੇ ਤੁਹਾਡੀ ਡਿਊਟੀ ਲਗਾਈ ਸੀ ਕਿ ਆਪਾਂ ਗੱਬੇ ਤੁਸੀਂ ਪਾਓ ਵਿੱਚ ਪਾਓ, ਤੇ ਕਿਉਂਕਿ ਤੁਸੀਂ ਜ਼ਮੀਨੀ ਪੱਧਰ ਦੇ ਲੀਡਰ ਹੋ, ਤੁਹਾਨੂੰ ਸਾਰੀ ਜਾਣਕਾਰੀ ਆ, ਖੁਦ ਵੀ ਕਿਸਾਨੀ ਦੇ ਨਾਲ ਜੁੜੇ ਹੋਏ ਹੋ ਜੀ। ਫਿਰ ਮਸਲਾ ਜਾਨੀ ਸਾਹਿਬ ਫੇਰ ਨਹੀਂ ਹੱਲ ਹੋ ਸਕਿਆ, ਗੱਲਬਾਤ ਵੀ ਟੁੱਟ ਗਈ ਹੈ। ਤੇ ਕੀ ਤੁਹਾਡੀ ਸਮਝ ਦੇ ਮੁਤਾਬਕ ਕੀ ਸੀ ਕਿ ਸਰਕਾਰ ਤੱਕ ਸਹੀ ਜਾਣਕਾਰੀ ਨਹੀਂ ਪਹੁੰਚੀ, ਜਾਂ ਫਿਰ ਸਰਕਾਰ ਲੋਕਾਂ ਨੂੰ ਨਹੀਂ ਸਮਝਾ ਸਕੀ ਕਿ ਕਾਨੂੰਨ ਸਹੀ ਹਨ ਜਾਂ ਗਲਤ ਹਨ? ਕਿੱਥੇ ਪ੍ਰੋਬਲਮ ਪਈ ਜੀ? ਪਾਣੀ ਵਿੱਚ ਮਧਾਣੀ ਜਿਹੜੀ ਸੀ ਉਹ ਕਿੱਥੇ ਪਈ ਜੀ? ਜੀ, ਗੱਲ ਕੀ ਹੈ ਕਿ ਇਹਦੇ ਵਿੱਚ ਥੋੜੀ ਸੀ ਕਿ ਇਹਦੇ ਵਿੱਚ ਰਾਜਨੀਤੀ ਜਿਹੜੀ ਹੈ ਉਹ ਜ਼ਿਆਦਾ ਹਾਵੀ ਹੋ ਗਈ, ਤੇ ਰਾਜਨੀਤੀ ਇਹਦੇ ਵਿੱਚ ਇੰਟਰ ਕਰ ਗਈ। ਜਦੋਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚੋਂ ਮੰਗ ਲੈ ਕੇ ਚੱਲੀਆਂ ਸੀ, ਤੇ ਇਹ ਮੰਗ ਨਹੀਂ ਸੀ ਵੀ ਕਾਨੂੰਨ ਰੱਦ ਕੀਤਾ ਜਾਏ,
ਉਦੋਂ ਉਹਨਾਂ ਨੇ ਠੀਕ ਕੁਝ ਜੀ। ਗੱਲਾਂ ਰੱਖੀਆਂ ਸੀ ਕਿ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਇਹ ਸੋਧ ਜਿਹੜੀ ਹੈ ਕਰ ਲਿੱਤੀ ਜਾਵੇ। ਔਰ ਜਦੋਂ ਮੀਟਿੰਗ ਹਾਂਜੀ ਹੋਈ ਸੀ, ਜਦੋਂ ਗਏ ਸੀਗੇ ਤੇ ਦਿੱਲੀ ਗਏ ਤੇ ਨਾਲ ਦੂਸਰੇ ਜਿਹੜੇ ਹੈ ਮੈਂ ਕਹਿਦਾ ਕੁਝ ਲੋਕ ਦੂਸਰੇ ਜੁੜਦੇ ਗਏ, ਰਾਜਨੀਤੀ ਲੋਕ ਆਪਣਾ ਫਾਇਦਾ ਦੇਖਣ ਵਾਸਤੇ, ਤਾਂ ਉਹ ਜਿਹੜੀ ਗੱਲ ਲੈ ਕੇ ਗਏ ਸੀ ਉਹ ਬਦਲ ਕੇ ਬਿਲਕੁਲ ਇੱਕ ਜਿੱਦ ਦੇ ਵਿੱਚ ਗੱਲ ਆ ਗਈ ਵੀ ਕਾਨੂੰਨ ਨੂੰ ਰੱਦ ਕੀਤਾ ਜਾਏ। ਔਰ ਸਰਕਾਰ ਨੇ ਕਿਹਾ ਵੀ ਹਾਂਜੀ ਕਾਨੂੰਨ ਜਿਹੜਾ ਰੱਦ ਕਰਨਾ ਸਾਡੇ ਵਾਸਤੇ ਮਜਬੂਰੀ, ਅਸੀਂ ਕਰ ਨਹੀਂ ਸਕਦੇ, ਤੁਸੀਂ ਇਹਨੂੰ ਸੋਧ ਜੋ ਮਰਜ਼ੀ ਇਹਦੇ ਵਿੱਚ ਸੋਧ ਕਰਾ ਲਓ, ਜੋ ਕਿਸਾਨ ਹਿੱਤ ਵਿੱਚ ਉਹ ਕਰਾ ਲਓ। ਜਦੋਂ ਹਾਂਜੀ ਪੀਂਘ ਪੈਂਦੀ ਰਹੀ ਤਾਂ ਜਿੱਦ ਦੀ ਗੱਲ ਆ ਰਹੀ ਸੀ ਤੇ ਸਰਕਾਰ ਨੇ ਇੱਕ ਗੱਲ ਹੋਰ ਰੱਖੀ ਸੀਗੀ ਕਿ ਆਪਾਂ ਇਹਨੂੰ 1.5-2 ਸਾਲ ਅਸੀਂ ਹੋਲਡ ਕਰ ਲੈਂਦੇ ਆ, ਹੋਲਡ ਕਰਕੇ ਆਪਾਂ ਇਹਨੂੰ ਕਮੇਟੀ ਬਣਾ ਦਿੰਦੇ ਆ, ਔਰ ਕਮੇਟੀ ਅਗਰ ਹੋਰ ਟਾਈਮ ਲਵੇਗੀ ਤਾਂ ਹੋਰ ਲੈ ਲੇਗੀ, ਔਰ ਜੋ ਕਮੇਟੀ ਫੈਸਲਾ ਦੇਗੀ ਆਪਾਂ ਉਹਨੂੰ ਮੰਨ ਲਾਂਗੇ। ਸਰਕਾਰ ਨੇ ਤਾਂ ਜੀ ਚਾਰੂ ਪਾਸੇ ਰਸਤੇ ਜਿਹੜੇ ਹੈ ਜਥੇਬੰਦੀਆਂ ਨੂੰ ਖੋਲ ਕੇ ਦੇਤੇ ਸੀਗੇ ਵੀ ਜੋ ਤੁਸੀਂ ਚਾਹੋ, ਰੱਦ ਨਹੀਂ ਹੋਏਗਾ, ਅਸੀਂ ਇਹਨੂੰ ਹੋਲਡ ਕਰ ਲੈਂਦੇ ਆ, ਕਮੇਟੀ ਬਣਾ ਲੈਂਦੇ ਆ, ਔਰ ਕਮੇਟੀ ਅਗਰ ਜੋ ਫੈਸਲਾ ਲਏਗੀ ਕਿਸਾਨ ਹਿੱਤ ਵਿੱਚ, ਔਰ ਜੇ ਕਾਨੂੰਨ ਰੱਦ ਦਾ ਵੀ ਅਗਰ ਕਮੇਟੀ ਕਹੇਗੀ, ਅਗਰ ਕਮੇਟੀ ਹੋਰ ਟਾਈਮ ਲੇਗੀ ਅਸੀਂ ਹੋਰ ਟਾਈਮ ਦੇ ਦਿਆਂਗੇ। ਤਾਂ ਸਰਕਾਰ ਦੇ ਵੱਲੋਂ ਦੇਖੋ ਕਿੱਥੇ ਕੋਈ ਢਿਲਾਈ ਨਹੀਂ ਸੀਗੀ। ਜਥੇਬੰਦੀਆਂ ਜਿਹੜੀ ਹੈ ਇਹ ਪਤਾ ਨਹੀਂ ਇਹਨਾਂ ਨੇ ਕਿਉਂ ਇਸ ਜਿੱਦ ਤੇ ਆ ਗਏ ਕਿ ਅਸੀਂ ਇਹਨੂੰ ਵਾਪਸ ਕਰਾ ਕੇ ਰਹਿਣਾ ਹੈ। ਔਰ ਇਹਦੇ ਵਿੱਚ ਜਿਹੜੇ ਕੁਝ ਲੋਕ ਜਿਵੇਂ ਜਿਹੜਾ ਆਪਣਾ ਕੀ ਨਾਂ ਇਹਦਾ ਟਕੈਤ ਜਿਹੜਾ ਹੈ, ਟਕੈਤ ਇਹਦੇ ਵਿੱਚ ਐਂਟਰੀ ਜੀ ਕੀਤੀ। ਟਕੈਤ ਨੇ ਖੁਦ ਇਹ ਗੱਲ ਕਹੀ ਸੀ ਵੀ ਮੋਦੀ ਸਾਹਿਬ ਨੇ ਕਾਨੂੰਨ ਜਿਹੜਾ ਹੈ ਕਿਸਾਨ ਹਿੱਤ ਦੇ ਵਿੱਚ ਲਿਆਂਦਾ ਹੈ ਤੇ ਮੈਂ ਇਹਦਾ ਸਵਾਗਤ ਕਰਦਾ। ਅਖਬਾਰਾਂ ਦੇ ਵਿੱਚ ਵੀ ਮੀਡੀਆ ਵਿੱਚ ਵੀ ਬਿਆਨ ਦਿੱਤਾ ਸੀ ਕਿ ਮੇਰੇ ਬਾਪੂ ਜਿਹੜਾ ਸੰਘਰਸ਼ ਕਰਦਾ ਸੀ 32 ਸਾਲ, ਅਸੀਂ ਆਹੀ ਚੀਜ਼ ਮੰਗਦੇ ਸੀਗੇ ਜਿਹੜੀ ਮੋਦੀ ਸਾਹਿਬ ਨੇ ਹੁਣ ਲਿਆਂਦੀ ਹੈ ਤੇ ਮੈਂ ਇਹਦਾ ਸਵਾਗਤ ਕਰਦਾ। ਔਰ ਉਹਦੇ ਬਾਅਦ ਇਹਨੂੰ ਜੀ ਪਤਾ ਨਹੀਂ ਟਕੈਤ ਨੂੰ ਵੀ ਕੀ ਹੋਇਆ ਕੀ ਨਹੀਂ ਹੋਇਆ, ਮੈਨੂੰ ਆਪਾਂ ਨੂੰ ਇਸ ਚੀਜ਼ ਦੀ ਕੋਈ ਸਮਝ ਨਹੀਂ ਹੈ। ਔਰ ਇੱਕ ਜਿੱਦ ਫੜ ਕੇ ਜੀ ਵੀ ਕਾਨੂੰਨ ਰੱਦ ਕੀਤਾ ਜਾਏ ਤਾਂ ਫਿਰ ਇਹ ਜਿਹੜਾ ਸੰਘਰਸ਼ ਜਿਹੜਾ ਹੈ ਅੱਗੇ ਤੋਂ ਅੱਗੇ ਵੱਧਦਾ ਗਿਆ। ਬਿਲਕੁਲ ਜਾਨੀ ਸਾਹਿਬ, ਇੱਥੇ ਇਹਦੇ ਨਾਲ ਜੁੜਦਾ ਇਹ ਸਵਾਲ ਸੀ ਕਿ ਜੇ ਤੁਸੀਂ ਗੱਲ ਕੀਤੀ ਕਿ ਕਿਸਾਨ ਜਿਹੜੇ ਸੀ ਉਹ ਜਿੱਦ ਤੇ ਅੜ ਗਏ ਜੀ ਕਿ ਅਸੀਂ ਜਿੱਦ ਪਕਾਉਣੀ ਹੈ ਕਿ ਤੁਹਾਡੇ ਕਹਿਣ ਦੇ ਮੁਤਾਬਕ ਇਹ ਕਾਨੂੰਨ ਰੱਦ ਹੋਣ ਤੋਂ ਬਿਨਾਂ ਅਸੀਂ ਘਰ ਨੂੰ ਨਹੀਂ ਜਾਣਾ। ਪਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਸਰਕਾਰ ਨੇ ਕਿਹਾ ਸੀ ਕਿ ਅਸੀਂ ਜੇ ਹੋਲਡ ਕਰ ਲੈਂਦੇ ਆ 1.5 ਸਾਲ ਲਈ 2 ਸਾਲ ਲਈ, ਜਾਂ ਆਪਾਂ ਹੋਲਡ ਕਰਕੇ ਉਸ ਤੋਂ ਬਾਅਦ ਕਮੇਟੀ ਬਣਾ ਕੇ, ਤਾਂ ਪਰ ਇਹ ਦੂਜੇ ਪਾਸੇ ਦੇਖਿਆ ਵੀ ਸਰਕਾਰ, ਚਲੋ ਜੇ ਸਰਕਾਰ ਕਾਨੂੰਨ ਰੱਦ ਕਰਦੀ ਹੈ ਤਾਂ ਫਿਰ ਕੋਈ ਹੋਰ ਪਟੀਸ਼ਨ ਪਾ ਸਕਦਾ ਜੀ, ਸੀਏ ਵੀ ਰੱਦ ਕੀਤਾ ਜਾਵੇ, ਜਾਂ 370 ਹਾਂ ਜੀ 370 ਜੀ ਵਾਲਾ ਜੀ ਵੀ ਮਸਲਾ ਰੱਦ ਕੀਤਾ ਜਾਵੇ, ਜਾਂ ਫਿਰ ਉਹ ਤਲਾਕ ਵਾਲਾ ਮਸਲਾ ਵੀ ਰੱਦ ਕੀਤਾ ਜਾਵੇ ਨਾ। ਜੀ ਤੇ ਉਹ ਇੱਕ ਕਿਸਮ ਦਾ ਸਰਕਾਰ ਦੀ ਮਜਬੂਰੀ ਹੋ ਜਾਂਦੀ, ਕਿਉਂਕਿ ਕੇਸ ਦਾ ਹਵਾਲਾ ਬਣ ਜਾਂਦਾ ਜਦੋਂ ਕੋਰਟ ਦੇ ਵਿੱਚ ਜਾਂਦੇ ਨਾ ਕਿ ਜੇ ਆਹ ਹੋ ਸਕਦਾ ਆਹ ਕਿਉਂ ਨਹੀਂ ਹੋ ਸਕਦਾ। ਪਰ ਉੱਥੇ ਜਾਨੀ ਸਾਹਿਬ ਪ੍ਰੋਬਲਮ ਇਹ ਸੀ ਕਿ ਜੇਕਰ ਹੋਲਡ ਵੀ ਕੀਤਾ ਜਾਂਦਾ ਸੀ ਤੇ ਸਰਕਾਰ ਨੂੰ ਵੀ ਇਹਦੇ ਵਿੱਚ, ਮੇਰਾ ਤਾਂ ਖਿਆਲ, ਸਾਡਾ ਜਾਣੀ ਕਿ ਨਿੱਜੀ ਤੌਰ ਤੇ ਖਿਆਲ ਇਹ ਬਣ ਜਾਂਦਾ ਕਿ ਫਿਰ ਉਹ ਵੀ ਕਹਿ ਸਕਦੇ ਵੀ ਕਾਨੂੰਨ ਰੱਦ ਕਰਕੇ ਆਪਾਂ ਨਵੇਂ ਸਿਰਿਓਂ ਤਿੰਨੇ ਕਾਨੂੰਨ ਬਣਾਉਣੇ ਹਨ, ਉਹਦੇ ਵਿੱਚ ਕਮੇਟੀ ਬਣ ਜਾਵੇ, ਕਿਸਾਨ ਵੀ ਉਹਦੇ ਵਿੱਚ ਆ ਜਾਣ, ਤੇ ਜੇ ਕਿਸਾਨ ਜਥੇਬੰਦੀਆਂ ਤਾਂ ਚਲੋ ਜਿੱਦਾਂ ਸਰਕਾਰ ਨੇ 5 ਬੰਦੇ ਆ ਜਾਣ, ਚਲੋ 5 ਨੇ, ਉਹਦੇ 32 ਕਿਸਾਨ ਜਥੇਬੰਦੀਆਂ, 30 ਕਿਸਾਨ ਜਥੇਬੰਦੀਆਂ, ਇੱਕ ਲੈ ਕੇ ਇੱਕ ਕਮੇਟੀ ਉਧਰੋਂ ਬਣ ਕੇ ਇੱਕ ਕਮੇਟੀ ਨਵੇਂ ਸਿਰੋਂ ਵੀ ਬਿਲਟ ਹੋ ਸਕਦਾ ਸੀ ਜੀ ਜੀ ਜਾਨੀ ਸਾਹਿਬ। ਨਹੀਂ, ਇਹ ਗੱਲ ਤਾਂ ਦੇਖੋ ਸਰਕਾਰ ਨੇ ਜਦੋਂ ਕਹਿਤੀ ਵੀ ਕਾਨੂੰਨ ਇੱਕ ਵਿਵਸਥਾ ਹਾਂਜੀ ਹੈ, ਕਾਨੂੰਨ ਇੱਕ ਹਾਂਜੀ ਵਿਵਸਥਾ ਹੈ, ਇਹਦੀ ਆਪਾਂ ਨੂੰ ਲੋੜ ਪੈਣੀ ਪੈਣੀ ਹੈ, ਤਾਂ ਕਿਉਂ ਨਾ ਹਾਂਜੀ ਤੁਸੀਂ ਇੱਕ ਪ੍ਰਪੋਜ਼ਲ ਦਿਓ, ਆਪਾਂ ਸਾਰੀ ਇਸ ਕਾਨੂੰਨ ਦੇ ਵਿੱਚ ਪਾ ਦਿੰਨੇ ਆ, ਇਸ ਕਲੌਜ਼ ਦੇ ਵਿੱਚ ਪਾ ਦਿੰਨੇ ਆ, ਤੁਸੀਂ ਕੁਛ ਹਾਂਜੀ ਤਾਂ ਦਿਓ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਨਾ ਅਬਦੁਲ ਸਾਹਿਬ ਕਿ ਗੱਲ ਕੀ ਹੈ ਕਿ ਜਿੱਦ ਦੇ ਵਿੱਚ ਗੱਲ ਆ ਗਈ। ਮੈਂ ਕਹਿਣਾ ਚਾਹੁੰਦਾ ਵੀ ਹਾਂਜੀ ਕਿਸਾਨ ਜਥੇਬੰਦੀਆਂ ਨੂੰ ਪੁੱਛਿਆ ਜਾਵੇ ਨਾ ਜੀ ਵੀ ਤੁਸੀਂ ਕੀ ਚਾਹੁੰਦੇ ਹੋ ਔਰ ਤੁਸੀਂ ਕੀ ਹਾਂਜੀ ਸੰਘਰਸ਼ ਅੱਗੇ ਕਰਦੇ ਰਹੇ ਹੋ। ਮੈਂ ਵੀ ਕਿਸਾਨ ਯੂਨੀਅਨ ਦੇ ਵਿੱਚ ਰਿਹਾ ਹੋਇਆ, ਸਾਡੀ ਇਹ ਡਿਮਾਂਡ ਜੀ ਹੁੰਦੀ ਹਾਂਜੀ ਸੀ ਵੀ ਸਾਨੂੰ ਆੜਤੀਆਂ ਤੋਂ ਆਜ਼ਾਦੀ ਦਿਲਾਈ ਜਾਵੇ, ਸਾਨੂੰ ਕਿਸਾਨ ਨੂੰ ਅਸੀਂ ਮਰਜ਼ੀ ਉੱਥੇ ਫਸਲ ਵੇਚੀ, ਇਹ ਗੱਲਾਂ ਅਸੀਂ ਕਹਿੰਦੇ ਸੀਗੇ। ਇਹ ਹਾਂਜੀ ਰਾਜੇਵਾਲ ਸਾਹਿਬ ਜਿਹੜੇ ਹੈ ਸਾਹਿਬ ਦੇ 1400 ਕਿਸਾਨ ਲੈ ਕੇ ਹਿਮਾਚਲ ਚ ਗਏ ਸੀ, 5-5 ਕਿਲੋ ਕਣਕ ਦੀ ਗੱਠੜੀ ਸਿਰ ਤੇ ਲੈ ਕੇ ਗਏ ਸੀ, ਔਰ 14 ਉਹਨਾਂ ਦੇ ਪਰਚਾ ਹੋਇਆ ਸੀ, ਬਲੈਕ ਦਾ ਸਮਿੰਗਲਿੰਗ ਦਾ ਪਰਚਾ ਹੋਇਆ ਸੀ, ਅਨਾਜ ਦੀ ਸਮਿੰਗਲਿੰਗ ਕਰਦੇ ਹੋ 5-5 1450 ਕਿਸਾਨਾਂ ਨੂੰ 40 ਦਿਨ ਰਾਜੇਵਾਲ ਅੰਦਰ ਰਿਹਾ ਸੀ ਉੱਥੇ 40 ਦਿਨ। ਔਰ ਜੀ ਕੋਰਟ ਨੇ ਫਿਰ ਆਰਡਰ ਹਾਂਜੀ ਕੀਤਾ ਜੀ ਕਿਸਾਨ ਜਿੱਥੇ ਮਰਜ਼ੀ ਵੇਚ ਸਕਦਾ ਹੈ। ਆਜ਼ਾਦੀ ਜਿਹੜਾ ਇਹ ਆਜ਼ਾਦੀ ਮੰਗਦੇ ਸੀ, ਔਰ ਆਜ਼ਾਦੀ ਦੇ ਵਿੱਚ ਟੈਕਸ ਜਿਹੜਾ ਉਹ ਲੱਗਦਾ ਸੀ। ਮੋਦੀ ਸਾਹਿਬ ਨੇ ਤੇ ਇਹ ਵੀ ਕਹਿਤਾ ਕਿ ਕਿਸਾਨ ਮਰਜ਼ੀ ਉੱਥੇ ਵੇਚੇ, ਕਿਸਾਨ ਤੇ ਕਿਸੇ ਤਰ੍ਹਾਂ ਦਾ ਟੈਕਸ ਨਾ ਵੇਚਣ ਵਾਲੇ ਚ ਲੱਗੂਗਾ ਤੇ ਨਾ ਲੈਣ ਵਾਲੇ ਚ ਲੱਗੂਗਾ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਟੈਕਸ ਲਵਾ ਕੇ ਰਾਜੀ ਕਿਉਂ ਹੈ। ਵੀ ਜਦੋਂ ਕਿਸਾਨ ਨੂੰ ਅਗਰ ਟੈਕਸ ਦੀ ਛੂਟ ਹੋਏਗੀ ਤਾਂ ਟੈਕਸ ਦੀ ਛੂਟ ਹੋਏਗੀ ਤਾਂ ਕੋਈ ਨਹੀਂ ਪੁੱਛੇਗਾ ਕਿਸੇ ਬੈਰੀਅਲ ਤੇ, ਕਿਸੇ ਸਟੇਟ ਤੇ, ਕਿਸੇ ਚੀਜ਼ ਨੂੰ ਕੋਈ ਵੇਚਦਾ ਹੈ। ਪਰ ਇਹ ਤਾਂ ਗੱਲ ਨੂੰ ਫੜਦੇ ਆ, ਗੱਲ ਦਾ ਗਲੋੜ ਬਣਾਉਂਦੇ ਆ, ਕੋਈ ਵੀ ਗੱਲਾਂ ਨੂੰ ਫੜ ਕੇ ਕਿਤੇ ਪਾਸੇ ਹੋਰ ਲੈ ਜਾਂਦੇ ਆ। ਤਾਂ ਇਸ ਤਰ੍ਹਾਂ ਦੀ ਨੀਅਤ ਜਿਹੜੀ ਹੈ ਕਿਸਾਨ ਜਥੇਬੰਦੀਆਂ ਦੀ, ਪਤਾ ਨਹੀਂ ਕਾਰਨ ਕੀ ਹੈ, ਇਹ ਫੈਸਲਾ ਕਰ ਨਹੀਂ ਸਕਦੇ।
ਕਿਉਂਕਿ ਇਹ 40-45 ਇਕੱਠੇ ਹੋ ਗਏ, ਉੱਥੇ ਕੁਝ ਹੋਰ ਲੋਕ ਰਲ ਗਏ, ਇਹਨਾਂ ਦਾ ਮਤ ਜਿਹੜਾ ਇੱਕ ਨਹੀਂ ਹੁੰਦਾ। ਔਰ ਦੇਖੋ ਕਦੇ ਵੀ ਕੋਈ ਲੰਬਾ ਝਗੜਾ ਕਿਸੇ ਤਰ੍ਹਾਂ ਦਾ ਹੀ ਹੋ ਜੇ, ਦੋ ਭਰਾਵਾਂ ਦਾ ਝਗੜਾ ਹੋ ਜੇ, ਪਿੰਡ ਦਾ ਹੋ ਜੇ, ਭਾਵੇਂ ਦੇਸ਼ ਦਾ ਹੋ ਜੇ, ਹਮੇਸ਼ਾ ਉਹਦੇ ਵਿੱਚ ਕਮੇਟੀ ਬਣਦੀ ਹੁੰਦੀ ਹੈ। ਚਲੋ ਤੇ ਮੇਰੀ ਇੱਜ਼ਤ ਦਾ ਸਵਾਲ ਹੋ ਗਿਆ, ਸਰਕਾਰ ਦੀ ਇੱਜ਼ਤ ਦਾ ਸਵਾਲ ਹੋ ਗਿਆ, ਕਿਸਾਨਾਂ ਦੀ ਇੱਜ਼ਤ ਦਾ ਸਵਾਲ ਹੋ ਗਿਆ, ਚਲੋ ਕਮੇਟੀ ਬਣਾ ਦਿਓ। ਕਮੇਟੀ ਜੋ ਫੈਸਲਾ ਕਰੇ ਆਪਾਂ ਦੋਨਾਂ ਨੂੰ ਮੰਨਣਾ ਚਾਹੀਦਾ ਹੈ। ਤੇ ਕਮੇਟੀ ਕਿਉਂ ਨਹੀਂ ਬਣਾਉਂਦੇ? ਸੁਪਰੀਮ ਕੋਰਟ ਜਦ ਕਾਨੂੰਨ ਤਾਂ ਸੁਪਰੀਮ ਕੋਰਟ ਨੇ ਹੋਲਡ ਕਰਤਾ, ਸਟੇ ਕਰਤਾ, ਕਾਨੂੰਨ ਤਾਂ ਅੱਜ ਸਟੇ ਹੈਗਾ ਔਰ ਸੁਪਰੀਮ ਕੋਰਟ ਨੇ ਕਮੇਟੀ ਬਣਾਤੀ। ਦੱਸੋ ਹੁਣ ਕਾਨੂੰਨ ਤਾਂ ਰਿਹਾ ਹੀ ਨਹੀਂ। ਫਿਰ ਵੀ ਇਹਦੇ ਬਾਅਦ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਸਾਡੀ ਮੰਡੀਆਂ ਬੰਦ ਹੋ ਜੂਗੀ, ਐਮਐਸਪੀ ਬੰਦ ਹੋ ਜੂਗੀ, ਤੇ ਗੀ ਦੇ ਉੱਤੇ ਹੋ ਜੂਗਾ, ਤਾਂ ਉਹ ਗੀ ਦੇ ਉੱਤੇ ਤਾਂ ਕੋਈ ਸੰਘਰਸ਼ ਮੈਂ ਤਾਂ ਅੱਜ ਤੱਕ ਕਦੇ ਦੇਖਿਆ ਨਹੀਂ ਹੈ। ਔਰ ਜਥੇਬੰਦੀਆਂ ਜਿਹੜੀ ਯੂਨੀਅਨ ਆ, ਮੈਂ 3 ਵਾਰ ਮਿਨਿਸਟਰ, 15 ਸਾਲ ਪੰਜਾਬ ਦੇ ਵਿੱਚ ਮਿਨਿਸਟਰ ਰਿਹਾ, ਮੈਂ ਕੈਬਨਿਟ ਮਿਨਿਸਟਰ ਰਿਹਾ। ਯੂਨੀਅਨ ਆਉਂਦੀ ਸੀ, ਯੂਨੀਅਨ ਹਮੇਸ਼ਾ ਕਹਿੰਦੀ ਸੀ ਕਿ ਠੀਕ ਹੈ ਜੀ, ਅਸੀਂ 1 ਰੁਪਿਆ ਮੰਗਿਆ, ਸਾਨੂੰ 50 ਪੈਸੇ ਮਿਲ ਗਏ, ਅਸੀਂ ਢੋਲ ਵਜਾਉਂਦੇ ਜਾਂਦੇ ਆ ਵੀ 50 ਤਾਂ ਮਿਲੇ, 50 ਦਾ ਸੰਘਰਸ਼ ਕਦੇ ਫੇਰ ਕਰਾਂਗੇ। ਜਿੱਦ ਕਦੇ ਵੀ ਯੂਨੀਅਨ ਜਿੱਦ ਨਹੀਂ ਕਰਦੀ, ਜਿੰਨਾ ਕੁਝ ਮਿਲੇ ਲੈ ਕੇ ਵਾਪਸ। ਔਰ ਲੰਬਾ ਜਦੋਂ ਸੰਘਰਸ਼ ਚੱਲ ਜਾਂਦਾ ਹੈ, ਕਿਸਾਨ ਜਥੇਬੰਦੀਆਂ ਦਾ ਵੀ ਨੁਕਸਾਨ। ਕੋਈ ਵੀ ਚੀਜ਼ ਜਦੋਂ ਲੰਬੀ ਚੱਲ ਜਾਂਦੀ ਹੈ ਉਹ ਟੁੱਟਣ ਦੇ ਕਗਾਰ ਤੇ ਹੋ ਜਾਂਦੀ ਹੈ। ਅੱਜ ਹਾਲਾਤ ਜਿਹੜਾ ਦੇਖ ਸਕਦੇ ਹਾਂ, ਮੈਂ ਤਾਂ ਰਾਜੇਵਾਲ ਸਾਹਿਬ ਨੇ ਕਿਹਾ ਜੀ ਤੁਸੀਂ ਕਿਸਾਨਾਂ ਦਾ ਨੁਕਸਾਨ ਕਰੋਗੇ, ਪੰਜਾਬ ਦਾ ਨੁਕਸਾਨ ਕਰੋਗੇ। ਕਿਸਾਨ ਹਿੱਤ ਦੇ ਵਿੱਚ ਆਪਾਂ ਜੋ ਕੁਛ ਅੱਜ ਮੰਗਣ ਨੂੰ ਤਿਆਰ ਹੈ, ਸਰਕਾਰ ਦੇਣ ਨੂੰ ਤਿਆਰ ਹੈ। ਔਰ ਮੈਂ ਇਹ ਵੀ ਕਿਹਾ ਸੀ ਵੀ ਇੰਨੇ ਮਸਲੇ ਨਾਲ ਹੱਲ ਨਹੀਂ ਹੋਣਾ। ਸਾਡੇ ਦੇਸ਼ ਦੇ ਵਿੱਚ 28 ਸੂਬੇ ਹੈ, 28 ਸੂਬਿਆਂ ਦੀ ਖੇਤੀਬਾੜੀ ਸਾਰੀ ਅਲੱਗ-ਅਲੱਗ ਹੈ। ਹਿਮਾਚਲ ਦੀ ਖੇਤੀ ਪੰਜਾਬ ਨਾਲ ਨਹੀਂ ਮਿਲਦੀ, ਪੰਜਾਬ ਦੀ ਰਾਜਸਥਾਨ ਨਹੀਂ ਮਿਲਦੀ, ਰਾਜਸਥਾਨ ਦੀ ਯੂਪੀ ਨਾਲ ਨਹੀਂ ਮਿਲਦੀ, ਯੂਪੀ ਦੀ ਬਿਹਾਰ ਨਾਲ ਨਹੀਂ ਮਿਲਦੀ, ਕੇਰਲਾ ਦੀ ਕਿਸੇ ਸਟੇਟ ਨਾਲ ਕਿਸੇ ਦੀ ਖੇਤੀਬਾੜੀ ਨਹੀਂ ਮਿਲਦੀ। ਔਰ ਕ੍ਰਿਸ਼ੀ ਪ੍ਰਧਾਨ ਦੇਸ਼ ਹੈ, ਕ੍ਰਿਸ਼ੀ ਪ੍ਰਧਾਨ ਸੂਬੇ ਹੈ ਸਾਡੇ, ਔਰ ਸਾਨੂੰ ਕ੍ਰਿਸ਼ੀ ਨੀਤੀ ਬਣਾਉਣੀ ਚਾਹੀਦੀ ਹੈ। ਜਦੋਂ ਤੱਕ ਸਾਡੀ ਕ੍ਰਿਸ਼ੀ ਨੀਤੀ ਨਹੀਂ ਬਣੇਗੀ, ਕ੍ਰਿਸ਼ੀ ਆਯੋਗ ਨਹੀਂ ਬਣੇਗਾ, ਸਾਡਾ ਕਿਸਾਨਾਂ ਦਾ ਭਲਾ ਨਹੀਂ ਹੋਣ ਵਾਲਾ ਹੈ। ਇਹ ਗੱਲ ਮੈਂ ਕਹੀ ਸੀ। ਤੁਸੀਂ ਕਾਨੂੰਨ ਜਿੱਦ ਛੱਡ ਕੇ ਮਤਲਬ ਕਿਸਾਨਾਂ ਦੇ ਹਿੱਤ ਵਿੱਚ ਇਹ ਗੱਲਾਂ ਕਰੋ। ਜੀ ਜੀ ਜਾਨੀ ਸਾਹਿਬ, ਗੱਲ ਇਹ ਆ ਵੀ ਤੁਸੀਂ ਬਿਲਕੁਲ ਇਹ ਗੱਲ ਕਰ ਦਿੱਤੀ ਵੀ ਕਾਨੂੰਨ ਸੈਂਟਰ ਸਰਕਾਰ ਨੇ ਬਣਾਤੇ। ਹਾਲਾਂਕਿ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਉਹ ਕਹਿੰਦੀਆਂ ਨੇ ਕਾਨੂੰਨ ਰੱਦ ਕਰ ਦਿਓ। ਨਰਿੰਦਰ ਤੋਮਰ ਜੀ ਨਾਲ ਤਕਰੀਬਨ 11 ਵਾਰ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ, ਮੀਟਿੰਗਾਂ ਸਾਰੀਆਂ ਬੇਸਿੱਟਾ ਹੀ ਰਹੀਆਂ। ਹਾਲਾਂਕਿ ਉਹ ਹੁਣ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਇਸ ਅੰਦੋਲਨ ਦਾ 2022 ਦੇ ਵਿੱਚ ਸਿਆਸੀ ਦੰਗਲ ਜਿਹੜਾ ਕਿ ਪੰਜਾਬ ਦੇ ਵਿੱਚ ਹੋ ਰਿਹਾ ਹੈ। ਇਸ ਵਕਤ ਤੁਹਾਡਾ ਅਕਾਲੀ ਦਲ ਗੱਠਜੋੜ ਵੀ ਜਿਹੜਾ ਬੀਜੇਪੀ ਅਕਾਲੀ ਦਲ ਉਹ ਵੀ ਟੁੱਟ ਚੁੱਕਾ ਹੈ, ਕਿਉਂਕਿ ਬੀਜੇਪੀ ਸਾਰੀਆਂ ਸੀਟਾਂ ਤੇ ਇਕੱਲੀ ਚੋਣ ਲੜੇਗੀ। ਕਿ ਇਸ ਕਿਸਾਨ ਅੰਦੋਲਨ ਦਾ ਇਸ ਬੀਜੇਪੀ ਨੇ ਜਿਹੜੀ ਚੋਣਾਂ ਲੜੀ 2022 ਦੇ ਵਿੱਚ, ਉੱਤੇ ਕੀ ਪ੍ਰਭਾਵ ਪਵੇਗਾ ਜੀ ਜਾਨੀ ਸਾਹਿਬ? ਦੇਖੋ ਇੱਕ ਗੱਲ ਮੇਰੀ ਸੁਣੋ, ਭਾਰਤੀ ਜਨਤਾ ਪਾਰਟੀ ਕਦੇ ਵੀ ਵੋਟ ਦੀ ਰਾਜਨੀਤੀ ਨਹੀਂ ਕਰਦੀ। ਇਹ ਸਾਨੂੰ ਦੇਖਣਾ ਪੈਣਾ ਔਰ ਸਾਨੂੰ ਇੱਕ ਇਤਿਹਾਸ ਦੇਖਣਾ ਪੈਣਾ ਹੈ ਕਿ 75-76 ਸਾਲ ਦੀ ਆਜ਼ਾਦੀ ਦੇ ਵਿੱਚ ਕਾਂਗਰਸ ਦਾ ਰਾਜ ਰਿਹਾ ਹੈ। ਔਰ ਜਿਨ੍ਹਾਂ ਸਟੇਟਾਂ ਤੇ ਰਾਜ ਸੀਗਾ, ਮੇਰੀ 65 ਸਾਲ ਦੀ ਉਮਰ ਹੋ ਗਈ, ਰਾਜਸਥਾਨ ਦੇ ਵਿੱਚ ਵੀ ਦੰਗੇ ਹੁੰਦੇ ਸੀ, ਹਿੰਦੂ ਮੁਸਲਮਾਨਾਂ ਦੇ ਦੰਗੇ ਹੁੰਦੇ ਸੀ, ਕਿਤੇ ਕੋਈ ਦੰਗੇ ਹੁੰਦੇ ਸੀ। ਆ ਤੁਹਾਡੇ ਸਾਹਮਣੇ ਯੂਪੀ ਹੈ, ਜਦੋਂ ਦੂਸਰੀ ਦੰਗੇ ਹੁੰਦੇ ਸੀ। ਅੱਜ ਦੇਖੋ ਕਿੱਥੇ ਦੰਗੇ ਨਹੀਂ ਹੈ, ਹਿੰਦੂ ਔਰ ਮੁਸਲਮਾਨ ਸਭ ਆਪਣੇ ਪਿਆਰ ਨਾਲ ਰਹਿ ਰਹੇ, ਕਿਤੇ ਕੋਈ ਦੰਗਾ ਨਹੀਂ ਹੈ, ਸਭ ਦੀ ਗੱਲ ਸੁਣੀ ਜਾਂਦੀ ਹੈ, ਸਭ ਦੇ ਕੰਮ ਹੁੰਦੇ, ਕਿਤੇ ਭੇਦਭਾਵ ਨਹੀਂ ਹੁੰਦੇ। ਮੇਰੇ ਕਹਿਣ ਦੀ ਗੱਲ ਨਹੀਂ ਹੈ, ਤੁਸੀਂ ਇਹ ਇਤਿਹਾਸ ਉਠਾ ਕੇ ਦੇਖ ਸਕਦੇ ਹੋ, ਰਾਜਸਥਾਨ ਦਾ ਉਠਾ ਲਓ, ਉੱਤਰ ਪ੍ਰਦੇਸ਼ ਦਾ ਉਠਾ ਲਓ, ਕਿੱਥੋਂ ਦਾ ਉਠਾ ਲਓ। ਤੇ ਮਤਲਬ ਭਾਰਤੀ ਜਨਤਾ ਪਾਰਟੀ ਵੋਟ ਦੀ ਰਾਜਨੀਤੀ ਨਹੀਂ ਕਰਦੀ, ਦੇਸ਼ ਹਿੱਤ ਵਿੱਚ ਰਾਜਨੀਤੀ ਕਰਦੀ ਹੈ। ਅਗਰ ਵੋਟ ਦੀ ਰਾਜਨੀਤੀ ਕਰਦੇ ਹੋਣ ਤੇ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਭਾਰਤੀ ਜਨਤਾ ਪਾਰਟੀ 'ਚ ਹੋਇਆ। ਨਹੀਂ ਤਾਂ ਇਸ ਵਾਰ ਸਰਕਾਰ ਪੰਜਾਬ ਦੇ ਵਿੱਚ ਜਿਹੜੀ ਹੈ, ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਕੋਈ ਰੋਕ ਹੀ ਨਹੀਂ ਸਕਦਾ ਸੀ। ਔਰ ਕਿਸ ਤਰ੍ਹਾਂ ਦੀ ਸਾਡੀ ਜਿਹੜੀ ਹੈ, ਕੌਣ ਚਾਹੁੰਦਾ? ਇਹ ਕੋਈ ਰਾਜ ਤਿਲਕ ਤਾਂ ਹੁੰਦਾ ਨਹੀਂ, ਇਹ ਤਾਂ ਵੋਟਾਂ ਨਾਲ ਸਰਕਾਰ ਬਣਦੀ ਹੈ। ਕੋਈ ਪਾਰਟੀ ਕੋਈ ਆਪਦੇ ਵੋਟ ਨੂੰ ਨਾਰਾਜ਼ ਨਹੀਂ ਕਰਨੀ ਚਾਹੁੰਦੀ। ਅਗਰ ਵੋਟ ਦੀ ਰਾਜਨੀਤੀ ਕਰਦੀ ਹੋਵੇ ਤਾਂ ਅਸੀਂ ਦੇਸ਼ ਹਿੱਤ ਦੇ ਵਿੱਚ ਰਾਜਨੀਤੀ ਕਰਦੇ ਹਾਂ ਕਿ ਦੇਸ਼ ਦਾ ਭਲਾ ਹੋਣਾ ਚਾਹੀਦਾ ਹੈ, ਦੇਸ਼ ਤਰੱਕੀ ਕਰੇ ਔਰ ਉਸ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਸਾਰੇ ਖੁਸ਼ ਰਹਿਣ, ਖੁਸ਼ਹਾਲ ਰਹਿਣ। ਇਹ ਸੋਚ ਕੇ ਜਿਹੜੇ ਹੈ ਮੋਦੀ ਸਾਹਿਬ ਰਾਜਨੀਤੀ ਕਰਦੇ ਆ, ਭਾਰਤੀ ਜਨਤਾ ਪਾਰਟੀ ਰਾਜਨੀਤੀ ਕਰਦੀ ਹੈ। ਔਰ ਜੋ ਗੱਲ ਅਸੀਂ ਕਹਿੰਦੇ ਆ ਉਹਦੇ ਉੱਤੇ ਖਰੇ ਉਤਰਨ ਦੀ ਵੀ ਗੱਲ ਕਰਦੇ। ਜਾਨੀ ਸਾਹਿਬ ਤੋਂ ਸੌਰੀ ਮਾਫ ਕਰਨਾ ਲਾਡੀ ਸਾਹਿਬ, ਜਾਨੀ ਸਾਹਿਬ ਨੇ ਗੱਲ ਬੜੀ ਕਹੀ ਕਿ ਦੇਸ਼ ਹਿੱਤ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਰਾਜਨੀਤੀ ਕਰਦੀ, ਨਾ ਕਿ ਵੋਟ ਬੈਂਕ ਦੇ ਤੌਰ ਤੇ, ਧਰਮ ਦੇ ਤੌਰ ਤੇ ਕਰਦੀ ਹੈ ਜੀ। ਜਾਨੀ ਸਾਹਿਬ ਇੱਥੇ ਇੱਕ ਹੋਰ ਸਵਾਲ ਅੱਜ ਦੇ ਨਾਲ ਹੀ ਖੜਦਾ। ਹੁਣ 올림픽 ਚੱਲ ਰਹੀ ਹੈ ਜੀ, 올림픽 ਦੇ ਵਿੱਚ ਮੈਡਲ ਜਿੱਤੇ ਜਾ ਰਹੇ ਆ, ਜਿਹੜੇ ਭਾਰਤ ਵੱਲੋਂ ਜਿੱਤੇ ਜਾ ਰਹੇ ਨੇ। ਉੱਥੇ ਇੱਕ ਚੀਜ਼ ਹੈ, ਜਦੋਂ ਤਾਂ ਅੰਦੋਲਨ ਹੋ ਰਿਹਾ ਤਾਂ ਉਹ ਕਹਿ ਰਿਹਾ ਕਿ ਇਹ ਪੰਜਾਬ ਦਾ ਅੰਦੋਲਨ ਹੈ, ਉੱਥੇ ਪੰਜਾਬੀ ਕਿਹਾ ਜਾ ਰਿਹਾ। ਤੇ ਜਦੋਂ ਹੁਣ ਪੰਜਾਬੀਆਂ ਵੱਲੋਂ ਮੈਡਲ ਜਿੱਤੇ ਜਾ ਰਿਹਾ ਤਾਂ ਫੇਰ ਕਿਹਾ ਜਾ ਰਿਹਾ ਕਿ ਭਾਰਤੀਆਂ ਨੇ ਮੈਡਲ ਜਿੱਤ ਲਿਆ। ਪਰ ਉਹ ਤੁਹਾਨੂੰ ਨਹੀਂ ਲੱਗਦਾ ਕਿ ਮੀਡੀਆ ਵੀ ਜਿਹੜਾ ਸੀ ਕਿਤੇ ਨਾ ਕਿਤੇ ਭੇਦਭਾਵ ਕਰ ਰਿਹਾ, ਤੇ ਮੀਡੀਆ ਦਾ ਜਿਹੜਾ ਰੋਲ ਸੀ ਉਹ ਆਪਣਾ ਸਹੀ ਰੋਲ ਨਹੀਂ ਨਿਭਾ ਸਕਿਆ? ਇੱਕ ਪਾਸੇ ਨੂੰ ਮੀਡੀਆ ਜਿਹੜਾ ਕਹਿਣ ਦਾ ਮਤਲਬ ਇੱਕ ਸਾਈਡ ਲੈ ਗਿਆ, ਉਲਰ ਗਿਆ ਮੀਡੀਆ ਸੀ ਕਿ ਸਰਕਾਰ ਵੱਲ ਦੇ ਪਾਸੇ ਦਾ ਪੱਖ ਜਾਣਿਆ।
ਤੇ ਅੰਦੋਲਨ ਦੀਆਂ ਜਿਹੜੀਆਂ ਸੀ ਉਹ ਨਾ ਪੱਖੀ ਚੀਜ਼ਾਂ ਮੀਡੀਆ ਦਿਖਾਉਂਦਾ ਰਿਹਾ ਅੱਗੇ ਜੀ। ਜੀ ਤੇ ਪਰ ਫਿਰ ਤੁਸੀਂ ਫਿਰ ਕਿੱਦਾਂ ਇਹਨੂੰ ਕਿੱਦਾਂ ਦੇਖਦੇ ਹੋ ਜੀ ਕਿ ਇਹ ਮੀਡੀਆ ਦਾ ਕਸੂਰ ਹੈ ਜਾਂ ਲੋਕਾਂ ਦਾ ਕਸੂਰ ਹੈ ਜਾਂ ਫਿਰ ਸਰਕਾਰ ਦਾ ਕਸੂਰ ਹੈ? ਜਿੱਤ ਗਏ ਤਾਂ ਭਾਰਤੀ ਤੇ ਹੱਕ ਮੰਗਣ ਤੁਰ ਪਏ ਤਾਂ ਅਸੀਂ ਪੰਜਾਬੀ ਹੁੰਨੇ ਜੀ। ਜੀ ਤੇ ਇਹਨੂੰ ਫਿਰ ਕਿੱਦਾਂ ਦੇਖਦੇ ਜੈਨ ਸਾਹਿਬ ਜੀ? ਨਹੀਂ ਦੇਖੋ, ਗੱਲ ਸੁਣੋ, ਇਹ ਗੱਲ ਦੇਖੋ, ਪੰਜਾਬੀ ਭਾਰਤੀ ਹੈ, ਦੇਖੋ ਕਦੇ ਕੋਈ ਐਜੀ ਸੋਚ ਨਹੀਂ ਕਦੇ ਕਿਸੇ ਨੇ ਰੱਖੀ। ਭਾਰਤੀ ਜਨਤਾ ਹਾਂਜੀ ਪਾਰਟੀ ਦੇ ਮਨ 'ਚ ਐਜੀ ਕਦੇ ਸੋਚ ਨਹੀਂ ਹੈ। ਪਰ ਜਿਹੜੀ ਤੁਸੀਂ ਮੀਡੀਆ ਦੀ ਗੱਲ ਕਹੀ ਹੈ ਨਾ, ਤਾਂ ਮੈਂ ਤਾਂ ਹਾਂਜੀ ਕਹਿਣਾ ਚਾਹੁੰਦਾ ਵੀ ਜਿੰਨਾ ਵੀ ਛਾਪਾ ਹੈ ਸਾਰਾ ਮੀਡੀਆ ਦਾ ਹੈ। ਔਰ ਮੀਡੀਆ ਹਾਂਜੀ ਸਹੀ ਗੱਲ ਦਿਖਾਉਂਦਾ ਹੀ ਨਹੀਂ, ਮੀਡੀਆ ਸਹੀ ਗੱਲ ਨਹੀਂ ਦਿਖਾਉਂਦਾ। ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੀਡੀਆ ਵੀ ਕਾਲਾ ਕਾਨੂੰਨ ਕਰਕੇ ਸੰਬੋਧਿਤ ਕਰਦਾ ਹੈ ਵੀ ਕਾਲਾ ਕਾਨੂੰਨ। ਦੇਖੋ ਇੱਕ ਗੱਲ ਮੇਰੀ ਸੁਣੋ, ਜੇ ਜਿੰਨੇ ਵੀ ਜੀ ਤੁਹਾਡੇ ਦਰਸ਼ਕ ਜਿਹੜੇ ਇਹ ਗੱਲ ਮੇਰੀ ਸੁਣ ਰਹੇ ਆ, ਠੀਕ ਹੈ, ਕਈਆਂ ਨੂੰ ਚੀਜ਼ ਅੱਛੀ ਜੀ ਨਹੀਂ ਲੱਗਦੀ, ਮੈਂ ਐਸੀ ਬੋਲਦੇ ਹਾਂ। ਸਾਡੇ ਤੋਂ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਤੋਂ, ਸਾਡੇ ਤੋਂ ਲੋਕਾਂ ਨੂੰ ਵੈਸੇ ਹੀ ਕੋਈ ਨਫ਼ਰਤ ਹੋ ਗਈ ਹੈ। ਅਸੀਂ ਉਹਨਾਂ ਨੂੰ ਬੋਲਦੇ ਵੀ ਅੱਛੇ ਨਹੀਂ ਲੱਗਦੇ, ਖੜੇ ਵੀ ਅੱਛੇ ਨਹੀਂ ਲੱਗਦੇ। ਤੁਸੀਂ ਤੁਹਾਨੂੰ ਬੁਲਾ ਲੈਂਦੇ ਹੋ, ਅਸੀਂ ਇੰਟਰਵਿਊ ਦਿੰਦੇ ਆ। ਇਹਦੇ ਫਿਰ ਥੱਲੇ ਕਿੰਨੇ ਕਿਸ ਤਰ੍ਹਾਂ ਦੇ ਜਿਹੜੇ ਮਿਸ ਮਤਲਬ ਗੱਲਾਂ ਜਿਹੜੀਆਂ ਲਿਖੀਆਂ ਜਾ ਰਹੀਆਂ ਹੈ। ਸਰਦਾਰ ਜਿਹੜਾ ਹੈ, ਸਰਦਾਰ ਜੋਰਾ ਸਿੰਘ ਸਰਦਾਰ ਜਿਹੜੇ ਹੈ, ਉਹ ਮਤਲਬ ਹੈ ਜੋਲ ਸਾਹਿਬ ਸਭ ਤੋਂ ਬੜੀਆ ਇੱਕ ਮਤਲਬ ਹੈ ਕ੍ਰਿਸ਼ੀ ਖੇਤਰ ਦੇ ਵਿੱਚ ਕੰਮ ਕੀਤਾ ਹੈ, ਕ੍ਰਿਸ਼ੀ ਵਿਗਿਆਨ ਦੇ ਵਿੱਚ ਕੰਮ ਕੀਤਾ ਹੈ। ਦੂਸਰੇ ਦੇਸ਼ਾਂ ਨੂੰ ਉਹਨਾਂ ਨੇ ਨੀਤੀ ਬਣਾ ਕੇ ਦਿੱਤੀ ਹੈ। ਉਹ ਜਦੋਂ ਉਹ ਇੱਕ ਗੱਲ ਨੂੰ ਕਹਿੰਦੇ ਵੀ ਇਹ ਚੀਜ਼ ਤਾਂ ਜਿਹੜੀ ਪਹਿਲੇ ਵੀ ਸਾਰੇ ਡਿਮਾਂਡ ਹੀ ਇਹੀ ਹੈ, ਇਹਦੇ ਬਗੈਰ ਖੇਤੀ ਦਾ ਭਲਾ ਨਹੀਂ ਹੋ ਸਕਦਾ। ਪਰ ਇਹਨੇ ਉਹਦੀ ਕੋਈ ਗੱਲ ਨਹੀਂ ਮੰਨਦਾ। ਉਹ ਕਹਿੰਦਾ ਮੈਂ ਤਾਂ ਮੇਰਾ ਫੇਸ ਅਕਾਊਂਟ ਬੰਦ ਕਰਤਾ ਕਿਉਂਕਿ ਲੋਕ ਜਿਹੜੇ ਹੈ ਬੜੀ ਬਦਤਮੀਜ਼ੀ ਨਾਲ ਥੱਲੇ ਗਾਲਾਂ ਲਿਖਦੇ ਆ ਤੇ ਮੈਂ ਅੱਛਾ ਜੀ ਡਰ ਦੇ ਮਾਰੇ ਕੋਈ ਵੀ ਇੱਜ਼ਤਦਾਰ ਬੰਦਾ ਆਪਦੀ ਗੱਲ ਨਹੀਂ ਰੱਖ ਰਿਹਾ। ਪਰ ਅਸਲ ਤੇ ਗੱਲ ਹਾਂਜੀ ਦੇਖਿਆ ਜਾਏ ਨਾ ਜੀ, ਇਹ ਕਾਨੂੰਨ ਪੰਜਾਬ ਜੇ ਤਾਂ ਜੇ ਅਗਰ ਪੰਜਾਬ ਦੀ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ ਤੇ ਮੈਂ ਉਹਨਾਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਵੀ ਇਹ ਕਾਨੂੰਨ ਤਾਂ ਪਹਿਲਾਂ ਹੀ ਬਣਾਇਆ ਸੀ। ਵੱਡੇ ਘਰਾਣਾ ਦੇ ਵਿਰੋਧ ਕਰਦੇ ਆ ਤਾਂ ਕੈਪਟਨ ਸਾਹਿਬ ਵੱਡੇ ਘਰਾਣਾ ਵਾਸਤੇ ਪੰਜਾਬ ਦੇ ਬੂਹੇ ਖੋਲੇ ਸੀ ਔਰ ਸਟੇਜਾਂ ਤੇ ਵੀ ਕਿਹਾ ਸੀ ਕਿ ਵੱਡੇ ਘਰਾਣੇ ਜਿਹੜੇ ਰਿਲਾਇੰਸ ਆ ਗਿਆ, ਗੋਦਰੇਜ ਆਏਗਾ, 12,500 ਪਿੰਡਾਂ ਨੂੰ ਗਲਪਕੜੀ 'ਚ ਲੈ ਕੇ ਤੇ ਮਨੋਰੰਜਨ ਦਾ ਸਾਧਨ ਬਣਾਉਣਗੇ ਕਰਨਗੇ। ਤਾਂ ਕੈਪਟਨ ਸਾਹਿਬ ਲੈ ਕੇ ਆਏ ਸੀ। ਕੰਟੈਕਟ ਫਾਰਮਿੰਗ ਜਿਹੜੀ ਅਸੀਂ ਬਾਦਲ ਸਾਹਿਬ ਅਸੀਂ ਲੈ ਕੇ ਆਏ ਸੀਗੇ। ਤਾਂ ਉਹ ਮੋਦੀ ਸਾਹਿਬ ਨੇ ਜਦੋਂ ਕਰਦਾ ਇਹਦਾ ਵਿਰੋਧ ਕਿਉਂ ਹੈ? ਇਹ ਜੇ ਅਗਰ ਕਾਨੂੰਨ ਦਾ ਵਿਰੋਧ ਹੁੰਦਾ ਤਾਂ ਪਹਿਲੇ ਵਿਰੋਧ ਕਰਨਾ ਸੀ, ਕਿਉਂ ਨਹੀਂ ਕੀਤਾ? ਉਹਦੇ ਵਿੱਚ ਕਿਸਾਨ ਜਥੇਬੰਦੀਆਂ ਸੁੱਤੀ ਪਈਆਂ ਸੀ, ਸਾਰੀ ਜਾਗਦੀ ਸੀਗੀ, ਸਾਰਿਆਂ ਨੂੰ ਪਤਾ ਸੀਗਾ ਇਹ ਹੋਂਦ ਤੇ ਜਾਂ ਇਹ ਕਹਿੰਦੇ ਸੀ ਉਦੋਂ ਸੀਗੇ ਨਹੀਂ, ਹੋਂਦ ਦੇ ਵਿੱਚ ਨਹੀਂ ਸੀਗੇ। ਤਾਂ ਅੱਜ ਵਿਰੋਧ ਕਿਉਂ ਹੈ? ਇਹ ਤੁਸੀਂ ਵੀ ਇਹਨਾਂ ਤੋਂ ਪੁੱਛੋ ਨਾ ਕਿ ਉਸ ਟਾਈਮ ਜਦੋਂ ਕੈਪਟਨ ਸਾਹਿਬ ਵੱਡੇ ਘਰਾਣਾ ਦੀ ਗੱਲ ਕੀਤੀ ਸੀ ਤੁਸੀਂ ਕਿਉਂ ਨਹੀਂ ਵਿਰੋਧ ਕੀਤਾ? ਕੰਟੈਕਟ ਫਾਰਮਿੰਗ ਦਾ ਕਾਨੂੰਨ ਜਿਹੜਾ ਉਹ ਬਣਿਆ ਸੀ ਔਰ ਮੋਦੀ ਸਾਹਿਬ ਨੇ ਕਾਨੂੰਨ ਬਣਾਇਆ, ਉਹਦੇ ਵਿੱਚ ਅੰਤਰ ਤਾਂ ਦੇਖੋ, ਪੜ੍ਹ ਕੇ ਦੇਖੋ ਕਿੰਨਾ ਫਰਕ ਹੈ। ਮੋਦੀ ਸਾਹਿਬ ਨੇ ਜਿਹੜਾ ਕੰਟੈਕਟ ਫਾਰਮਿੰਗ ਦਾ ਜਿਹੜਾ ਕਾਨੂੰਨ ਬਣਾਇਆ ਉਹ ਕਿਸਾਨ ਨੂੰ ਹੱਥ ਖੁੱਲੇ ਛੱਡਿਆ, ਵਪਾਰੀ ਦੇ ਹੱਥ ਬੰਨਿਆ। ਔਰ ਉਹ ਜਿਹੜਾ ਅਸੀਂ ਬਣਾਇਆ ਸੀ ਜਿਹਦੇ ਵਿੱਚ ਮੈਂ ਵੀ ਮਿਨਿਸਟਰ ਸੀਗਾ, ਬਾਦਲ ਸਾਹਿਬ ਦੇ ਟਾਈਮ ਬਣਿਆ ਸੀ, ਉਹਦੇ ਵਿੱਚ ਕਿਸਾਨ ਦੇ ਹੱਥ ਬੰਦੇ ਸੀ। ਇਹ ਪੜ੍ਹ ਕੇ ਤਾਂ ਦੇਖੋ, ਕੋਈ ਮੇਰੇ ਕਹਿਣ ਨਾਲ ਨਹੀਂ ਗੱਲ ਹੈ। ਇਹ ਸਾਰੀ ਚੀਜ਼ ਨੂੰ ਵਿਚਾਰ ਕਰਕੇ ਦੇਖ ਕੇ ਫਿਰ ਗੱਲ ਕਰਨਾ ਚਾਹੀਦਾ ਹੈ। ਜੀ ਜਾਨੀ ਸਾਹਿਬ, ਇੱਕ ਗੱਲ ਇਹ ਤੁਹਾਡੀ ਗੱਲਾਂ ਦੇ ਵਿੱਚੋਂ ਗੱਲ ਇੱਕ ਨਿਕਲੀ ਕਿ ਬਹੁਤ ਮੀਡੀਆ ਇਹ ਗੱਲ ਕਹਿ ਰਿਹਾ ਕਿ ਕਾਲੇ ਕਾਨੂੰਨ ਆਖਿਰ ਇਹਨਾਂ ਦੇ ਵਿੱਚ ਕਾਲਾ ਆ ਜਾਂ ਕੀ ਚਿੱਟਾ ਆ ਜਾਂ ਕੀ ਹੈ ਜਾਂ ਨਹੀਂ ਹੈ? ਜੇ ਕਿਸਾਨਾਂ ਨੂੰ ਨਹੀਂ ਸਮਝ ਤਾਂ ਉਹਨਾਂ ਨੂੰ ਸਮਝਾ ਦਿੱਤੀ ਜਾਵੇ। ਜੇਕਰ ਉਹ ਫਿਰ ਵੀ ਕਿਸਾਨਾਂ ਨੂੰ ਕੋਈ ਉਹਨਾਂ ਦੀ ਕੋਈ ਡਿਮਾਂਡ ਆ, ਮੰਗ ਆ, ਵੈਸੇ ਤਾਂ ਮੈਂ ਇਹ ਗੱਲ ਕਹਿੰਦਾ ਕਿ ਜੇ ਤਾਂ ਛੱਡ ਦੇਣੀ ਚਾਹੀਦੀ, ਜੇ ਕੋਈ ਨਾ ਕੋਈ ਸੋਲਿਊਸ਼ਨ, ਕੋਈ ਹੱਲ ਨਿਕਲਦਾ ਆ ਕੋਈ ਸੋਧ ਕਰਕੇ, ਕਿਉਂਕਿ ਬਹੁਤ ਇਨੋਸੈਂਟ ਲੋਕ ਨੇ ਜਿਹੜੇ ਕਿ ਵਿਚਾਰੇ ਦਿੱਲੀ ਤੋਂ ਪੰਜਾਬ ਤੋਂ ਦਿੱਲੀ ਗਏ, ਬਹੁਤ ਇਨੋਸੈਂਟ ਲੋਕ ਜਿਹੜੇ ਕਿ ਮਾਰੇ ਗਏ ਜਾਂ ਧਰਨੇ ਦੇ ਵਿੱਚ ਜਾਂ ਕੋਈ ਹੈਪਨ ਹੋਇਆ, ਕੁਝ ਹੋ ਗਿਆ। ਤਕਰੀਬਨ ਮੇਰਾ ਖਿਆਲ ਆ ਕਿ 400-500 ਦੇ ਲਾਗੇ, ਤਕਰੀਬਨ 500 ਤੋਂ 500 ਤੋਂ ਉੱਪਰ ਜਿਹੜੀ ਡੈਥ ਹੋ ਚੁੱਕੀ। ਉਹ ਇਨੋਸੈਂਟ ਲੋਕ ਮਾਰੇ ਗਏ। ਆਖਰ ਉਹਨਾਂ ਦੀ ਜ਼ਿੰਮੇਵਾਰੀ ਕੌਣ ਹੋ ਸਕਦਾ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਕਈ ਪਰਿਵਾਰ ਦੇ ਜੀ ਘਰ ਚਲਾਉਣ ਵਾਲੇ ਸੀ ਉਹ ਚਲੇ ਗਏ? ਜੀ ਜਾਨੀ ਸਾਹਿਬ, ਤੇ ਗੱਲ ਸੁਣੋ ਮੇਰੀ ਕਿ ਤੁਸੀਂ ਕਹਿੰਦੇ ਹੋ ਵੀ 500 ਮਾਰੇ ਗਏ ਕਿਵੇਂ? ਕੋਈ ਗੋਲੀ ਚੱਲੀ? ਕੀ ਹੋਇਆ? ਵੀ ਠੀਕ ਹੈ, ਉੱਥੇ ਉਹਦੇ ਹੱਥ ਜੋੜ ਕੇ ਮੋਦੀ ਸਾਹਿਬ ਨੇ ਵੀ ਕਿਹਾ ਸੀ, ਸੁਪਰੀਮ ਕੋਰਟ ਨੇ ਵੀ ਕਿਹਾ ਸੀ ਵੀ ਕੋਈ ਬਿਮਾਰ ਹੈ, ਕੋਈ ਬਜ਼ੁਰਗ ਹੈ, ਕੋਈ ਬੱਚੇ ਹੈ, ਉਹਨਾਂ ਨੂੰ ਇੱਥੇ ਨਾ ਰੱਖਿਆ ਜਾਵੇ। ਸਾਰਿਆਂ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਸੀ। ਇਹ ਤਾਂ ਗੁਨਾਹਗਾਰੀ ਜਥੇਬੰਦੀਆਂ ਦੀ ਹੈ। ਜਥੇਬੰਦੀਆਂ ਜਿਹੜੀ ਝੂਠ ਮਾਰ ਕੇ ਲੋਕਾਂ ਨੂੰ, ਮੇਰੀ ਗੱਲ ਸੁਣੋ, ਕਾਨੂੰਨ ਦੇ ਵਿੱਚ ਕਿੱਥੇ ਕਿਸੇ ਦੀ ਜ਼ਮੀਨ ਜਾਂਦੀ ਹੈ? ਮੈਨੂੰ ਦੱਸੋ, ਕੋਈ ਜ਼ਮੀਨ ਅਡਾਣੀ ਅਬਾਣੀ ਕਿਸੇ ਦੀ ਜ਼ਮੀਨ ਲਿਜਾ ਸਕਦਾ ਹੈ? ਕਿੱਥੇ ਕਿਸੇ ਦੀ ਹਿੰਮਤ? ਜੱਟ ਤਾਂ ਵੱਟ ਨਹੀਂ ਦਿੰਦਾ, ਜ਼ਮੀਨ ਕਿੱਥੋਂ ਦੇ ਦੂਗਾ? ਮਤਲਬ ਕੀ ਹੈ ਕਿ ਝੂਠ ਮਾਰ ਕੇ ਲੋਕਾਂ ਨੂੰ ਇਹ ਉੱਥੇ ਲੈ ਗਏ। ਤੁਸੀਂ ਜਿਵੇਂ ਕਹਿੰਦੇ ਸਮਝਾ ਨਹੀਂ ਸਕਦੇ। ਉਹ ਤੁਹਾਡੀ ਕੋਈ ਗੱਲ ਹੋਵੇ, ਲਾਡੀ ਸਾਹਿਬ ਤੁਹਾਡੀ ਗੱਲ ਹੋਵੇ, ਤੁਹਾਡੀ ਗੱਲ ਹੋਵੇ, ਤੁਸੀਂ ਮੈਨੂੰ ਕੋਲ ਹੀ ਨਾ ਲੱਗਣ ਦਿਓ। ਔਰ ਮੈਂ ਜੇਕਰ ਕੋਈ ਗੱਲ ਕਰਾਂ ਤੁਸੀਂ ਮੇਰੇ ਗਲ ਪੋ, ਮੇਰੇ ਕੋਲ ਸਮਝਣ ਦੀ ਕੋਸ਼ਿਸ਼ ਨਾ ਕਰੋ ਤਾਂ ਮੈਂ ਕੀ ਸਮਝਾਵਾਂ? ਮੈਂ ਤਾਂ ਆਪ ਚੈਨਲ ਦੇ ਵਿੱਚ ਕਿਹਾ ਸੀ, ਮੇਰੇ ਨਾਲ ਜਦੋਂ ਡਿਬੇਟ ਹੁੰਦੀ ਸੀ, ਮੈਂ ਕਿਹਾ ਯਾਰ ਤੁਸੀਂ ਮੈਨੂੰ ਸਮਝਾ ਦਿਓ। ਮੈਂ ਨਿਰੋਲ ਕਿਸਾਨ ਆ, ਮੇਰੇ ਕੋਲ ਹੋਰ ਕੋਈ ਬਿਜ਼ਨਸ ਨਹੀਂ ਹੈ। ਮੈਂ ਤੁਹਾਨੂੰ ਸਹੀ ਦੱਸਣਾ ਕਿ ਮੈਂ ਜੇ ਗੱਲ ਕਹਿ ਰਿਹਾ, ਇਹ ਮੀਡੀਆ ਦੇ ਵਿੱਚ ਗੱਲ ਜੇ ਕਹੀ ਜਾਵੇ, ਇਹ ਮਤਲਬ ਕਦੇ ਵੀ ਇਹਨੂੰ ਦੇਖਿਆ ਜਾ ਸਕਦਾ ਹੈ। ਮੈਂ ਨਿਰੋਲ ਕਿਸਾਨ ਆ, ਸਵਾ ਖੇਤੀਬਾੜੀ ਔਰ ਜੱਦੀ ਜਦਾਦ ਹੈ ਮੇਰੇ ਕੋਲ, ਕੋਈ ਜ਼ਮੀਨਾਂ ਮੁੱਲ ਨਹੀਂ ਲਈਆਂ।
ਉਸ ਟਾਈਮ ਦੀ ਦਾਦਾ ਪੜਦਾਦਾ ਨੇ ਜਿਹੜਾ ਅੰਗਰੇਜ਼ਾਂ ਨੇ ਸਾਨੂੰ ਅਲਾਟ ਕੀਤੀ ਸੀ, ਉਹ ਜ਼ਮੀਨਾਂ ਸਾਡੇ ਕੋਲ ਅਸੀਂ ਉਭਾਰ ਰਹੇ ਹਾਂ। ਇਹਦੇ ਇਲਾਵਾ ਮੇਰੇ ਕੋਲ ਨਾ ਜੀ ਪੈਟਰੋਲ ਪੰਪ ਹੈ, ਨਾ ਟਰਾਂਸਪੋਰਟ ਹੈ, ਕੁਝ ਵੀ ਮੈਂ ਕਾਰੋਬਾਰ ਜਿਹੜਾ ਮੇਰਾ ਜ਼ਿੰਦਗੀ 'ਚ 65 ਸਾਲ 'ਚ ਮੈਂ ਨਹੀਂ ਕੀਤਾ। ਠੀਕ ਅੱਗੇ ਮੁੰਡੇ ਕੁਝ ਕਰਨ ਤਾਂ ਕਰਨ, ਨਾ ਕਰਨ ਤਾਂ ਨਾ ਕਰਨ, ਮੈਂ ਖੇਤੀਬਾੜੀ ਤੇ ਜੀ ਨਿਰਭਰ ਕਰਦਾ। ਤੇ ਮੈਂ ਮੇਰੇ ਕੋਲ ਕੋਈ ਸਮਝੇ, ਮੈਂ ਕਿਹਾ ਵੀ ਮੈਨੂੰ ਸਮਝਾ ਦਿਓ। ਮੈਂ ਪਹਿਲਾਂ ਕਿਸਾਨ ਆ, ਫਿਰ ਮੇਰੇ ਕੋਲ ਪਾਰਟੀ ਹੈ, ਪਹਿਲੇ ਮੇਰੀ ਰੋਟੀ ਹੈ, ਫਿਰ ਮੇਰਾ ਕੋਈ ਧੰਦਾ ਹੈ। ਜੇ ਰੋਟੀ ਮੇਰੀ ਜੀ ਜਾਂਦੀ ਹੈ ਤਾਂ ਮੈਂ ਕੀ ਲੈਣਾ, ਤੁਸੀਂ ਮੈਨੂੰ ਸਮਝਾ ਦਿਓ, ਮੈਂ ਤੁਹਾਡੇ ਨਾਲ ਖੜ ਜਾਣਾ। ਔਰ ਮੈਂ ਮਰਨ ਵਰਤ ਤੇ ਭੁੱਖ ਤੇ ਬਹਿ ਜਾਣਾ, ਮੈਂ ਮੋਦੀ ਸਾਹਿਬ ਦੀ ਅਮਿਤ ਸ਼ਾਹ ਦੀ ਕੋਠੀ ਅੱਗੇ ਬਹਿ ਜਾਣਾ ਵੀ ਗਲਤ ਹੈ। ਵੀ ਮੈਨੂੰ, ਮੈਂ ਤਾਂ ਕਹਿੰਦਾ ਕਾਨੂੰਨ 30 ਸਾਲ ਪਹਿਲੇ ਆਣੇ ਚਾਹੀਦੇ। ਮਾੜਾ ਕੀ ਹੈ ਇਹਦੇ ਵਿੱਚ? ਕੰਟੈਕਟ ਫਾਰਮਿੰਗ ਹੈ, ਉਹ ਸਾਨੂੰ ਕੋਈ ਕੰਪੈਲ ਤਾਂ ਨਹੀਂ ਕੀਤਾ, ਕੰਪਲਸਰੀ ਤਾਂ ਨਹੀਂ ਵੀ ਅਸੀਂ ਜ਼ਰੂਰੀ ਖੇਤੀ ਕੰਟੈਕਟ ਤੇ ਦੇਣੀ, ਨਾ ਦਿਓ, ਦੇਣੀ ਹੈ ਦਿਓ, ਨਾ ਦੇਣੀ ਨਾ ਦਿਓ। ਸਾਨੂੰ ਤਾਂ ਉਲਟਾ ਛੂਟ ਦਿੱਤੀ ਹੈ, ਮੰਡੀ 'ਚ ਵੇਚੋ, ਬਾਹਰ ਵੇਚੋ, ਮਰਜ਼ੀ ਹੈ ਸਾਡੀ। ਸਾਡੇ ਤੇ ਕਿਤੇ ਫੋਰਸਲੀ ਕੋਈ ਬੈਨ ਤਾਂ ਨਹੀਂ। ਕਾਨੂੰਨ ਕਾਲਾ ਤਾਂ ਹੁੰਦਾ ਹੈ। ਕਾਲਾ ਕਾਨੂੰਨ ਤਾਂ ਜਦੋਂ ਆਇਆ ਸੀ, ਮਤਲਬ ਇੰਦਰਾ ਗਾਂਧੀ ਲੈ ਕੇ ਆਏ ਸੀ, ਜ਼ਮੀਨਾਂ ਜਿਹੜੀ ਸਰਪਲਸ ਕਿਸਾਨਾਂ ਦੀ ਕੱਢੀ, ਸਾਨੂੰ ਅੰਗਰੇਜ਼ਾਂ ਨੇ ਜ਼ਮੀਨ ਅਲਾਟ ਕੀਤੀ, ਸਾਡੇ ਬਜ਼ੁਰਗਾਂ ਨੇ ਬੀੜ ਬੁੱਝੇ, ਸਿੱਧੀ ਪੱਟ ਕੇ ਸਿੱਧੇ ਕੀਤੇ, ਔਰ ਇਹ ਸਰਪਲਸ ਐਕਟ ਇੰਦਰਾ ਗਾਂਧੀ ਲੈ ਕੇ ਆਈ ਸੀ, ਔਰ ਧੱਕੇ ਨਾਲ ਸਾਡੀ ਜ਼ਮੀਨਾਂ ਖੋਈਆਂ ਗਈਆਂ ਸੀ। ਔਰ ਉਹ ਕਾਲਾ ਕਾਨੂੰਨ ਤਾਂ ਉਹ ਸੀ। ਇਹਦੇ ਵਿੱਚ ਕਿਹੜਾ ਕਾਨੂੰਨ ਹੈ ਕਾਲਾ ਹੈ? ਕੰਟੈਕਟ ਫਾਰਮਿੰਗ, ਜਿਹੜੇ ਬਾਹਰ ਰਹਿੰਦੇ ਨੇ, ਤੁਸੀਂ ਜਿਹੜੇ ਬਾਹਰ ਮੇਰੇ ਸਾਥੀ, ਸਾਡੇ ਦੋਸਤ, ਸਾਡੇ ਬੜੇ ਮਿੱਤਰ ਬਾਹਰ ਰਹਿੰਦੇ ਨੇ, ਉਹ ਪਿੱਛੇ ਕੰਟੈਕਟ ਜੀ ਫਾਰਮਿੰਗ ਨਹੀਂ ਕਰ ਰਹੇ, ਠੇਕੇ ਤੇ ਖੇਤੀ ਨਹੀਂ ਦੇ ਰਹੇ। ਤੇ ਠੇਕੇ ਤੇ ਜੀ ਖੇਤੀ ਦੇਣ ਦੇ ਹੀ ਕਾਨੂੰਨ ਦੇ ਵਿੱਚ ਹੈ, ਔਰ ਮਰਜ਼ੀ ਹੈ ਮੰਡੀ ਤੇ ਮਰਜ਼ੀ ਵੇਚੋ। ਤੇ ਪਰ ਇਹਦੇ ਵਿੱਚ ਕਾਲਾ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਨਾ। ਕਾਲੇ ਵਾਲੀ ਕੋਈ ਗੱਲ ਨਹੀਂ ਹੈਗੀ, ਇਹ ਚੀਜ਼ ਨੂੰ ਬਣਾਈ ਗਈ ਹੈ ਰਾਜਨੀਤੀ, ਜਿਹੜਾ ਇਹਦੇ ਵਿੱਚ ਲੋਕ ਜਿਹੜਾ ਫਾਇਦਾ ਲੈ ਰਹੇ। ਗਿਆਨੀ ਸਾਹਿਬ ਨੇ ਇਹ ਗੱਲ ਜ਼ਰੂਰ ਸਮਝਾ ਦਿੱਤੀ ਕਿ ਕਾਨੂੰਨ ਕਾਲਾ ਕੁਛ ਨਹੀਂ ਹੈ, ਹਾਂਜੀ ਪਰ ਫਿਰ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ। ਪੰਜਾਬ ਦੇ ਵਿੱਚ ਜਿਹੜੀ ਕਿ ਸਿਆਸੀ ਧਿਰਾਂ ਨੇ, ਬਿਲਕੁਲ ਇਸ ਵਕਤ ਸਿਆਸੀ ਦੰਗਲ ਭਖਿਆ ਹੋਇਆ, ਤਕਰੀਬਨ ਇਹ ਗੱਲਾਂ ਕਹਿ ਰਹੀਆਂ ਨੇ ਕਿ ਕਾਲੇ ਸਾਡੀ ਸਰਕਾਰ ਆਊਗੀ ਕਾਨੂੰਨ ਰੱਦ ਕਰਵਾਵਾਂਗੇ। ਹਾਂਜੀ ਹਾਲਾਂਕਿ ਕਈ ਸਰਕਾਰਾਂ ਜਿਹੜੀਆਂ, ਮੈਂ ਇਹ ਨਹੀਂ ਗੱਲ ਕਹਿੰਦਾ ਕਿ ਜੀ ਇਹ ਕਾਨੂੰਨ ਕਾਲਾ ਹੀ ਹੈ ਨਹੀਂਗਾ, ਤੇ ਫਿਰ ਇਹ ਰਾਜਨੀਤੀ ਕਿਉਂ ਕੀਤੀ ਜਾ ਰਹੀ? ਗਿਆਨੀ ਸਾਹਿਬ, ਜਿਹੜੇ ਕਿ ਕਿਸਾਨ ਇਸ ਵਕਤ ਬੈਠੇ ਨੇ, ਉਹਨਾਂ ਨਾਲ ਇਹ ਕਿਉਂ ਕੀਤਾ ਜਾ ਰਿਹਾ ਵੀ ਕਾਨੂੰਨ ਕਾਲੇ ਸਾਡੀ ਸਰਕਾਰ ਆਊਗੀ ਰੱਦ ਕਰਵਾਵਾਂਗੇ? ਜੀ ਗਿਆਨੀ ਸਾਹਿਬ। ਦੇਖੋ, ਇੱਥੇ ਵੋਟਾਂ ਦੇ ਵਾਸਤੇ ਬੜੀਆਂ ਬੜੀਆਂ ਝੂਠ ਜਿਹੜੀ ਹੈ, ਤੁਸੀਂ ਦੇਖ ਰਹੇ ਹੋ ਕੈਪਟਨ ਸਾਹਿਬ ਨੇ ਸਰਕਾਰ ਬਣਾਈ, ਗੁਟਕਾ ਸਾਹਿਬ ਦੀ ਕਸਮ ਖਾ ਕੇ, ਨਸ਼ਾ ਮੈਂ ਜਿਹੜਾ ਹੈ ਬਿਲਕੁਲ ਨਸ਼ਾ ਮੁਕਤ ਕਰ ਦਿਆਂਗਾ ਪੰਜਾਬ, ਔਰ ਮੈਂ ਕਰਜ਼ਾ ਕਿਸਾਨ ਦਾ ਜਿਹੜਾ ਹੈ ਆੜਤੀਏ ਦਾ ਵੀ ਦੇ ਦੂੰ, ਬੈਂਕਾਂ ਦਾ ਵੀ ਦੇ ਦੂੰ, ਸੁਸਾਇਟੀਆਂ ਦੇ ਵੀ ਦੇ ਦੂੰ। ਕਿੱਡੀਆਂ ਕਿੱਡੀਆਂ ਝੂਠਾਂ ਮਾਰਦੇ ਆ, ਦੱਸੋ। ਝੂਠ ਮਾਰ ਕੇ ਵੋਟ, ਦੇਖੋ ਗੱਲ ਸੁਣੋ, ਮਤਲਬ ਰਾਜਨੀਤੀ ਵਾਸਤੇ ਅਸੀਂ ਬਹੁਤ ਜ਼ਿਆਦਾ ਨੀਚੇ ਗਿਰ ਜਾਂਦੇ ਆ, ਔਰ ਵੋਟ ਵਾਸਤੇ ਸਾਰਾ ਅਸੀਂ ਆ ਨਹੀਂ ਦੇਖਦੇ ਸਾਡੇ ਸੂਬੇ ਦੇ ਨੁਕਸਾਨ ਹੋ ਰਿਹਾ ਹੈ, ਸਾਡੇ ਭਾਈਚਾਰੇ ਦੇ ਵਿੱਚ ਨੁਕਸਾਨ ਹੋ ਰਿਹਾ ਹੈ। ਔਰ ਸਾਡਾ ਭਾਈਚਾਰਾ ਅਗਰ ਜਿੰਦਾ ਰਹੇਗਾ ਤਾਂ ਅਸੀਂ ਅਗਰ ਫਿਰ ਜਿੰਦੇ ਰਾਂਗੇ। ਅਸੀਂ ਭਾਈਚਾਰੇ ਨੂੰ ਖਰਾਬ ਕਰਕੇ ਅਗਰ ਰਾਜਨੀਤਿਕ ਕੁਰਸੀਆਂ ਤੇ ਬਹਿ ਵੀ ਜਾਵਾਂਗੇ ਤਾਂ ਸਾਨੂੰ ਕੀ ਮਿਲੇਗਾ? ਸਾਡਾ ਪ੍ਰੇਮ ਰਹਿਣਾ ਚਾਹੀਦਾ ਹੈ, ਸਾਡੇ ਸੂਬੇ ਤਰੱਕੀ ਕਰਨੇ ਚਾਹੀਦੇ ਹੈ। ਸਾਨੂੰ ਝੂਠ ਮਾਰ ਮਾਰ ਕੇ ਰਾਜਨੀਤੀ, ਜਿਹੜੀ ਰਾਜਨੀਤੀ ਨੇ ਬੇੜਾ ਗਰਕ ਕਰਤਾ ਮੇਰੇ ਦੇਸ਼ ਦਾ, ਮੇਰੇ ਸੂਬੇ ਦਾ ਔਰ ਮੇਰੇ ਲੋਕਾਂ ਦਾ। ਅੱਜ ਕੀ ਹੈ, ਜਥੇਬੰਦੀਆਂ ਦੀ ਕੀ ਗੱਲ ਹੈ? ਜਿਹੜੀ ਕਿਸਾਨ ਜਥੇਬੰਦੀਆਂ ਹੈ, ਇਹਨਾਂ ਨੂੰ ਇਹ ਪੁੱਛ ਲਓ ਤੁਸੀਂ ਚਾਹੁੰਦੇ ਕੀ ਹੋ? ਤੁਸੀਂ ਕਾਨੂੰਨ ਦੀ ਗੱਲ ਛੱਡੋ, ਕਿਸਾਨ ਹਿੱਤ ਵਿੱਚ ਕੀ ਚਾਹੁੰਦੇ ਹੋ? ਮੈਂ ਇੱਕ ਗੱਲ ਕਹੀ ਸੀ ਅਮਿਤ ਸ਼ਾਹ ਜੀ ਨਾਲ ਜਦੋਂ ਮੇਰੀ ਗੱਲ ਹੋਈ, ਮੈਂ ਕਿਹਾ ਅਮਿਤ ਸ਼ਾਹ ਜੀ, ਪੰਜਾਬ ਦੇ ਵਿੱਚ ਕਿਸਾਨਾਂ ਦੇ ਆਤਮ ਹੱਤਿਆ ਕਰਨ ਦਾ ਕਾਰਨ ਹੈ ਕਰਜ਼ਾ। ਤੁਸੀਂ ਸਾਨੂੰ ਕਰਜ਼ਾ ਮੁਕਤ ਕਰਾਓ, ਮੁਫਤ ਨਾ ਕਰਾਓ, ਕਰਜ਼ਾ ਮੁਕਤ ਕਰਾਓ। ਜੋ ਕਿ ਕਿਵੇਂ? ਮੈਂ ਕਿਹਾ ਜੀ ਸਾਨੂੰ ਵਿਆਜ ਜਿਹੜਾ ਹੈ, ਪੰਜਾਬ ਦੇ ਕਿਸਾਨ ਨੂੰ ਵਿਆਜ ਖਾ ਗਿਆ, ਜਿਹੜਾ ਅਸੀਂ ਵਿਆਜ ਭਰਦੇ ਆ, ਉਹ ਵਿਆਜ ਸਾਡਾ ਪਿੱਛੋਂ ਛੁਡਾ ਦਿਓ, ਮੂਲ ਅਸੀਂ ਭਰਨ ਨੂੰ ਤਿਆਰ ਹੈਗੇ ਆ, ਉਹ ਮੂਲ ਦੀ ਕਿਸ਼ਤਾਂ ਬੰਦਾ ਲਿਓ। ਅਸੀਂ ਅੱਜ ਡਿਫਾਲਟਰ ਹੋ ਗਏ ਸਾਰੇ। ਅੱਜ ਪੰਜਾਬ ਦੇ ਵਿੱਚ ਅਗਰ ਕਿਸੇ ਦੀ ਜ਼ਮਾਨਤ ਕਰਾਣੀ ਪਏ ਤਾਂ ਸਾਨੂੰ ਜ਼ਮਾਨਤੀਆ ਨਹੀਂ ਮਿਲਦਾ। ਅਗਰ ਗਰੰਟਰ ਕਿਸੇ ਜ਼ਮੀਨ ਦਾ ਲੈਣਾ ਚਾਹੇ ਤਾਂ ਗਰੰਟਰ ਨਹੀਂ ਮਿਲਦਾ। ਸਾਡੀ ਸਾਰੀਆਂ ਜ਼ਮੀਨਾਂ ਬੈਂਕਾਂ 'ਚ ਪਲਜ ਪਈ ਹੈ, ਅਸੀਂ ਕਰਜ਼ੇ ਥੱਲੇ ਨੱਪੇ ਪਏ ਆ। ਸਾਨੂੰ ਕਰਜ਼ੇ ਮੁਕਤੀ ਦੀ ਗੱਲ ਕਰਨੀ ਚਾਹੀਦੀ ਹੈ। ਤਾਂ ਉਹ ਕਹਿੰਦੇ ਜੀ ਦੱਸੋ ਕਿਵੇਂ ਕਰਨਾ ਹੈ? ਮੈਂ ਕਿਹਾ ਜੀ ਤੁਸੀਂ ਬੈਂਕਾਂ ਨੂੰ ਕਹਿ ਕੇ ਵਿਆਜ ਤੋਂ ਪਿੱਛਾ ਛੁਡਾਓ ਇੱਕ ਵਾਰੀ। ਆ ਜਿਹੜਾ ਕਰਜ਼ੇ ਦਾ ਜਾਲ ਹੈ, ਇਹਦੇ ਵਿੱਚ ਕਿਸਾਨ ਜਕੜ ਚੁੱਕਿਆ, ਫਸ ਚੁੱਕਿਆ, ਔਰ ਇਸ ਜਾਲ ਦੇ ਵਿੱਚੋਂ ਸਾਨੂੰ ਕੱਢੋ ਇੱਕ ਵਾਰੀ। ਇੱਕ ਵਾਰੀ ਕੱਢ ਦਿਓਗੇ ਤਾਂ ਫਿਰ ਅਸੀਂ ਲੰਬਾ ਜੀ ਲਾਂਗੇ, ਨਹੀਂ ਤਾਂ ਸਾਡਾ ਹੁਣ ਜੀਣ ਦਾ ਹਾਲ ਨਹੀਂ ਹੈ। ਜਿਹੜੇ ਕਿਸਾਨ ਦੇ ਉੱਤੇ ਕਰਜ਼ਾ ਹੈ ਔਰ ਉਹ ਡਿਫਾਲਟਰ ਹੋ ਚੁੱਕਿਆ ਹੈ, ਉਹਨੂੰ ਕਿੱਥੋਂ ਹੀ ਪੈਸਾ ਨਹੀਂ ਮਿਲਦਾ, ਡੀਜ਼ਲ ਵਾਸਤੇ ਪੈਸਾ ਨਹੀਂ ਮਿਲਦਾ, ਡੀਜ਼ਲ ਵਾਸਤੇ ਉਹਦੀ ਫਸਲ ਸੁੱਕ ਜਾਂਦੀ ਹੈ। ਮਤਲਬ ਇਹ ਸਾਰੀ ਚੀਜ਼, ਉਹ ਕਹਿੰਦੇ ਠੀਕ ਹੈ ਕਿਸਾਨਾਂ ਦੇ ਨਾਲ ਗੱਲ ਕਰਾਓ, ਆਪਾਂ ਇਹ ਗੱਲ ਕਰ ਲੈਂਦੇ ਆ। ਤਾਂ ਅਸੀਂ ਰਾਜੇਵਾਲ ਨੂੰ ਮੈਂ ਕਿਹਾ ਸੀ ਆਪਾਂ ਕਰਜ਼ਾ ਦੀ ਗੱਲ ਕਰੀਏ, ਕ੍ਰਿਸ਼ੀ ਨੀਤੀ ਦੀ ਗੱਲ ਕਰੀਏ, ਕ੍ਰਿਸ਼ੀ ਆਯੋਗ ਬਣਾਈਏ। ਹਿੰਦੁਸਤਾਨ 'ਚ ਕ੍ਰਿਸ਼ੀ ਯੋਗ ਬਣੇਗਾ, ਕ੍ਰਿਸ਼ੀ ਨੀਤੀ ਬਣੇਗੀ। ਅਸੀਂ ਕਿਹੜੀ ਫਸਲ ਕਿੱਥੇ ਬੀਜਣੀ ਹੈ ਔਰ ਸਾਡੀ ਖਪਤ ਕਿੰਨੀ ਹੈ, ਉਹ ਕਿੰਨੇ, ਅਸੀਂ 140 ਕਰੋੜ ਲੋਕ ਕਿੰਨੇ ਅਨਾਜ ਖਾਂਦੇ ਆ, ਕਿੰਨੀ ਸਾਨੂੰ ਤੇਲ ਦੀ ਲੋੜ ਹੈ, ਕਿੰਨੀ ਸਾਨੂੰ ਪਸ਼ੂ ਚਾਰੇ ਦੀ ਲੋੜ ਹੈ, ਕਿੰਨੇ ਪਕਸ਼ੀਆਂ ਨੂੰ ਲੋੜ ਹੈ, ਉਹ ਸਾਰਾ ਆਕਲਨ ਕਰਕੇ ਉਹਦੇ ਬਾਅਦ ਸਾਨੂੰ ਕੀ ਬੀਜਣਾ ਚਾਹੀਦਾ। ਜਿਹੜੀ ਬਾਹਰ ਕਿਸੇ ਦੀ ਡਿਮਾਂਡ ਆ ਅਸੀਂ ਉਹ ਬੀਜੀਏ। ਤੇ ਇਹ ਸਾਰੀ ਗੱਲਾਂ ਅੱਜ ਉਹ ਕਰ ਸਕਦੇ ਨੇ, ਅੱਜ ਉਹ ਕਰਨ ਨੂੰ ਤਿਆਰ ਨਹੀਂ ਹੈ। ਅਸੀਂ ਬੜਾ ਮੱਥਾ ਮਾਰਿਆ ਸੀ
ਕਿ ਤੁਸੀਂ ਇੱਕ ਵਾਰੀ ਬੈਠ ਕੇ ਮੈਨੂੰ ਰਾਜਨਾਥ ਜੀ ਨਾਲ ਗੱਲ ਕਰਾਈ, ਰਾਜਨਾਥ ਜੀ ਕਹਿੰਦੇ ਵੀ ਲਿਆਓ। ਜੀ ਹੋ ਸਕਦਾ ਮੈਂ ਇਹ ਵੀ ਕਿਹਾ ਸੀ ਵੀ ਜ਼ਰੂਰੀ ਨਹੀਂ ਹੈ ਕਿ ਮੈਂ ਕੋਈ ਜ਼ਿਆਦਾ ਸਮਝਦਾਰ ਹਾਂ, ਤੁਸੀਂ ਮੈਨੂੰ ਸਮਝਾ ਸਕਦੇ ਹੋ। ਮੈਂ ਜਦੋਂ ਅਸੀਂ ਵਾਰਤਾਲਾਪ ਕਰਾਂਗੇ ਤਾਂ ਉਹਦੇ ਵਿੱਚ ਵੀ ਅੱਛੀ ਗੱਲ ਨਿਕਲੇਗੀ ਕੋਈ। ਅਸੀਂ ਉਹ ਬੈਠਣ ਨੂੰ ਤਿਆਰ ਹੀ ਨਹੀਂ ਆ। ਉਹ ਕਹਿੰਦੇ ਸੱਦਾ ਪੱਤਰ ਭੇਜੋ, ਮੀਟਿੰਗ ਉੱਥੇ ਜਾ ਕੇ 45-50 ਉਹ ਹੋ ਜਾਂਦੇ ਨੇ, 40-50 ਪੱਤਰਕਾਰ ਹੋ ਜਾਂਦੇ ਨੇ, ਉੱਥੇ ਅਫਸਰ ਹੋ ਜਾਂਦੇ ਜੀ ਨੇ। ਫਿਰ ਏਜੰਡੇ ਤੇ ਗੱਲ ਬੈਠ ਕੇ ਫੈਸਲੇ ਵਾਲੀ ਗੱਲ ਨਹੀਂ ਆ ਸਕਦੀ, ਫਿਰ ਏਜੰਡੇ ਤੇ ਗੱਲ ਜੀ ਰਹਿੰਦੀ ਹੈ। ਤਾਂ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ 5 ਬੰਦੇ ਆ ਕੇ ਆਓ, ਆਪਾਂ ਗੱਲ ਕਰ ਲੈਂਦੇ ਆ। ਰਾਜਨਾਥ ਨੇ ਕਿਹਾ ਵੀ ਹੋ ਸਕਦਾ ਸਾਨੂੰ ਇਸ ਚੀਜ਼ ਦੀ ਸਮਝ ਨਾ ਆਵੇ, ਕਿਸਾਨ ਪੰਜਾਬ ਦਾ ਅਗਰਿਮ ਕਿਸਾਨ ਹੈ, ਤੁਸੀਂ ਸਾਨੂੰ ਚੰਗੀ ਗੱਲ ਦੱਸ ਦਿਓ, ਆਓ ਆਪਾਂ ਬੈਠ ਕੇ ਕਿਸਾਨ ਹਿੱਤ ਵਿੱਚ ਗੱਲ ਕਰ ਲੈਂਦੇ ਆ। ਪਰ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੈ। ਜੀ ਪਰ ਹੁਣ ਜਾਨੀ ਸਾਹਿਬ ਇਹਦੇ ਵਿੱਚ ਇਹ ਵੀ ਆ ਵੀ ਤੁਸੀਂ ਕਹਿੰਦੇ ਕਿਸਾਨ ਗੱਲ ਕਰਨ ਨੂੰ ਤਿਆਰ ਨਹੀਂ, ਦੂਸਰੇ ਪਾਸੇ ਕਿਸਾਨ ਚਿੱਠੀ ਲਿਖ ਰਿਹਾ ਸਰਕਾਰ ਨੂੰ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਸਰਕਾਰ ਵੱਲੋਂ ਰਿਸਪੌਂਸ ਨਹੀਂ ਆ ਰਿਹਾ, ਸਰਕਾਰ ਵੱਲੋਂ ਮੀਟਿੰਗ ਦਾ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਜਿਹੜਾ ਮੇਰੇ ਖਿਆਲ ਆਖਰੀ ਮੀਟਿੰਗ 22 ਜਨਵਰੀ ਦੀ ਹੋਈ ਆ, ਜੀ ਉਸ ਤੋਂ ਬਾਅਦ ਸਰਕਾਰ ਵੱਲੋਂ ਕੋਈ ਰਿਸਪੌਂਸ ਹੀ ਨਹੀਂ ਦਿੱਤਾ ਗਿਆ ਵੀ ਕਿਹਦੇ ਨਾਲ ਗੱਲਬਾਤ ਕਰਨੀ ਆ, ਜਾਂ ਅਸੀਂ ਆਈਏ ਜਾਂ ਤੁਸੀਂ ਸਾਡੇ ਕੋਲ ਆਓ। ਕੋਈ ਕਹਿਣ ਦਾ ਮਤਲਬ ਜਿੱਦਾਂ ਪਹਿਲਾਂ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਹੁੰਦੀਆਂ, ਸਾਰੇ ਜਥੇਬੰਦੀਆਂ ਜਾਂਦੀਆਂ ਸੀ ਨਾ, ਉਸ ਤੋਂ ਬਾਅਦ ਸਰਕਾਰ ਵੱਲੋਂ ਕੋਈ ਰਿਸਪੌਂਸ ਹੀ ਨਹੀਂ ਦਿੱਤਾ ਗਿਆ ਜੀ। ਜੀ ਜਾਨੀ ਸਾਹਿਬ, ਤੇ ਸਰਕਾਰ ਕੀ ਦੇਗੀ? ਪੰਜਾਬ ਵਾਲੀ ਜਥੇਬੰਦੀਆਂ ਇਕੱਠੀ ਹੋ ਕੇ ਗਈ, ਅਸੀਂ ਸਾਡੇ ਬੋਦੇ ਪਕੜਾਤੇ ਉਹਨੂੰ, ਟਕੈਤ ਨੂੰ ਫਕੜਾਤੇ ਬੋਦੇ। ਅੱਜ ਉਹ ਲੀਡਰ ਬਣਿਆ ਫਿਰਦਾ ਟਕੈਤ, ਜਿਹਨੂੰ ਉਹਦੇ ਇਲਾਕੇ 'ਚ ਕੁੱਤੀ ਨਹੀਂ ਪੁੱਛਦੀ ਸੀਗੀ। ਮੈਨੂੰ ਪਤਾ ਹੈ ਜੀ ਜਿਹੜਾ ਸੰਘਰਸ਼ ਪੰਜਾਬ ਨੇ ਕੀਤਾ, ਪੰਜਾਬੀ ਇਕੱਠੇ ਹੋ ਕੇ ਗਏ, ਪੰਜਾਬ ਦਾ ਨੁਕਸਾਨ ਹੋਇਆ, ਪੰਜਾਬ ਦੀ ਹਰੇ ਗਲੀ, ਔਰ ਅਸੀਂ ਸਾਡੇ ਬੋਦੇ ਫੜਾਤੇ ਉਹਨੂੰ, ਕੀ ਨਾ ਟਕੈਤ ਨੂੰ। ਅੱਜ ਉਹ ਟਕੈਤ ਜਿਹੜਾ ਕਹਿੰਦਾ ਹੈ ਕਿ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ, ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ, ਤੇ ਜਿੱਦ ਲੈਟਰ ਵੀ ਲਿਖਦੇ ਆ ਤਾਂ ਇਹ ਲਿਖਦੇ ਵੀ ਕਾਨੂੰਨ ਵਾਪਸ ਕਰੋ। ਅਜੇ ਜਿਹੜੇ ਕਹਿੰਦੇ ਵੀ ਫਸਲ ਦੀ ਜਿਹੜੀ ਹੈ MSP ਦੀ ਗਾਰੰਟੀ ਕਰੋ, ਤਾਂ ਸਰਕਾਰ MSP ਦੀ ਗਾਰੰਟੀ ਕਰਨ ਨੂੰ ਵੀ ਤਿਆਰ ਹੈ। ਨੋ ਪ੍ਰੋਬਲਮ, ਗਾਰੰਟੀ MSP ਸਾਰੀ ਫਸਲਾਂ ਤੇ ਹੈ, ਪਰ ਜਿਹੜੀ ਦੋ ਏਜੰਸੀਆਂ ਸਰਕਾਰ ਦੀ ਖਰੀਦੀਆਂ, ਬਾਕੀ ਏਜੰਸੀਆਂ ਜਿਹੜੀ ਹੈ ਸਟੇਟਾਂ ਦੀ ਖਰੀਦ ਕਰਨੀ ਚਾਹੀਦੀ ਹੈ, ਉਹ ਕਰਦੀ ਨਹੀਂ, ਤਾਂ ਉਹ ਵੀ ਗੱਲ ਕਰਨ ਨੂੰ ਤਿਆਰ ਨੇ। ਇਹ ਤਾਂ ਬਸ ਇੱਕ ਗੱਲ ਕਹਿੰਦੇ ਆ ਵੀ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ। ਤਾਂ ਇਹ ਗੱਲ ਜਿਹੜੀ ਹੈ ਚਿੱਠੀ ਦੇ ਵਿੱਚ ਵੀ ਲਿਖਦੇ ਆ, ਤਾਂ ਸਰਕਾਰ ਨੇ ਹੱਥ ਜੋੜ ਕੇ ਕਹਿਤਾ ਵੀ ਕਾਨੂੰਨ ਵਾਪਸ ਅਸੀਂ ਨਹੀਂ ਕਰ ਸਕਦੇ, ਸਾਡੀ ਮਜਬੂਰੀ ਹੈ। ਤਾਂ ਪਰ ਕਾਨੂੰਨ ਦੀ ਜਿੱਦ ਕਿਉਂ ਕਰਦੇ ਹੋ? ਕਾਨੂੰਨ ਦੀ ਜਿੱਦ ਨਾ ਕਰੋ, ਕਿਸਾਨ ਹਿੱਤ ਦੀ ਗੱਲ ਕਰੋ, ਔਰ ਕਿਸਾਨ ਹਿੱਤ ਦੇ ਵਿੱਚ ਜੋ ਕੁਝ ਚਾਹੀਦਾ ਹੈ, ਕਰਜ਼ੇ ਮਾਫੀ, ਕਿਸਾਨ ਨੂੰ ਕੋਈ ਇੱਕ ਸਮੱਸਿਆ ਹੈ, ਬੜੀ ਸਮੱਸਿਆ, ਅਨੇਕੋ ਅਨੇਕ ਸਮੱਸਿਆ, ਹਰੇਕ ਖੇਤ ਦੀ, ਹਰੇਕ ਖਲਿਆਣ ਦੀ ਅਲੱਗ ਸਮੱਸਿਆ ਹੈ। ਸਾਨੂੰ ਤਾਂ ਬੇਸਹਾਰਾ ਪਸ਼ੂਆਂ ਦੀ ਕਿੰਨੀ ਸਮੱਸਿਆ ਹੈ, ਸਾਨੂੰ ਅੱਜ ਸਾਡੀਆਂ ਨਹਿਰਾਂ ਸਹੀ ਨਹੀਂ ਹੈ। ਅੱਜ ਦੇਖੋ ਗੱਲ ਸੁਣੋ, ਪੰਜਾਬ ਦੇ ਵਿੱਚ ਹਾਲਾਤ ਕੀ ਹੈ, ਕਈ ਥਾਂ ਤੇ ਅਸੀਂ ਡੁੱਬ ਰਹੇ ਹਾਂ, ਕਈ ਥਾਂ ਤੇ ਅਸੀਂ ਸੁੱਕ ਰਹੇ ਹਾਂ। ਸਾਡੇ ਅੱਜ ਨਹਿਰਾਂ ਦੀ ਬਾਰਾਬੰਦੀ ਚੱਲੀ ਜਾਂਦੀ ਹੈ, ਕਈ ਥਾਂ ਤੇ ਡੁੱਬੀ ਜਾਂਦੀ ਹੈ, ਕਿਉਂ? ਸਾਡਾ ਕੋਈ ਪਲਾਨਿੰਗ ਹੀ ਨਹੀਂ ਹੈ, ਯੋਜਨਾ ਹੀ ਨਹੀਂ ਹੈ। ਅਸੀਂ ਕੋਈ ਇਹਨਾਂ ਸਿਸਟਮ ਤੇ ਗੱਲ ਕਰੀਏ, ਉਹ ਗੱਲ ਅਸੀਂ ਨਹੀਂ ਕਰ ਰਹੇ। ਅਸੀਂ ਕਹਿੰਦੇ ਆ ਅਸੀਂ ਤਾਂ ਗਏ ਆ ਉੱਥੇ ਕਿ ਸਰਕਾਰ ਦੀ ਨੱਕ ਵੱਢਣੀ ਹੈ, ਨੱਕ ਵੱਢਣ ਨੂੰ ਫਿਰਦੇ ਆ। ਦੱਸੋ ਗੱਲ ਥੋੜੀ ਹੈ। ਅਗਰ ਆਪਾਂ ਹਿੱਤ ਚਾਹੁੰਦੇ ਆ, ਕਿਸਾਨ ਹਿੱਤ ਦੇ ਵਿੱਚ ਜੋ ਮਰਜ਼ੀ ਕਰਾ ਲਓ, ਤੇ ਸਰਕਾਰ ਨੇ ਕਹਿਤਾ ਕਰਾਓ ਫਿਰ। ਬਿਲਕੁਲ ਜਾਨੀ ਸਾਹਿਬ, ਬਿਲਕੁਲ ਸੌਰੀ ਜਾਨੀ ਸਾਹਿਬ, ਗੱਲ ਇੱਥੇ ਆ, ਇੱਕ 2022 ਮੈਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਦਾ ਸਵਾਲ ਪੁੱਛਿਆ, ਪਰ ਕੋਈ ਸੋਲਡ ਜਿਹਾ ਸਵਾਲ ਨਹੀਂ ਹੈ। 2022 ਦਾ ਸਿਆਸੀ ਦੰਗਲ ਭਖ ਚੁੱਕਿਆ, ਵੱਖੋ ਵੱਖ ਪਾਰਟੀਆਂ ਵੱਲੋਂ, ਕਿਸੇ ਵੱਲੋਂ ਕਿਹਾ ਜਾ ਰਿਹਾ ਕਿ ਬਿਜਲੀ ਮੁਫਤ ਦਿੱਤੀ ਜਾਊ, ਕਿਸੇ ਵੱਲੋਂ ਕਿਹਾ ਜਾ ਰਿਹਾ ਕਿ ਬਿਜਲੀ ਸਸਤੀ ਦਿੱਤੀ ਜਾਊ। ਪਹਿਲਾਂ ਵੀ ਇਹ ਗੱਲ ਕੈਪਟਨ ਸਾਹਿਬ ਨਾਲ ਇਹ ਗੱਲ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਵੀ ਨਸ਼ਾ ਮੁਕਤ 4 ਹਫ਼ਤਿਆਂ 'ਚ ਹੋ ਜਾਊਗਾ, ਪਰ ਮੈਨੂੰ ਲੱਗਦਾ ਨਹੀਂ ਕਿ ਨਸ਼ਾ ਮੁਕਤ ਹੋਇਆ, ਪਰ ਨਸ਼ਾ ਹੌਲੀ ਹੌਲੀ ਵੱਧਦਾ ਹੀ ਗਿਆ। ਕਿ ਜੇ 2022 ਦੇ ਵਿੱਚ ਬੀਜੇਪੀ ਦਾ ਕਿਸੇ ਨਾਲ ਅਲਾਇੰਸ ਨਹੀਂ ਹੈਗਾ, ਬੀਜੇਪੀ ਦਾ ਇਕੱਲੀਆਂ ਚੋਣਾਂ ਜਾਂ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਨੇ, ਬੀਜੇਪੀ ਕਿਹੜੇ ਏਜੰਡੇ ਲੈ ਕੇ ਚੋਣਾਂ ਲੜੇਗੀ? ਬੀਜੇਪੀ ਕਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕਰੇਗੀ ਕਿ ਲੋਕ ਉਹਨਾਂ ਵਾਅਦਿਆਂ ਨੂੰ ਮੰਨ ਕੇ ਵੋਟਾਂ ਬੀਜੇਪੀ ਨੂੰ ਪਾਉਣਗੇ? ਜੀ ਜਾਨੀ ਸਾਹਿਬ। ਲਾਡੀ ਜੀ, ਮੈਨੂੰ ਮੇਰੇ ਹਿੰਦੁਸਤਾਨ ਦੀ ਪਬਲਿਕ ਜਿਹੜੀ ਹੈ ਉਹ ਗੁੰਮਰਾਹ ਹੋ ਰਹੀ ਹੈ। ਦੱਸੋ ਹੁਣ ਮੁਫਤ ਦੇਣਾ ਹੈ, ਉਹ ਕੈਪਟਨ ਸਾਹਿਬ ਨੇ ਆਪਦੀ ਜੇਬ ਤੋਂ ਦੇਣਾ, ਜਾਂ ਕੇਜਰੀਵਾਲ ਕਹਿੰਦਾ ਜੇਬ ਦੇ ਸਾਡੇ ਤੇ ਹੀ ਪੈਣਾ ਹੈ? ਸਾਨੂੰ ਮੁਫਤ ਕੋਈ ਚੀਜ਼ ਨਹੀਂ ਮੰਗਣੀ ਚਾਹੀਦੀ ਹੈ, ਮੁਫਤ ਲੈਣੀ ਨਹੀਂ ਚਾਹੀਦੀ ਹੈ, ਸਾਨੂੰ ਸੁਵਿਧਾ ਲੈਣੀ ਚਾਹੀਦੀ ਹੈ, ਸਾਡਾ ਕਾਰੋਬਾਰ ਚੱਲਣਾ ਚਾਹੀਦਾ ਹੈ, ਸਾਨੂੰ ਨੌਕਰੀਆਂ ਮਿਲਣੀ ਚਾਹੀਦੀ ਹੈ। ਮੁਫਤ ਦਾ ਕੀ ਗੱਲ ਹੈ? ਅਗਰ ਮੁਫਤ ਕੌਣ ਦਿੰਦਾ ਹੈ? ਕੇਜਰੀਵਾਲ ਆਪਦੀ ਜੇਬ ਚੋਂ ਦਿੰਦਾ ਹੈ, ਕੈਪਟਨ ਕੋਈ ਆਪਦੀ ਜੇਬ ਚ ਦੇਊਗਾ, ਚਾਹੇ ਮੋਦੀ ਸਾਹਿਬ ਵੀ ਕਰਨ ਕੋਈ ਜੇਬ ਚੋਂ ਦਿੰਦੇ ਆ, ਪੈਣਾ ਤਾਂ ਸਾਡੇ ਤੇ ਹੀ ਹੈ ਨਾ ਜੀ। ਤਾਂ ਸਾਨੂੰ ਮੁਫਤ ਦੀ ਗੱਲ ਵੀ ਨਹੀਂ ਕਰਨੀ ਚਾਹੀਦੀ, ਸਾਨੂੰ ਕਹਿੰਦੇ ਸਾਨੂੰ ਸਹੂਲੀਅਤ ਦਿਓ, ਸਾਨੂੰ ਬਿਜਲੀ ਦਿਓ, ਸਾਨੂੰ ਪਾਣੀ ਦਿਓ। ਹਾਂ, ਨਜਾਇਜ਼ ਲਿਓ ਨਾ, ਜਾਇਜ਼ ਜਿਹੜੀ ਗੱਲ ਹੈ ਸਾਡੇ ਨਾਲ ਕਰੋ, ਸਾਨੂੰ ਸਹੂਲੀਅਤ ਦਿਓ, ਸਾਡੀ ਆਮਦਨ ਵਧੇਗੀ, ਸਾਨੂੰ ਭਾਅ ਦਿਓ, ਜਿਨਸ ਦਾ ਭਾਅ ਦਿਓ, ਇਹ ਗੱਲ ਠੀਕ ਹੈ। ਸਾਨੂੰ ਲਾਗਤ ਜਿੰਨਾ ਹੈ ਉਹਦੇ ਹਿਸਾਬ ਨਾਲ ਸਾਨੂੰ ਮੁੱਲ ਦਿੱਤਾ ਜਾਵੇ, ਇਹਦੇ ਵਿੱਚ ਕੋਈ ਮਾੜੀ ਗੱਲ। ਮੈਂ ਇਸ ਚੀਜ਼ ਦਾ ਹਾਮੀ ਭਰਦਾ ਕਿ MSP ਦੀ ਗਾਰੰਟੀ ਹੋਣੀ ਚਾਹੀਦੀ ਹੈ, ਪਰ ਸਾਡੀ ਜਥੇਬੰਦੀਆਂ ਅੱਜ ਜਿਹੜੀ ਜਥੇਬੰਦੀਆਂ ਗਈਆਂ, ਇਹ ਸਾਡੇ ਪੰਜਾਬ ਦਾ ਔਰ ਕਿਸਾਨਾਂ ਦਾ ਗਾਣ ਕਰਨ ਲੱਗੀਆਂ। ਗਾਣ ਅੱਜ ਬੜਾ ਸੁਨਹਿਰੀ ਮੌਕਾ ਹੈ,
ਅਗਰ ਅਸੀਂ ਟੇਬਲ ਤੇ ਬੈਠ ਕੇ ਕਿਸਾਨ ਹਿੱਤ ਵਿੱਚ ਗੱਲ ਕਰੀਏ ਤਾਂ ਬੜਾ ਕੁਝ ਲੈ ਕੇ ਆ ਸਕਦੇ ਹਾਂ। ਜੇ ਇਹ ਇਸੇ ਤਰ੍ਹਾਂ ਜਿੱਦਬਾਜ਼ੀ ਦੇ ਵਿੱਚ ਮੁੜ ਕੇ ਆ ਗਏ ਤਾਂ ਸਾਨੂੰ ਕੁਝ ਨਹੀਂ ਮਿਲਣਾ। ਜਾਨੀ ਸਾਹਿਬ ਬਿਲਕੁਲ ਸਰਕਾਰ ਸੈਂਟਰ ਦੇ ਵਿੱਚ ਤੁਹਾਡੀ ਹੈ ਤੇ ਕਿਸਾਨ ਤੁਸੀਂ ਹੈ ਵੀ ਕਿਸਾਨ ਹੋ, ਪੰਜਾਬ ਦੇ ਵੀ ਕਿਸਾਨ ਹੋ, ਪੰਜਾਬ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਜ਼ਰੂਰ ਜਾਂ ਰਾਜਨਾਥ ਸਾਹਿਬ ਨਾਲ ਵੀ ਤੁਹਾਡੀ ਗੱਲ ਹੋਈ, ਫਿਰ ਅਮਿਤ ਸ਼ਾਹ ਜੀ ਦੇ ਨਾਲ, ਗ੍ਰਹਿ ਮੰਤਰੀ ਜੀ ਨਾਲ ਵੀ ਹੋਈ, ਆਖਰ ਮੋਦੀ ਸਾਹਿਬ ਨਾਲ ਵੀ ਤੁਹਾਡੀ ਗੱਲਬਾਤ ਹੁੰਦੀ ਹੈ, ਫਿਰ ਵਿੱਚ ਬਿਲਕੁਲ ਵਿਚੋਲਾ ਬਣ ਕੇ ਤੁਸੀਂ ਹੱਲ ਕਿਉਂ ਨਹੀਂ ਕਰਵਾ ਦਿੰਦੇ? ਦੇਖੋ ਉਹ ਨੇੜੇ ਨਹੀਂ ਲੱਗਣਾ, ਜਾਣਨਾ ਮਹਿਮਾਨ ਮੈਂ ਲਾਡੋ ਦੀ ਬੁਆ, ਉਹ ਕੋਈ ਆ ਗੱਲ ਥੋੜੀ ਹੈ ਕੋਈ ਨੇੜੇ ਲੱਗਣ ਦੇਵੇ। ਮੈਂ ਤਾਂ ਕਿਹਾ ਸੀ ਆਜੋ ਸਾਨੂੰ ਬੁਲਾ ਲਓ, ਸਾਡੇ ਨਾਲ ਗੱਲ ਕਰ ਲਓ। ਉਹ ਸਾਡੇ ਤੇ ਤਾਂ ਬਦਬੂ ਆਂਦੀ ਹੈ ਉਹਨਾਂ ਨੂੰ ਇਹ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਅਗਰ ਪਿੰਡ ਦੇ ਵਿੱਚ ਸਟੇਜ ਲੱਗਣ ਦਿੱਤੀ, ਅਗਰ ਭਾਰਤੀ ਜਨਤਾ ਪਾਰਟੀ ਦੇ ਵਰਕਰ, ਭਾਰਤੀ ਜਨਤਾ ਪਾਰਟੀ ਦੇ ਲੀਡਰ ਅਗਰ ਮੰਚ ਤੇ ਗੱਲ ਲੱਗੇਗਾ, ਲੋਕਾਂ ਨੂੰ ਸਮਝ ਆ ਜਾਊਗੀ ਵੀ ਜ਼ਮੀਨ ਨਹੀਂ ਜਾਣੀ, ਅਸੀਂ ਝੂਠ ਮਾਰ ਕੇ ਲੈ ਗਏ, ਇਹ ਤਾਂ ਆਪਦੀ ਝੂਠ ਛੁਪਾਉਣ ਨੂੰ ਫਿਰਦੇ ਆ। ਬਿਲਕੁਲ ਜੀ, ਆਪਾਂ ਹੁਣ ਲਾਡੀ ਸਾਹਿਬ ਟਾਈਮ ਕਰਕੇ ਆਪਣੇ ਕੋਲ ਬੜੇ ਤੇਜ਼ੀ ਨਾਲ ਨੱਠਾ ਜਾ ਰਿਹਾ। ਆਪਾਂ ਹੁਣ ਕਿਸਾਨ ਅੰਦੋਲਨ ਤੋਂ ਥੋੜਾ ਜਿਹਾ ਹੋਰ ਗਾਂਹ ਵਧੀਏ ਜੀ। ਹੁਣ ਆਪਾਂ 2022 ਤੇ ਆ ਜਾਈਏ, ਕਿਉਂਕਿ ਕਾਫੀ ਗੱਲਬਾਤ ਇਹਦੇ ਤੇ ਜੈਣੀ ਸਾਹਿਬ ਨੂੰ ਵੀ ਸਪਸ਼ਟ ਕਰ ਚੁੱਕੇ ਆ ਤੇ ਦਰਸ਼ਕਾਂ ਨੂੰ ਵੀ ਹੁਣ ਪਤਾ ਹੀ ਆ ਕਿ ਟੀਵੀ ਤੋਂ ਅਕਸਰ ਲਗਾਤਾਰ ਪ੍ਰੋਗਰਾਮ ਚੱਲਦੇ ਰਹਿੰਦੇ। ਜੈਣੀ ਸਾਹਿਬ ਆਪਾਂ ਹੁਣ ਕਿਸਾਨ ਅੰਦੋਲਨ ਤੋਂ ਅੱਗੇ ਵਧੀਏ ਜੀ, 2022 ਵੱਲ ਆਈਏ। ਉਹਦੇ ਵਿੱਚ ਹੁਣ ਇੱਕ ਜਿਹੜਾ ਸੰਤਾਪ ਕਹਿ ਸਕਦੇ ਹਾਂ ਜਾਂ ਫਿਰ ਪੁਰਾਣੇ ਜ਼ਮਾਨੇ ਦੇ ਸਰਾਪ ਕਹਿ ਦਿੰਦੇ ਨੇ, ਸਰਾਪ ਮਿਲ ਗਿਆ ਨਾ। ਪਹਿਲਾਂ ਪੰਜਾਬ ਨੇ ਜੀ ਅੱਤਵਾਦ ਕਹਿ ਕੇ ਜਵਾਨੀ ਮਾਰ ਦਿੱਤੀ ਗਈ, ਵੱਖਵਾਦੀ ਕਹਿ ਕੇ ਮੁਕਾਬਲੇ ਬਣਾਏ ਗਏ, ਫਿਰ ਉਸ ਤੋਂ ਬਾਅਦ ਨਸ਼ਾ ਆ ਗਿਆ, ਨਸ਼ੇ ਦੇ ਨਾਲ ਕਿੰਨੀਆਂ ਮੌਤਾਂ ਹੋ ਗਈਆਂ। ਹੁਣ ਜਿਹੜਾ ਇੱਕ ਤਾਜ਼ਾ ਮਸਲਾ ਹੋਇਆ ਜੀ, ਜਿਵੇਂ ਕਿ ਸ਼ਾਇਦ ਕੱਲ ਪਰਸੋਂ ਦੀ ਗੱਲ ਹੈ, ਐਸੇ ਵੀਕ ਲੰਘੀ ਵੀਕ ਦੀ ਗੱਲ ਆ, ਮੋਹਾਲੀ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਲੀਡਰ ਸੀਗਾ, ਸਟੂਡੈਂਟ ਲੀਡਰ ਸੀਗਾ, ਯੂਨੀਵਰਸਿਟੀ ਦੇ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਤੇ ਹੁਣ ਗੈਂਗਸਟਰ ਵਾਰ ਚਲਾਉਣੀ ਸ਼ੁਰੂ ਹੋ ਚੁੱਕੀ ਆ। ਤੇ ਇਹਨੂੰ ਜਾਣੀ ਸਾਹਿਬ ਤੁਸੀਂ ਕਿੱਦਾਂ ਦੇਖਦੇ ਹੋ ਕਿ ਇੱਕ ਬਹਾਨੇ ਤੋਂ ਦੂਜਾ ਬਹਾਨਾ ਲਾ ਕੇ ਨੌਜਵਾਨਾਂ ਨੂੰ ਗੈਂਗਸਟਰ ਬਣਾਇਆ ਕਿ ਨਹੀਂ? ਸਿਆਸੀ ਪਾਰਟੀਆਂ ਨੇ ਬਣਾਇਆ, ਆਪਣੇ ਹਿੱਤਾਂ ਲਈ ਬਣਾਇਆ, ਤੇ ਹੁਣ ਉਧਰੋਂ ਘਾਣ ਹੋ ਰਿਹਾ ਤੇ ਪੰਜਾਬ ਜਿਹੜਾ ਨੌਜਵਾਨ ਸੀ ਉਹਦੇ ਕੋਲ ਬਾਹਰ ਜਾਣ ਤੋਂ ਬਿਨਾਂ, ਪੰਜਾਬ ਛੱਡਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ। ਤੇ ਤੁਸੀਂ ਜਿਹੜੀ ਬੀਜੇਪੀ ਦੀ ਪਾਰਟੀ ਆ, ਭਾਵੇਂ ਪੰਜਾਬ ਦੇ ਵਿੱਚ ਤੁਸੀਂ ਕਹਿ ਰਹੇ ਕਿ ਸਾਨੂੰ ਗੱਲ ਕਹਿਣ ਦਾ ਹੱਕ ਨਹੀਂ, ਜਾਣੀ ਕਿ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ ਸਾਨੂੰ ਤੇ ਸਾਡਾ ਵਿਰੋਧ ਕੀਤਾ ਜਾ ਰਿਹਾ, ਪਰ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਸੈਂਟਰ ਸਰਕਾਰ ਦੀ ਕੋਈ ਇਦਾਂ ਦੀ ਪਾਲਿਸੀ ਹੈ ਕਿ ਨੌਜਵਾਨ ਉੱਥੇ ਹੀ ਪੜ੍ਹੇ ਲਿਖੇ ਜੀ, ਉੱਥੇ ਹੀ ਸਾਰਾ ਕੁਝ ਕਰੇ, ਨਾ ਕਿ ਬਾਹਰ ਜਾਣ ਦਾ ਰਸਤਾ ਅਪਣਾਵੇ ਜੀ? ਦੇਖੋ ਗੱਲ ਮੈਂ ਦੱਸਾਂ ਤੁਹਾਨੂੰ ਜੀ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਹੈ ਹੀ ਨਹੀਂ, ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਤੁਸੀਂ ਉਹ ਯੂਪੀ ਦੇਖ ਲਓ, ਉੱਤਰ ਪ੍ਰਦੇਸ਼ ਦੇ ਕਿਸ ਤਰ੍ਹਾਂ ਦੀ ਗੜਬੜ ਹੁੰਦੀ ਸੀ, ਕਿਸ ਤਰ੍ਹਾਂ ਉੱਥੇ ਗੈਂਗਸਟਰ ਹੁੰਦੇ ਸੀ, ਕਿਸ ਤਰ੍ਹਾਂ ਸਿਪਾਰੀ ਲੈ ਕੇ ਬੰਦੇ ਮਾਰੇ ਜਾਂਦੇ ਸੀ, ਕਿੱਥੇ ਗਏ ਅੱਜ? ਸਾਰੇ ਦੂਸਰੇ ਸਟੇਟਾਂ ਤੇ ਜਾ ਕੇ ਛੁਪ ਗਏ। ਔਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਸ ਸੂਬਿਆਂ ਤੇ ਆਈ ਹੈ, ਉੱਥੇ ਅਮਨ ਸ਼ਾਂਤੀ ਬਹਾਲ ਹੋਈ ਹੈ, ਜਿੱਥੇ ਵੀ ਆਈ ਹੈ, ਭਾਵੇਂ ਰਾਜਸਥਾਨ ਦੇਖ ਲਓ, ਭਾਵੇਂ ਤੁਸੀਂ ਮੱਧ ਪ੍ਰਦੇਸ਼ ਦੇਖ ਲਓ, ਭਾਵੇਂ ਤੁਸੀਂ ਯੂਪੀ ਦੇਖ ਲਓ, ਤੁਸੀਂ ਭਾਵੇਂ ਕਿੱਥੇ ਦੇਖ ਲਓ। ਜਦੋਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਜ, ਮੈਂ ਲੋਕਾਂ ਨੂੰ ਪ੍ਰਾਰਥਨਾ ਕਰਦਾ ਜੇ ਆ ਜੇ ਤਾਂ ਅਮਨ ਸ਼ਾਂਤੀ ਔਰ ਭਾਈਚਾਰਾ ਜਿਹੜਾ ਕਾਮਯਾਬ ਨਾ ਹੋਵੇ ਤਾਂ ਮੈਂ ਜੋ ਚੋਰ ਨੂੰ ਸਜ਼ਾ, ਜੋ ਮੈਨੂੰ ਸਜ਼ਾ। ਲਾਅ ਐਂਡ ਆਰਡਰ ਹੀ ਨਹੀਂ ਹੈ, ਕਿਸੇ ਨੂੰ ਕੋਈ ਡਰ ਨਹੀਂ ਹੈ ਕਿਸੇ ਚੀਜ਼ ਦਾ। बताओ पंजाब च लगती नहीं कोई सरकार, मतलब कोई बहन बेटी सिर्फ बाहर जा रही, कन्न दे विच बाली है, बाली घर दे बाहर मोटरसाइकिल है, जे बाहर रोटी खा के बाहर निकलते मोटरसाइकिल नहीं मिलता। अज लॉ एंड आर्डर पंजाब च नहीं है, किसी तरह का कोई कंट्रोल नहीं है। तुसी ज्यादा करो यूपी दे विच सरकार की है, भारतीय जनता पार्टी की सरकार है, आंकड़ा कढ़ के देखो। राजस्थान दे विच भारतीय जनता पार्टी सरकार रही, मध्य प्रदेश ते रही, जिथे जिथे भी रही है तुसी जाके देखो, अमन शांति बहाल हुई है, भाईचारा कामयाब होया है। ਇਹ ਚੀਜ਼ਾਂ ਸਾਰੀ ਦੇਖਣ, ਜਿੱਥੇ ਕਾਂਗਰਸ ਦੀ ਜਾਂ ਦੂਸਰਿਆਂ ਦੀ ਸਰਕਾਰ ਹੁੰਦੀ ਹੈ ਫਿਰ ਉੱਥੇ ਗੜਬੜੀ ਹੁੰਦੀ ਹੈ। ਇੱਕ ਨਾਲ ਜੈਨ ਸਾਹਿਬ ਤੁਸੀਂ ਵੀ ਮਿਨਿਸਟਰ ਰਹੇ ਹੋ ਪੰਜਾਬ ਸਰਕਾਰ ਦੇ ਵਿੱਚ, ਜਾਂ ਤੁਸੀਂ ਗੱਲ ਕੀਤੀ ਕੈਬਨਿਟ ਮਿਨਿਸਟਰ ਰਹੇ ਹੋ। ਹੁਣ ਜੀ ਕੋਵਿਡ ਆਇਆ, ਕਰੋਨਾ ਵਾਇਰਸ ਸਾਰੇ ਪਾਸੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ, ਤੇ ਉਹ ਤੁਸੀਂ ਕਿਹੜੇ ਨਜ਼ਰ ਨਾਲ ਦੇਖਦੇ ਹੋ? ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਸਿਹਤ ਮਹਿਕਮਾ ਸੀ, ਕਿਉਂਕਿ ਤੁਸੀਂ ਵੀ ਹੈਲਥ ਮਿਨਿਸਟਰ ਮੇਰੇ ਖਿਆਲ ਰਹਿ ਚੁੱਕੇ ਹੋ ਨੇ, ਤੁਹਾਡੇ ਕੋਲ ਵੀ ਇਹ ਡਿਪਾਰਟਮੈਂਟ ਰਹਿ ਚੁੱਕਾ, ਤੇ ਹੁਣ ਦੇ ਨਾ ਉਦੋਂ ਦੇ ਮੁਕਾਬਲੇ ਦੇ ਵਿੱਚ ਜਿਹੜੇ ਸੀ ਸਿਹਤ ਸਹੂਲਤਾਂ ਜਿਹੜੇ ਲੋਕਾਂ ਨੂੰ ਮਿਲ ਨਹੀਂ ਸਕੀਆਂ, ਜਾਂ ਫਿਰ ਪ੍ਰਾਈਵੇਟ ਹਸਪਤਾਲਾਂ ਵੱਲੋਂ ਲੋਕਾਂ ਦੀ ਰੱਜ ਕੇ ਲੁੱਟ ਕੀਤੀ ਗਈ ਤੇ ਕੀਤੀ ਵੀ ਜਾ ਰਹੀ ਹੈ ਨਾ, ਤੇ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਸਿਹਤ ਸਿਸਟਮ ਸੀਗਾ ਜਾਂ ਜਿਹੜਾ ਹੈਲਥ ਮਿਨਿਸਟਰੀ ਸੀ ਤੁਹਾਡੇ ਕੋਲ ਵੀ ਸੀ, ਉਸ ਦਾ ਕਿੱਦਾਂ ਸੁਧਾਰ ਕੀਤਾ ਜਾ ਸਕਦਾ, ਜਾਂ ਤੁਸੀਂ ਸੁਧਾਰ ਕਿਉਂ ਨਹੀਂ ਕੀਤਾ, ਤੇ ਜਿਹੜਾ ਲੋਕਾਂ ਦੀ ਲੁੱਟ ਜਿਹੜੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਹੋਈ ਜੀ? ਦੇਖੋ ਗੱਲ ਸੁਣੋ, ਮੇਰੇ ਕੋਲ ਸੀਗਾ ਔਰ ਰਿਕਾਰਡ ਦੇਖ ਲਓ ਕੀ ਹੈ।
ਉੱਥੇ ਹੀ ਗੜਬੜ ਨਹੀਂ, ਸਾਰੀ ਦਵਾਈਆਂ ਸੀ, ਸਾਰੀ ਚੀਜ਼ ਸੀ। ਮੈਂ ਰਾਤ ਨੂੰ ਨਿਕਲ ਕੇ ਹਸਪੀਟਲ ਚੈੱਕ ਕਰਦਾ ਸੀ ਔਰ ਡਾਕਟਰਾਂ ਬੁਲਾ ਕੇ ਮੀਟਿੰਗ ਕਰਦਾ ਸੀ। ਹਰੇਕ ਅੱਛਾ, ਮੇਰੇ ਕੋਲ ਜੰਗਲਾਤ ਮਹਿਕਮਾ ਰਿਹਾ, ਤੁਸੀਂ ਉਸ ਹਾਂਜੀ ਮਹਿਕਮੇ ਦੇ ਅਫਸਰਾਂ ਨੂੰ ਪੁੱਛੋ, ਉਸ ਮਹਿਕਮੇ ਦੇ ਜਿਹੜੇ ਅਫਸਰ ਹੈ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਜੰਗਲਾਤ ਮਹਿਕਮੇ ਤੇ ਜਾਣੀ ਮੰਤਰੀ ਸੀ ਉਦੋਂ ਕੀ ਸੀਗਾ। ਹੈਲਥ ਮਹਿਕਮੇ ਦੇ ਅਫਸਰਾਂ ਨੂੰ ਪੁੱਛੋ ਜਾਂ ਉਹ ਰਿਕਾਰਡ ਚੱਕ ਕੇ ਦੇਖੋ। ਦੇਖੋ ਅਸੀਂ ਜਿਸ ਕੁਰਸੀ ਤੇ ਬੈਠ ਗਏ ਅਸੀਂ ਉਹਦੇ ਨਾਲ ਇਨਸਾਫ ਨਹੀਂ ਕਰਾਂਗੇ, ਅਗਰ ਅਸੀਂ ਆਪਦੇ ਸਵਾਰਥ ਔਰ ਭਾਈ ਭਤੀਜੇਵਾਦ ਹੀ ਕਰਾਂਗੇ ਤਾਂ ਫਿਰ ਭਲਾ ਨਹੀਂ ਹੁੰਦਾ। ਅੱਜ ਕੀ ਹੈ, ਪੰਜਾਬ ਦੇ ਵਿੱਚ ਜਿਹੜਾ ਜਿਸ ਕੁਰਸੀ ਤੇ ਬੈਠਾ ਹੈ ਉਸ ਕੁਰਸੀ ਦੇ ਨਾਲ ਇਨਸਾਫ ਨਹੀਂ ਕਰ ਰਿਹਾ, ਆਪਣਾ ਹਿੱਤ ਸੇ ਦੇਖ ਰਿਹਾ, ਆਪਣੀ ਸਾਰੀ ਚੀਜ਼ ਆਪਣਾ ਕੁਝ ਦੇਖ ਰਿਹਾ ਹੈ, ਲੋਕਾਂ ਦਾ ਨਹੀਂ ਦੇਖ ਰਿਹਾ। ਜਦੋਂ ਇੱਕ ਮਿਨਿਸਟਰ, ਇੱਕ ਮੁੱਖ ਮੰਤਰੀ ਹੈ, ਹੁਣ ਮੁੱਖ ਮੰਤਰੀ ਆਪਦੇ ਮੰਤਰੀਆਂ ਨੂੰ ਨਹੀਂ ਮਿਲਦਾ, ਮੰਤਰੀ ਆਪਦੇ ਐਮਐਲਏ ਨੂੰ ਨਹੀਂ ਮਿਲਦਾ, ਐਮਐਲਏ ਆਪਦੀ ਜਨਤਾ ਨੂੰ ਨਹੀਂ ਮਿਲਦਾ, ਦੱਸੋ ਹੁਣ ਕਿਵੇਂ ਗੱਡੀ ਚੱਲੇਗੀ? ਫਿਰ ਤਾਂ ਲਾ ਐਂਡ ਆਰਡਰ ਹੀ ਨਹੀਂ ਹੈ, ਇੱਕ ਦੂਸਰੇ ਦੀ ਗੱਲ ਹੀ ਨਹੀਂ ਹੈ, ਇੱਕ ਦੂਸਰੇ ਦਾ ਮੇਲ ਮਿਲਾਪ ਹੀ ਨਹੀਂ ਹੈ, ਤਾਂ ਫਿਰ ਇਸ ਤਰ੍ਹਾਂ ਹੀ ਹੋਣਾ ਜਿਹੜਾ ਅੱਜ ਹੋ ਰਿਹਾ। ਬਿਲਕੁਲ, ਕਹਿਣ ਦਾ ਮਤਲਬ ਜਾਨੀ ਸਾਹਿਬ ਦਾ ਕਹਿ ਰਿਹਾ ਕਿ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਮੌਜੂਦਾ ਹੈ ਉਹ ਮੰਤਰੀ ਨੇ ਤਸਲੀਆਂ ਨਹੀਂ ਕਰਵਾ ਰਿਹਾ, ਤੇ ਮੰਤਰੀ ਜਿਹੜੇ ਆ ਉਹ ਐਮਐਲਏ ਨੇ ਤਸਲੀਆਂ ਕਰਵਾ ਰਿਹਾ, ਤੇ ਐਮਐਲਏ ਜਨਤਾ ਦੀਆਂ ਤਸਲੀਆਂ ਨਹੀਂ ਕਰਵਾ ਰਿਹਾ। ਪਰ ਜਾਨੀ ਸਾਹਿਬ ਇਹਦੇ ਵਿੱਚ ਇੱਕ ਨਾਲ ਦੀ ਨਾਲ ਜਿਹੜੇ ਤੁਸੀਂ ਇਹ ਗੱਲ ਕੀਤੀ ਹੈ ਇਹਦੇ ਵਿੱਚ ਇੱਕ ਮਸਲਾ ਹੋਰ ਵੀ ਜੁੜ ਜਾਂਦਾ ਨਾ, ਜਿੱਥੇ ਸਿੱਖਿਆ ਦਾ ਪੱਧਰ ਬਹੁਤ, ਸਿੱਖਿਆ ਦਾ ਜਿੱਥੇ ਹੈਲਥ ਦਾ ਪੱਧਰ ਥੱਲੇ ਜਾ ਚੁੱਕਾ, ਉੱਥੇ ਸਿੱਖਿਆ ਦਾ ਪੱਧਰ ਵੀ ਥੱਲੇ ਜਾ ਚੁੱਕਾ। ਸਕੂਲ ਬੰਦ ਪਏ ਸਨ ਕਰੋਨਾ ਦੇ ਦਰਮਿਆਨ, ਆਨਲਾਈਨ ਪੜ੍ਹਾਈਆਂ ਕਰਵਾਈਆਂ ਜਾ ਰਹੀਆਂ ਸੀਗੀਆਂ ਬੱਚਿਆਂ ਨੂੰ, ਫੀਸਾਂ ਵਸੂਲੀਆਂ ਜਾ ਰਹੀਆਂ, ਫੀਸਾਂ ਪੂਰੀਆਂ ਲਈਆਂ ਨੇ, ਉਹਨੇ ਬੱਸਾਂ ਦਾ ਕਿਰਾਇਆ ਵੀ ਲਿਆ ਜਾ ਰਿਹਾ ਨਾ। ਪਰ ਫਿਰ ਉੱਥੇ ਤੁਹਾਨੂੰ ਨਹੀਂ, ਤੁਹਾਡੀ ਪਾਰਟੀ ਦਾ ਜਿਹੜਾ ਵਿਰੋਧ ਕਰਨ ਦਾ ਸੀ ਤਰੀਕਾ ਸੀ, ਜਾਂ ਫਿਰ ਖੁੱਲ ਕੇ ਵਿਰੋਧ ਤੁਸੀਂ ਕਿਉਂ ਨਹੀਂ ਸਰਕਾਰ ਦਾ ਕੀਤਾ ਜੀ? ਜੀ ਜਾਨੀ ਸਾਹਿਬ, ਨਹੀਂ, ਅਸੀਂ ਤਾਂ ਦੇਖੋ ਜਿਹੜੀ ਮਾੜੀ ਗੱਲ ਦਾ ਵਿਰੋਧ ਸਾਡੇ ਪ੍ਰਧਾਨ ਜਿਹੜੇ ਅਸੀਂ ਕਰਦੇ ਹਾਂ, ਅਸੀਂ ਉਹਨਾਂ ਵਿਰੋਧ ਨਹੀਂ ਕਰਦੇ ਜਿਹਦਾ ਗਲਤ ਤਰੀਕਾ ਹੋਵੇ। ਕਾਨੂੰਨ ਤੋਂ ਬਾਹਰ ਜਾ ਕੇ ਅਸੀਂ ਕੋਈ ਗੱਲ ਨਹੀਂ ਕਰਦੇ। ਲਾਅ ਐਂਡ ਆਰਡਰ ਅਸੀਂ ਆਪਦੇ ਹੱਥ ਵਿੱਚ ਨਹੀਂ ਲੈਂਦੇ, ਲਾਅ ਐਂਡ ਆਰਡਰ ਦੇ ਵਿੱਚ ਰਹਿ ਕੇ ਆਪਦੀ ਗੱਲ ਰੱਖੀ ਦੀ ਹੈ। ਸੁਣਾਈ ਕਰਨਾ ਸਰਕਾਰ ਦਾ ਕੰਮ ਹੈ, ਸਰਕਾਰ ਸੁਣੇ ਨਾ ਸੁਣੇ ਅਸੀਂ ਆਪਦਾ ਉਹਨਾਂ ਨੂੰ ਸਚੇਤ ਕਰਨਾ ਹੁੰਦਾ, ਜਗਾਉਣਾ ਹੁੰਦਾ। ਪਰ ਅਗਰ ਕੋਈ ਕਰੇ ਤਾਂ ਕਰੇ, ਨਾ ਕਰੇ ਤਾਂ ਅਸੀਂ ਲਾਅ ਐਂਡ ਆਰਡਰ ਆਪਦੇ ਹੱਥ 'ਚ, ਸਾਡੀ ਭਾਰਤੀ ਜਨਤਾ ਪਾਰਟੀ ਅਸੀਂ ਕਦੇ ਨਹੀਂ ਲੈਂਦੇ ਜੀ ਹਾਂਜੀ ਬਿਲਕੁਲ। ਤੇ ਹਾਂਜੀ ਜਾਨੀ ਸਾਹਿਬ, ਬਿਲਕੁਲ ਗੱਲ ਠੀਕ ਆ ਕਿ 2022 ਦਾ ਇਲੈਕਸ਼ਨ ਜਿਹੜਾ ਕਿ ਨੇੜੇ ਆ ਚੁੱਕਾ ਹੈ, ਸਿਆਸੀ ਪੰਡਤ ਅੰਦਾਜ਼ਾ ਲਾ ਰਹੇ ਨੇ ਕਿ ਇਸ ਪਾਰਟੀ ਦੀ ਸਰਕਾਰ ਬਣੂਗੀ, ਇਸ ਪਾਰਟੀ ਦੀ ਬਣੂਗੀ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਨੇ ਵੀ ਇਹ ਗੱਲ ਕਹਿ ਰਹੇ ਨੇ ਕਿ ਸਿਆਸੀ ਇੱਕ ਸਿੱਖ ਚਿਹਰਾ ਹੋਊਗਾ ਪੰਜਾਬ ਦਾ ਮੁੱਖ ਮੰਤਰੀ, ਤੇ ਬੀਜੇਪੀ ਨੇ ਵੀ ਇਹ ਗੱਲ ਜ਼ਰੂਰ ਪੱਤਾ ਖੇਡਿਆ ਕਿ ਕੋਈ ਦਲਿਤ ਭਾਈਚਾਰੇ ਦੇ ਵਿੱਚੋਂ ਹੀ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ, ਤੇ ਅਕਾਲੀ ਦਲ ਨੇ ਵੀ ਇਹ ਗੱਲ ਕਹਿਤਾ ਕਿ ਡਿਪਟੀ ਮੁੱਖ ਮੰਤਰੀ ਦਲਿਤ ਭਾਈਚਾਰਾ ਹੋਵੇਗਾ। ਤੁਸੀਂ ਕੀ ਵੇਖ ਰਹੇ ਹੋ ਕਿ ਆਉਣ ਵਾਲੇ ਸਮੇਂ ਬੀਜੇਪੀ ਕਿਹੜੇ ਚਿਹਰੇ ਨੂੰ ਅੱਗੇ ਲੈ ਕੇ ਆ ਸਕਦੀ ਹੈ ਵੀ ਜਿਹੜੀ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਲਈ? ਜੀ ਜਾਨੀ ਸਾਹਿਬ, ਨਹੀਂ, ਚਿਹਰਾ ਤਾਂ ਦੇਖੋ ਮਤਲਬ ਕੀ ਹੈ ਕਿ ਇਲੈਕਸ਼ਨ ਅਸੀਂ ਜਦੋਂ ਅਲੱਗ ਹੋ ਗਏ, ਅਸੀਂ ਅਲੱਗ ਇਲੈਕਸ਼ਨ ਲੜਨਾ ਹੈ, ਆਪਦੀ ਗੱਲ ਰੱਖਣੀ ਹੈ, ਲੋਕਾਂ ਦੀ ਮਰਜ਼ੀ ਹੈ, ਲੋਕ ਕਿਹਨੂੰ ਬਣਾਉਂਦੇ। ਦੇਖੋ ਇਹ ਤਾਂ ਲੋਕ ਰਾਜ, ਵੋਟ ਰਾਜ ਹੈ, ਵੋਟ ਕਿਸੇ ਕੋਲ ਧੱਕੇ ਨਾਲ ਤਾਂ ਖੋਏ ਜਾਂਦੇ ਨਹੀਂ। ਆਪਦੀ ਗੱਲ ਅਸੀਂ ਰੱਖਣੀ ਹੈ ਕਿ ਵੀ ਅਸੀਂ ਇਹ ਕੰਮ ਕਰਨੇ ਹੈ ਔਰ ਲੋਕਾਂ ਨੇ ਜੱਜ ਜਾਣੀ ਹੈ, ਤਾਂ ਪਬਲਿਕ ਨੇ ਵੋਟ ਦੇਣਾ ਹੈ। ਜਦੋਂ 117 ਦੇ ਵਿੱਚ ਅਗਰ ਸਾਡੀ ਕੋਈ ਐਜੀ ਗੱਲ ਹੋਈ ਤਾਂ ਉਹਦੇ ਬਾਅਦ ਚਿਹਰੇ ਵੀ ਆ ਜਾਣਗੇ। ਅੱਜ ਅਗਰ ਅਸੀਂ ਕਹੀ, ਅਸੀਂ ਤਾਂ ਅਕਾਲੀ ਦਲ ਦੇ ਨਾਲ ਟੱਚ ਰਹਿੰਦੇ ਸੀ, ਸਾਡੇ ਵਾਸਤੇ ਤਾਂ ਸੂਬਾ ਨਇਆ ਹੈ। ਅਸੀਂ 23 ਤੇ ਅਸੀਂ ਇਲੈਕਸ਼ਨ ਲੜਦੇ ਸੀ ਔਰ 23 ਤੇ ਸਾਡਾ ਕੰਮ ਸੀ। ਬਾਕੀ ਪੂਰੇ ਪੰਜਾਬ 'ਚ ਕੰਮ ਅਸੀਂ ਹੁਣ ਨਵੇਂ ਤੌਰ ਤੇ ਕਰਨਾ ਹੈ, ਤਾਂ ਉਹਦੇ ਵਿੱਚ ਅਸੀਂ ਬੰਦੇ ਵੀ ਸਾਡੇ ਆਣਗੇ, ਇਲੈਕਸ਼ਨ ਲੜਨਗੇ ਵੀ। ਔਰ ਪਾਰਟੀਆਂ ਜਿੱਤਦੀ ਹੈ ਤਾਂ ਵਿਚਾਰ ਨਾਲ ਜਿੱਤਦੀ ਹੈ, ਔਰ ਪਾਰਟੀਆਂ ਅਗਰ ਜਿੱਤਦੀ ਹੈ ਤਾਂ ਆਪਣੇ ਅਸੂਲ ਨਾਲ ਜਿੱਤਦੀ ਹੈ, ਆਪਣੀ ਗੱਲ ਰੱਖਦੀ ਹੈ ਔਰ ਪਬਲਿਕ ਨੂੰ ਗੱਲ ਜੱਚਦੀ ਹੈ, ਤਾਂ ਪਬਲਿਕ ਉਸ ਪਾਰਟੀ ਨੂੰ ਸਿਰ ਮੱਥੇ ਜਿਹੜੀ ਹੈ ਉਹ ਵੋਟ ਪਾ ਕੇ ਕੁਰਸੀਆਂ ਨਵਾਜ਼ ਦਿੰਦੀ ਹੈ। ਤਾਂ ਉਹਦੇ ਬਾਅਦ ਸਾਰਾ ਕੁਝ ਹੋ ਜਾਊਗਾ। ਉਹਦੇ ਵਿੱਚ ਸਾਡੇ ਕੋਲ ਕੋਈ ਬੰਦੇ ਨਹੀਂ ਹੈ, ਕਾਬਿਲ ਬੰਦੇ ਵੀ ਹੈ, ਸਭ ਕੁਝ ਹੈ। ਔਰ ਸਭ ਤੋਂ ਵੱਡੀ ਪਾਰਟੀ ਰਾਸ਼ਟਰ 'ਚ, ਸਭ ਤੋਂ ਵੱਡੀ ਭਾਰਤੀ ਜਨਤਾ ਪਾਰਟੀ ਜਿਹਦੀ ਸਾਡੀ ਮੈਂਬਰਸ਼ਿਪ ਹੈ, ਔਰ ਦੇਸ਼ ਦੇ ਵਿੱਚ ਸਰਕਾਰ ਸਾਡੀ ਦੂਸਰੀ ਵਾਰੀ ਹੈ। ਔਰ ਜਿੱਥੇ ਸਾਡਾ ਇੱਕ ਵਾਰੀ ਮੁੱਖ ਮੰਤਰੀ ਬਣ ਜਾਂਦਾ ਹੈ, ਦੁਬਾਰਾ ਉਹੀ ਬਣਦਾ ਹੈ। ਕਿਉਂ? ਕਿ ਅੱਛੇ ਕੰਮ ਕਰਦੇ। ਆ ਦੇਖਿਆ ਯੂਪੀ 'ਚ ਦੁਬਾਰਾ ਬਣੇਗਾ, ਹਰਿਆਣੇ 'ਚ ਦੁਬਾਰਾ ਬਣ ਗਿਆ, ਜਿੱਥੇ ਜਿੱਥੇ ਤੁਸੀਂ ਦੇਖ ਲਓ, ਜਿੱਥੇ ਸਾਡੀ ਸਰਕਾਰ ਆਈ ਹੈ ਉੱਥੇ ਸਾਡੀ ਬਣਦੀ ਹੈ, ਕਿਉਂਕਿ ਅਸੀਂ ਲੋਕਾਂ ਦੇ ਕੰਮ ਕਰਦੇ ਹਾਂ, ਜੋ ਗੱਲ ਕਹਿੰਦੇ ਆ ਉੱਤੇ ਖਰੇ ਉਤਰਦੇ ਹਾਂ। ਜਾਨੀ ਸਾਹਿਬ, ਬਿਲਕੁਲ ਠੀਕ ਹੈ। ਸਮਾਂ ਵੀ ਤੁਸੀਂ ਆਪਣੇ ਕੱਢਿਆ, ਸਮਾਂ ਆਪਣੀ ਰਫ਼ਤਾਰੇ ਚੱਲਿਆ ਵੀ ਜਾ ਰਿਹਾ, ਪਰ NRI ਭਰਾਵਾਂ ਨੇ ਬਿਲਕੁਲ, NRI ਭਰਾਵਾਂ ਨੂੰ ਕਿਹੜਾ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂਦੇ ਜਾਂਦੇ ਵੀ ਤੁਸੀਂ ਭਾਈ ਆਹ ਪਾਰਟੀ ਨੂੰ ਵੋਟਾਂ ਪਾਇਓ ਜਾਂ ਆਹ ਪਾਰਟੀ ਨੂੰ? ਜਾਂ NRI ਭਰਾ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਲੋਕਾਂ ਦੀ ਤਸੱਲੀ ਨਹੀਂ ਕਰਵਾ ਸਕੀ, ਜਾਂ ਪਹਿਲੀ ਸਰਕਾਰ ਨਹੀਂ ਕਰਵਾ ਸਕੀ, ਜਾਂ BJP ਨਹੀਂ ਕਰਵਾ ਸਕੀ। ਕੀ NRI ਭਰਾਵਾਂ ਨੂੰ, NRI ਵੀਰਾਂ ਨੂੰ ਕੀ ਆਪਣਾ ਸੁਨੇਹਾ ਦੇਣਾ ਚਾਹੁੰਦੇ ਹੋ ਜੀ? ਮੈਂ ਤਾਂ NRI ਭਰਾਵਾਂ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਕਿ ਤੁਸੀਂ ਆਪ ਦੀ ਗੱਲ ਕਹਿਣ ਤੋਂ ਪਹਿਲਾਂ, ਤੁਸੀਂ ਪੰਜਾਬ ਦੇ ਹੋ ਔਰ ਤੁਹਾਡੇ ਤੇ ਬਾਹਰ ਬੈਠੇ ਹੋ, ਤੁਸੀਂ ਬੜੀਆਂ ਤਰੱਕੀਆਂ ਕੀਤੀ ਹੈ ਔਰ ਪੰਜਾਬ ਦਾ ਨਾਮ ਵੀ ਤੁਸੀਂ ਕੀਤਾ ਹੈ,
ਔਰ ਬੜੇ ਸਾਡੇ ਕੋਲ ਜਿੱਥੇ ਜਿੱਥੇ ਚੰਗੀ ਜ਼ਮੀਨਾਂ ਹੈ, ਜਿੱਥੇ ਚੰਗਾ ਕਾਰੋਬਾਰ ਜਿੱਥੇ ਵੀ ਹੈ, ਉੱਥੇ ਸਾਡੇ ਪੰਜਾਬੀ ਬੈਠੇ ਨੇ ਔਰ ਪੰਜਾਬੀਆਂ ਨੇ ਅਸੀਂ ਤਰੱਕੀ ਕੀਤੀ ਹੈ। ਕੋਈ ਵੀ ਗੱਲ ਮੂੰਹ ਤੋਂ ਕਹਿਣ ਤੋਂ ਪਹਿਲਾਂ ਵਿਚਾਰ ਕਰ ਲੈਣ, ਭਾਰਤੀ ਜਨਤਾ ਪਾਰਟੀ ਦੇ ਬਾਰੇ ਵਿਚਾਰ ਕਰ ਲੈਣ, ਆਰਐਸਐਸ ਦੇ ਬਾਰੇ ਵਿਚਾਰ ਕਰ ਲੈਣ। ਦੇਖੋ ਗੱਲ ਮੈਂ ਕਹਿਣਾ ਜੀ ਚਾਹਨਾ, ਤੁਸੀਂ ਕਿਸੇ ਦੀ ਆਲੋਚਨਾ ਕਰਨ ਨਾਲ ਆਲੋਚਨਾ ਨਾ ਕਰੋ, ਤੁਸੀਂ ਉਸ ਚੀਜ਼ ਨੂੰ ਖੁਦ ਪਿਤਾ ਕੇ ਗੱਲ ਕਰੋ। ਮੇਰੀ ਕੋਈ ਆਲੋਚਨਾ ਇੱਕ ਬੰਦਾ ਕਰਦਾ ਹੈ ਤੇ ਉਹ ਦੂਜਾ ਫਿਰ ਕਰਦਾ ਹੈ ਤਾਂ ਤੀਜਾ ਆਟੋਮੈਟਿਕ ਕਰਨ ਲੱਗ ਜਾਂਦਾ ਹੈ, ਜਿਹੜਾ ਮੈਨੂੰ ਨਾ ਦੇਖਿਆ ਹੁੰਦਾ ਨਾ ਮਿਲਿਆ। ਤਾਂ ਤੁਸੀਂ ਘੱਟੋ ਘੱਟ ਜਿਹਦੀ ਆਲੋਚਨਾ ਕਰਨੀ ਹੈ, ਜਿਹਨੂੰ ਵੋਟ ਪਾਣਾ ਹੈ, ਤੁਸੀਂ ਸਾਰਾ ਤੁਹਾਡੇ ਸਾਹਮਣੇ ਹੈ, ਕੋਈ ਅਣਜਾਣ ਨਹੀਂ ਹੈ। ਐਨਆਰਆਈ ਭਰਾ ਉੱਥੇ ਬੈਠੇ ਨੇ, ਸਭ ਨੂੰ ਸਭ ਤੋਂ ਜ਼ਿਆਦਾ ਜਾਣਕਾਰ ਨੇ, ਬੁੱਧੀਜੀਵੀ ਨੇ, ਜਿਨ੍ਹਾਂ ਨੇ ਇੰਨੀ ਕਮਾਈ ਕੀਤੀ ਹੈ ਔਰ ਕੰਮ ਕਰਕੇ ਤਰੱਕੀ ਵੀ ਕੀਤੀ ਹੈ। ਤਾਂ ਉਹਨਾਂ ਅੱਗੇ ਮੇਰੀ ਇੱਕੋ ਹੀ ਪ੍ਰਾਰਥਨਾ ਹੈ, ਭਰਾਵਾਂ ਦੇ ਅੱਗੇ, ਸਾਡੇ ਭਰਾ ਨੇ, ਕੋਈ ਹੋਰ ਨਹੀਂ ਹੈ। ਅਸੀਂ ਉਹ ਬਸ ਸਿਰਫ ਜੋ ਚੀਜ਼ ਦੇਖ ਲੈਣ, ਭਾਰਤੀ ਜਨਤਾ ਪਾਰਟੀ ਦੇ ਬਾਰੇ ਦੇਖ ਲੈਣ। 6 ਸਾਲ ਮੋਦੀ ਸਾਹਿਬ ਦੀ ਸਰਕਾਰ ਰਹੀ ਹੈ। ਅੱਜ ਜਿਹੜਾ ਹੈ ਕਿ ਜਿਹੜੇ ਸਾਡੇ ਬਾਹਰ ਬੈਠੇ ਭਰਾ ਹੈ, ਉਹ ਮੋਦੀ ਸਾਹਿਬ ਨੂੰ ਕਿਸੇ ਹੋਰ ਨਜ਼ਰ ਨਾਲ ਦੇਖ ਰਹੇ ਨੇ। ਪਹਿਲਾਂ ਸਾਨੂੰ ਦੇਖਣਾ ਚਾਹੀਦਾ ਹੈ ਵੀ ਕਾਲੀ ਸੁੱਚੀ ਜਿਹੜੀ, ਦੇਖੋ ਮੋਦੀ ਸਾਹਿਬ ਨੇ ਹਮੇਸ਼ਾ ਹੀ ਇਸ ਜਿਹੜਾ ਮਤਲਬ ਹੈ, ਗੁਰਦੁਆਰੇ ਦੇ ਵਿੱਚ ਸਾਡੀ ਆਸਥਾ, ਗੁਰੂਆਂ ਦੇ ਵਿੱਚ ਜਿਹੜੀ ਸਾਡੀ ਆਸਥਾ ਹੈ, ਮੇਰੀ ਆਸਥਾ ਹੈ, ਸਾਡੀ ਪਾਰਟੀ ਦੀ ਆਸਥਾ ਹੈ, ਤੁਸੀਂ ਉਹਦੇ ਵਿੱਚ ਜਾ ਕੇ ਦੇਖੋ। ਸਾਡੇ ਵਿੱਚ ਕਿੱਥੇ ਹੀ ਦੋ ਬਾਤ ਨਹੀਂ ਹੈ, ਕਿੱਥੇ ਜਾਤੀ ਪਾਤ ਦੀ ਗੱਲ ਨਹੀਂ ਹੁੰਦੀ। ਸਿਰਫ ਇੱਕ ਗੱਲ ਹੁੰਦੀ ਹੈ ਕਿ ਦੇਸ਼ ਤਰੱਕੀ ਕਰੇ, ਦੇਸ਼ ਦੇ ਵਿੱਚ ਰਹਿਣ ਵਾਲਾ ਬੰਦਾ ਤਰੱਕੀ ਕਰੇ। ਐਨਆਰਆਈ ਭਰਾਵਾਂ ਦੇ ਅੱਗੇ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਕੋਈ ਗੱਲ ਕਰਨ ਤੋਂ ਪਹਿਲਾਂ ਬਾਰੀਕੀ ਨਾਲ ਭੋਗ ਕਰ ਲੈਣ, ਦੇਖ ਲੈਣ। ਹਾਂ, ਮਾੜੇ ਨੂੰ ਜ਼ਰੂਰ ਮਾੜਾ ਕਹੋ, ਅਗਰ ਮਾੜਾ ਕੋਈ ਨਹੀਂ ਹੈ ਤਾਂ ਉਹਨੂੰ ਮਾੜਾ ਪਲੀਜ਼ ਨਾ ਕਹੋ। ਅਗਰ ਦੇਸ਼ ਦਾ ਭਲਾ ਹੋਣਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਹੱਥ 'ਚ ਹੋਣਾ ਹੈ, ਅਗਰ ਸੂਬੇ ਦਾ ਭਲਾ ਹੋਣਾ ਹੈ ਤਾਂ ਭਾਰਤੀ ਜਨਤਾ ਪਾਰਟੀ ਦਾ, ਜੇ ਅਗਰ ਪੰਜਾਬ ਨੇ ਵੀ ਤਰੱਕੀ ਕਰਨੀ ਹੈ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ 'ਚ ਲੈ ਕੇ ਆਓ ਤੇ ਪੰਜਾਬ ਤਰੱਕੀ ਕਰੇਗਾ। ਤੁਸੀਂ ਦੇਖ ਲਓ, ਉੱਤਰ ਪ੍ਰਦੇਸ਼ ਨੇ ਤਰੱਕੀ ਕੀਤੀ, ਰਾਜਸਥਾਨ ਨੇ ਕੀਤੀ, ਮੱਧ ਪ੍ਰਦੇਸ਼ ਨੇ ਕੀਤੀ, ਉਹ ਸਟੇਟਾਂ ਤੁਸੀਂ ਦੇਖ ਲਓ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਕਿ ਭਾਰਤੀ ਜਨਤਾ ਪਾਰਟੀ ਦੀ ਕਰਨੀ ਔਰ ਕਥਨੀ ਤੇ ਕੋਈ ਅੰਤਰ ਨਹੀਂ। ਧੰਨਵਾਦ। ਹਾਂ, ਥੈਂਕ ਯੂ ਜਾਨੀ ਸਾਹਿਬ, ਤੁਸੀਂ ਆਪਣਾ ਟਾਈਮ ਕੱਢਿਆ ਜੀ, ਕੀਮਤੀ ਸਮਾਂ ਕੱਢ ਕੇ KTV ਦੇ ਰੂਬਰੂ ਹੋਏ ਹੋ, ਤਾਂ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਹੈ ਜੀ। ਤੇ ਅੱਜ ਦੇ ਲਈ ਆਪਾਂ ਹੁਣ ਜਾਨੀ ਸਾਹਿਬ ਤੋਂ ਮੈਨੂੰ ਲੱਗਦਾ ਆਪਾਂ ਇਜਾਜ਼ਤ ਲੈ ਲੈਂਦੇ ਹਾਂ ਜੀ, ਕਿਉਂਕਿ ਸਮਾਂ ਜਿਹੜਾ ਸੀ ਉਹ ਬੜੀ ਤੇਜ਼ੀ ਨਾਲ ਜਾ ਰਿਹਾ। ਤੇ ਬਿਲਕੁਲ ਜੀ ਜਾਨੀ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ KTV ਦੇ ਨਾਲ ਰੂਬਰੂ ਹੋਏ, KTV ਦੇ ਨਾਲ ਜੁੜੇ ਤਾਂ ਆਪਣੇ ਵਿਚਾਰ ਰੱਖੇ। ਤਾਂ ਲਾਟੀ ਸਾਹਿਬ, ਇਹਦੇ ਵਿੱਚ ਜੇ ਹੁਣ ਜਾਨੀ ਸਾਹਿਬ ਨੇ ਗੱਲਬਾਤ ਕੀਤੀ ਹੈ ਜਿਹੜੀ ਕਿ, ਕਿਉਂਕਿ ਖੁਦ ਜਿੱਦਾਂ ਸ਼ੁਰੂ ਦੇ ਵਿੱਚ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਥੱਲਿਓਂ ਜੁੜੇ ਗਏ, ਖੇਤੀ ਦੇ ਨਾਲ ਜੁੜੇ ਹੋਏ ਮਿਨਿਸਟਰ ਸੀਗੇ, ਕਿਸਾਨੀ ਦੇ ਨਾਲ ਜੁੜੇ ਹੋਏ ਸੀ, ਤੇ ਵਿਚੋਲਾ ਵਿੱਚ ਬਣਦੀ ਜਿਹੜੀ ਸੀ ਰੀਤ ਉਹ ਵੀ ਨਿਭਾਈ, ਪਰ ਗੱਲ ਕਿਸੇ ਪਾਸੇ ਲੱਗ ਨਹੀਂ ਸਕੀ। ਤੇ ਇਹ ਤਾਂ ਨਹੀਂ ਲੱਗਦਾ ਕਿ ਹੁਣ ਜਿਹੜੇ ਜਦੋਂ 22 ਦੀ ਇਲੈਕਸ਼ਨ ਆਵੇਗੀ ਤੇ ਉਹਦੇ ਵਿੱਚ ਫਿਰ ਆਪਣੀ ਗੱਲ ਲੋਕਾਂ ਦੇ ਵਿੱਚ ਰੱਖ ਸਕਣਗੇ ਕਿ ਨਹੀਂ ਜੀ ਸਾਡਾ ਤਾਂ ਕਸੂਰ ਨਹੀਂ ਸੀ, ਅਸੀਂ ਤਾਂ ਕੋਸ਼ਿਸ਼ ਕੀਤੀ ਸੀ, ਲੋਕ ਸੁਣ ਸਕਣਗੇ? ਕੀ ਲੱਗਦਾ ਜੀ? ਦੇਖੋ, ਲੋਕ ਬੜੇ ਸਮਝਦਾਰ ਸਿਆਣੇ ਨੇ। ਹਾਂਜੀ, ਮੈਂ ਇਹ ਗੱਲ ਕਹਿੰਦਾ, ਲੋਕ ਬਹੁਤ ਸਮਝਦਾਰ ਸਿਆਣੇ ਨੇ। 2022 ਦੇ ਵਿੱਚ ਲੋਕ ਹੁਣ ਵੀ ਗੱਲ ਸਮਝ ਰਹੇ ਨੇ ਵੀ ਵੈਸੇ ਪਾਰਟੀਆਂ ਰਾਜਨੀਤੀ ਕਰ ਰਹੀਆਂ ਜਾਂ ਕਾਨੂੰਨ ਵਾਕਈ ਮਾੜਾ ਹੈ। ਜੇ ਮਾੜਾ ਆ ਤਾਂ ਮੈਂ ਤਾਂ ਇਹ ਗੱਲ ਜਾਨੀ ਸਾਹਿਬ ਨੂੰ ਪੁੱਛੀ ਸੀ ਵੀ ਭਾਈ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਜਾਵੇ ਕਿਸਾਨਾਂ ਨੂੰ, ਜਾਂ ਪੰਜਾਬ ਦੇ ਕਿਸਾਨ ਜਿਹੜੇ ਕਿ ਇਸ ਵਕਤ ਇਹ ਸੋਚ ਰਹੇ ਨੇ ਕਿ ਗੁੰਮਰਾਹ ਹੋ ਰਹੇ ਨੇ, ਜੇ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ। ਵੈਸੇ ਇਹ ਗੱਲ ਹੈ ਕਿ ਬਹੁਤ ਸਰਕਾਰਾਂ ਮੈਂ ਵੇਖੀਆਂ ਆਈਆਂ, ਉਹਨਾਂ ਨੇ ਵੋਟਾਂ ਦੇ ਮੌਕੇ ਵਾਅਦੇ ਜ਼ਰੂਰ ਪੂਰੇ ਕਰਨੇ, ਠੀਕ ਹੈ ਜੀ, ਪਰ ਵੋਟਾਂ ਜਦੋਂ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਫਿਰ ਕਿਸਾਨਾਂ ਦੀ ਜਾਂ ਫਿਰ ਪੰਜਾਬ ਦੇ ਲੋਕਾਂ ਦੀ ਸਾਰ ਨਹੀਂ ਲਏਗੀ। ਪਰ ਪੰਜਾਬ ਦੇ ਲੋਕ ਥੋੜ੍ਹੇ ਜਿਹੇ ਅਵੇਅਰ ਹੋਣ, ਠੀਕ ਆ। ਮੈਂ ਪਹਿਲਾਂ ਕਹਿੰਦਾ ਪਿੰਡ ਦੇ ਜਿਹੜੇ ਨਿੱਜੀ ਜਥੇਦਾਰ ਨੇ, ਉਹ ਜਥੇਦਾਰਾਂ ਨੇ ਜ਼ਰੂਰ ਕਹਿਣਾ ਤੁਸੀਂ ਆਪਾਂ ਵੀ ਸਾਡਾ ਫੁੱਫੜ ਇੱਥੇ ਪਾਉਂਦਾ, ਭੂਆ ਇੱਥੇ ਪਾ ਦੇਣੀ, ਪਰ ਫੁੱਫੜ ਭੂਆ ਤੋਂ ਉੱਪਰ ਉੱਠ ਕੇ ਕੋਈ ਸੋਚੋ ਜਿਹੜੇ ਪਾਰਟੀ ਤੁਹਾਡੇ ਮਸਲੇ ਹੱਲ ਕਰਵਾਉਂਦੀ ਹੈ। ਸਾਡਾ ਨਿੱਜੀ KTV ਦਾ ਕਿਸੇ ਨਿੱਜੀ ਪਾਰਟੀ ਨਾਲ ਕੋਈ ਲਿੰਕ ਨਹੀਂ, ਕੋਈ ਤਾਲੁਕ ਨਹੀਂ, ਜਾਂ ਮੇਰਾ ਜਾਂ ਜੌਹਰ ਸਾਹਿਬ ਦਾ ਕੋਈ ਨਿੱਜੀ ਤਾਲੁਕ ਨਹੀਂ, ਪਰ ਉਸ ਚੀਜ਼ ਤੋਂ ਉੱਪਰ ਉੱਠ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ, ਕਿਉਂਕਿ ਤੁਹਾਡੀ ਇੱਕੋ ਵੋਟ ਹੀ ਸਰਕਾਰ ਬਦਲ ਸਕਦੀ। ਬਿਲਕੁਲ ਲਾਡੀ ਸਾਹਿਬ, ਇਹ ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਹੈ, ਤੁਸੀਂ ਕਹਿੰਦੇ ਕਿ ਲੋਕ ਬੜੇ ਸਮਝਦਾਰ ਹੈ ਨਾ, ਪਰ ਸਿਆਸੀ ਲੀਡਰ ਸ਼ਾਇਦ ਇਹ ਸਮਝ ਨਹੀਂ ਰਿਹਾ। ਉਹਨਾਂ ਨੂੰ ਲੱਗ ਰਿਹਾ ਪਤਾ ਨਹੀਂ ਲੋਕੀ ਬੇਵਕੂਫ ਹੈ ਜਾਂ ਲੋਕੀ ਪਾਗਲ ਹੈ, ਸਾਨੂੰ ਉੱਦੇ ਵੋਟਾਂ ਪਾ ਦੇਣਗੀਆਂ। ਹੁਣ ਇੱਕ ਤਾਜ਼ੀ ਮਿਸਾਲ ਸੀ ਕਿ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾ, ਹੁਣ ਆਪਾਂ ਦੇਖਿਆ ਸੀ ਬਾਹਰ ਕਿਸਾਨ ਸੰਸਦ ਵੀ ਲੱਗੀ ਹੋਈ ਆ, ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਤੋਂ 2 ਹੀ MP ਆ, ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਵਾਈਫ ਬੀਬਾ ਹਰਸਿਮਰਤ ਕੌਰ ਬਾਦਲ। ਉੱਥੇ ਉਹ ਦੇਖਿਆ ਗਿਆ ਜਦੋਂ ਉਹ ਕਣਕ ਦੀਆਂ ਛਿੱਟੇ ਲੈ ਕੇ ਬਾਹਰ ਖੜੇ ਆ ਪਾਰਲੀਮੈਂਟ ਦੇ ਬਾਹਰ, ਕਿਸਾਨਾਂ ਨੂੰ ਸ਼ਾਇਦ ਸਿਮਰਤੀ ਰਾਣੀ ਆ ਉਹਨਾਂ ਨੂੰ ਸੰਬੋਧਨ ਕਰ ਰਿਹਾ, ਕਿ ਮਿਨਿਸਟਰ ਲੰਘ ਰਿਹਾ, ਉਹਨਾਂ MP ਆ हेमा मालिनी जी लंघ रहे हैं ना, उन्होंने संबोधन कर रहे भी हेमा जी हमारा साथ दीजिए, किसानों का साथ दीजिए। पर ਉਹਦੇ ਵਿੱਚ ਇਹ ਵੀ ਦੇਖਣ ਵਾਲੀ ਚੀਜ਼ ਆ ਕਿ ਤੁਸੀਂ ਇਹ ਹੀ ਨਾ ਦੇਖੋ ਕਿ ਬੀਬਾ ਹਰਸਿਮਰਤ ਹੋਣੀ ਵਿਰੋਧ ਕਰਨ ਬਾਹਰ ਸੀਜ਼ਨ ਝੋਨੇ ਦਾ ਚੱਲ ਰਿਹਾ,
ਹੱਥ 'ਚ ਕਣਕ ਦੇ ਛਿੱਟੇ ਕਿੱਥੋਂ ਲੈ ਆਏ? ਕਿੱਥੋਂ ਲੈ ਆਇਆ ਨਾ? ਤੇ ਉਹ ਸੁੱਕੀ ਕਣਕ ਹੈ, ਵੀ ਜਿੱਦਾਂ ਹੁਣ ਮੈਂ ਤਾਜੀ ਮੈਂ ਕਣਕ ਲੈ ਕੇ ਆਈ ਹਾਂ। ਸੋ ਲੋਕਾਂ ਨੂੰ ਵੀ ਲੱਗਦਾ ਕਿਤੇ ਨਾ ਕਿਤੇ ਕਿ ਜ਼ਿਆਦਾ ਪਖੰਡ ਜ਼ਿਆਦਾ ਹੋ ਰਿਹਾ ਤੇ ਗੱਲਬਾਤ ਘੱਟ ਹੋ ਰਹੀ ਜੀ। ਦੇਖੋ, ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਜੇ ਲੋਕਾਂ ਨੂੰ ਲੱਗ ਰਿਹਾ ਲੋਕਾਂ ਨੂੰ ਇਹ ਲੱਗ ਰਿਹਾ ਪਖੰਡ ਹੋ ਰਿਹਾ, ਪਾਰਟੀਆਂ ਕਰ ਰਹੀਆਂ ਨੇ, ਪਰ ਹਾਂਜੀ ਸਰਕਾਰ ਤਾਂ ਲੋਕਾਂ ਨੇ ਚੁਣਨੀ ਹੈ। ਲੋਕ ਨਾ ਚੁਣਨ ਉਸ ਸਰਕਾਰ ਨੂੰ ਜਿਹੜੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਪੰਜਾਬ ਦੇ ਲੋਕਾਂ ਦੇ ਵਾਅਦੇ ਪੂਰੇ ਨਹੀਂ ਕਰ ਰਹੇ। ਚੁਣਦੇ ਤਾਂ ਲੋਕ ਨੇ, ਪੰਜਾਬ ਦੇ ਲੋਕ ਚੁਣਦੇ ਨੇ, ਕੋਈ ਤਾਮਿਲਨਾਡੂ ਦੇ ਲੋਕ ਥੋੜਾ ਚੁਣਦੇ ਨੇ। ਪਰ ਲੋਕਾਂ ਕੋਲ ਚੋਇਸ ਵੀ ਨਹੀਂ ਬਚਦੀ ਨਾ। ਹੁਣ ਜਿਵੇਂ ਕਿ ਹੁਣ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ, ਦਮਦਮਾ ਸਾਹਿਬ ਬਠਿੰਡੇ ਦੇ ਵਿੱਚ ਤਖਤ ਸਾਹਿਬ ਵੱਲੋਂ ਮੂੰਹ ਕਰਕੇ ਸਹੁੰ ਖਾ ਲਈ, ਮੈਂ ਗੁਟਕਾ ਸਾਹਿਬ ਦੀ ਸਹੁੰ ਖਾਂਦਾ 4 ਵੀਕਾਂ ਦੇ ਨਸ਼ੇ ਦਾ ਲੱਕ ਤੋੜ ਦੂੰ ਜੀ। ਹਨਾ, ਭਾਵੇਂ ਉਹ ਨਹੀਂ ਕਿਹਾ ਸੀ ਮੈਂ ਕਿਹਾ ਸੀ ਲੱਕ ਤੋੜ ਦੂੰ, ਮੈਂ ਲੱਕ ਤੋੜਦਾ, ਭਾਵੇਂ ਉਹ ਕਿਹਾ ਜਾ ਰਿਹਾ ਕਿ ਉਹ ਨਹੀਂ ਕਿਹਾ ਸੀ ਕਿ ਮੈਂ ਨਸ਼ਾ ਖਤਮ ਹੀ ਕਰ ਦੂੰ 4 ਹਫ਼ਤਿਆਂ ਦੇ ਵਿੱਚ। ਚਲੋ ਉਹ ਵੱਖਰੀ, ਪਰ ਉਹ 4 ਹਫ਼ਤੇ ਜਿਹੜੇ ਸੀਗੇ ਉਹਨੇ ਕਿਸੇ ਸਾਲ ਦਾ ਨਾਂ ਨਹੀਂ ਲਿਆ ਵੀ ਕਿਹੜੇ ਸਾਲ ਦੇ ਵਿੱਚ ਉਹ 4 ਹਫ਼ਤੇ ਆਉਣਗੇ। ਤੁਹਾਨੂੰ ਨਹੀਂ ਲੱਗਦਾ ਵੀ ਉਹ 4 ਹਫ਼ਤੇ 2022 ਦੇ ਵਿੱਚ ਫਿਰ ਉਹੀ ਵਾਅਦਾ ਕੀਤਾ ਜਾਊਗਾ ਜੀ? ਦੇਖੋ, ਵਾਅਦੇ ਹੁਣ ਹੋਰ ਵਾਅਦਾ ਵੀ ਕੋਈ ਜੁਮਲਾ ਹੋ ਸਕਦਾ ਹੈ। ਹਾਂਜੀ। ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਪਾਰਟੀ, ਬਾਕੀ ਪਾਰਟੀਆਂ ਨੇ ਵੀ ਕਰਨੀ ਹੈ। ਇੱਕ ਮੈਂ ਪਹਿਲਾਂ ਵੀ ਹਰ ਪ੍ਰੋਗਰਾਮ ਵਿੱਚ ਕਹਿੰਦਾ ਹੁੰਦਾ ਕਿ ਚੋਣ ਮੈਨੀਫੈਸਟੋ ਇੱਕ ਲੀਗਲ ਡਾਕੂਮੈਂਟਰੀ ਬਣਨਾ ਚਾਹੀਦਾ। ਲੀਗਲ ਡਾਕੂਮੈਂਟਰੀ ਜੋ ਤੁਸੀਂ ਵਾਅਦਾ ਕੀਤਾ ਹੈ ਤਾਂ ਉਹ ਵਾਅਦੇ ਤੇ ਪੂਰਾ ਉਤਰੋ। ਅਗਰ ਉਹ ਪਾਰਟੀ ਵਾਅਦੇ ਤੇ ਨਹੀਂ ਪੂਰਾ ਉਤਰਦੀ ਤਾਂ ਪਾਰਟੀ ਦੀ ਮੈਂਬਰਸ਼ਿਪ ਜਾਂ ਉਹ ਚੀਜ਼ ਸਾਰੇ ਕੋਲ ਰੱਦ ਹੋਣੀ ਚਾਹੀਦੀ ਹੈ। ਪਰ ਹੁਣ ਇਹ ਪੰਜਾਬ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ। ਮੈਂ ਤਾਂ ਕਹਿੰਦਾ ਬਣਨਾ ਚਾਹੀਦਾ, ਪਰ ਬਣ ਕਿਉਂ ਨਹੀਂ ਰਿਹਾ? ਪਰ ਲੋਕ ਜੇ ਇੱਥੇ ਤੱਕ ਅਵੇਅਰ ਹੋਏ ਨੇ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਕਾਨੂੰਨ ਬਿਲਕੁਲ ਬਣਨਾ ਚਾਹੀਦਾ ਆ ਵੀ ਹਾਂ ਠੀਕ ਹੈ। ਕਿਉਂਕਿ ਆਮ ਜਿਹੜੇ ਨੇ ਲੀਡਰ, ਆਮ ਚੇਅਰਮੈਨ ਤੋਂ ਉਸ ਤੋਂ ਬਾਅਦ ਟਿਕਟਾਂ ਮਿਲਦੀਆਂ ਜਾਂ ਲੀਡਰ ਬਣਦੇ ਨੇ, ਪਰ ਲੀਡਰ ਇਹ ਗੱਲਾਂ ਵੋਟਾਂ ਲੈ ਕੇ ਐਮਐਲਏ ਬਣ ਕੇ, ਵਿਧਾਇਕ ਬਣ ਕੇ, ਨੇਤਾ ਬਣ ਕੇ ਉਸ ਤੋਂ ਬਾਅਦ ਇਹ ਭੁੱਲ ਜਾਂਦੇ ਨੇ ਅਸੀਂ ਲੋਕਾਂ ਨੂੰ ਕੋਈ ਵਾਅਦਾ ਵੀ ਕੀਤਾ ਹੈ। ਹਾਂਜੀ ਹਾਂਜੀ ਬਿਲਕੁਲ ਲਾਡੀ ਸਾਹਿਬ, ਹੁਣ ਆਪਣਾ ਟਾਈਮ ਵੀ ਹੋ ਗਿਆ ਜੀ ਜਾਣ ਦਾ, ਇਜਾਜ਼ਤ ਲੈਣ ਦਾ। ਇਜਾਜ਼ਤ ਦਰਸ਼ਕਾਂ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸ ਸਕਦੇ ਕਿ ਜੇ ਉੱਥੇ ਉਹਨਾਂ ਮੁਲਕਾਂ ਦੇ ਵਿੱਚ ਕੁਝ ਵੀ ਪੋਸੀਬਲ ਹੋ ਸਕਦਾ ਜਿੱਥੇ ਉਹ, ਤੇ ਹੁਣ ਆਪਾਂ ਤੁਸੀਂ ਖਬਰਾਂ ਦੇ ਵਿੱਚ ਵੀ ਦੇਖਿਆ ਹੋਣਾ, KTV ਨੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਹੋਈ ਹੈ। ਸਿਆਸੀ ਲੀਡਰਾਂ ਦੇ ਤਾਂ ਇੱਕ ਪਿੰਡ ਹੀ ਜੀ ਪੰਜਾਬ ਦੇ ਵਿੱਚੋਂ ਗਾਇਬ ਹੋ ਗਿਆ। ਅੱਗੇ ਤਾਂ ਗਰਾਂਟਾਂ ਗਾਇਬ ਹੁੰਦੀਆਂ ਸੀ, ਕੁਛ ਨਾ ਕੁਛ ਹਸਪਤਾਲ ਦੇ ਨਾਂ ਤੇ ਜਾਂ ਬ੍ਰਿਜ ਗਾਇਬ ਹੁੰਦੇ ਸੀ। ਪੂਰੇ ਦਾ ਪੂਰਾ ਪਿੰਡ ਹੀ ਗਾਇਬ ਹੋ ਚੁੱਕਿਆ ਤੇ ਇੱਕ ਦੁਆਬਾ ਹਲਕੇ ਦੇ ਵਿੱਚ ਪੈ ਰਿਹਾ। ਤੇ ਪਿੰਡ ਦਾ ਨਾਂ ਦੱਸਿਆ, ਪਿੰਡ ਨੂੰ ਗਰਾਂਟਾਂ ਮਿਲ ਰਹੀਆਂ। ਜਿਹੜਾ 13ਵਾਂ 14ਵਾਂ ਕਮਿਸ਼ਨ ਆ ਉਹ ਗਰਾਂਟਾਂ ਦੇ ਰਿਹਾ, ਰਿਲੀਜ਼ ਹੋ ਰਹੀਆਂ, ਪਿੰਡ ਦੇ ਸਰਪੰਚ ਨੂੰ ਗਰਾਂਟ ਜਾ ਰਹੀ ਆ। ਤੇ ਇੱਥੋਂ ਤੱਕ ਕਿ ਮਨਰੇਗਾ ਵਾਲੀ ਸਕੀਮ ਦੇ ਵਿੱਚ ਵੀ ਪਿੰਡ ਦੇ ਲੋਕਾਂ ਨੂੰ ਪੈਸੇ ਜਿਹੜੇ ਸੀ ਉਹ ਇਸ਼ੂ ਕੀਤੇ ਗਏ ਆ ਕਿ ਤੁਸੀਂ ਇਹ ਮਨਰੇਗਾ 'ਚ ਕੰਮ ਕੀਤਾ, ਪਰ ਪਿੰਡ ਪੰਜਾਬ ਦੇ ਵਿੱਚ ਉਹ ਲੱਭ ਨਹੀਂ ਰਿਹਾ। ਤੇ ਇਸ ਹਾਲਾਤ ਆਪਾਂ ਸਾਰੇ ਦੇਖ ਸਕਦੇ ਵੀ ਸਿਆਸਤ ਦੇ ਕਿੱਥੇ ਤੱਕ ਜਾ ਚੁੱਕੇ ਆ ਨਾ। ਤੇ ਇਹ ਹੁਣ ਲੋਕਾਂ ਨੇ ਦੇਖਣਾ, ਲੋਕਾਂ ਨੇ ਸੋਚਣਾ ਵੀ ਕੌਣ ਸਾਡੀਆਂ ਤਸੱਲੀਆਂ ਕਿੱਦਾਂ ਕਰਵਾ ਗਿਆ। ਬਿਨਾਂ ਸਿਰਫ ਪੇਪਰਾਂ ਦੇ ਵਿੱਚ ਇਹ ਪਿੰਡ ਆ ਗਿਆ ਹਨਾ, ਤੇ ਉਹੀ ਹਲਾ ਹੋ ਗਏ। ਤੇ ਪਰ ਉਹ ਦੂਜੇ ਪਾਸੇ ਸੁਮੇਧ ਸੈਣੀ ਹੋਣੀ ਵੀ ਇੱਕ ਵਾਰ ਫੇਰ ਘਿਰਦੇ ਜਾ ਰਹੇ ਆ। ਗੱਲਾਂ ਬਾਤਾਂ ਤਾਂ ਬਹੁਤ ਹੈ ਜੀ, ਪਰ ਸਮਾਂ ਜਿਹੜਾ ਉਹ ਸਾਡੇ ਨੂੰ ਇਜਾਜ਼ਤ ਨਹੀਂ ਦਿੰਦਾ। ਤੇ ਅੱਜ ਦੇ ਲਈ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਸਰਜੀਤ ਕੁਮਾਰ ਜੈਣੀ ਜਿਹਨਾਂ ਨੂੰ ਆਪਾਂ ਲਿਆ ਸੀ ਕੋਲ ਤੇ ਜੀ, ਉਹਨਾਂ ਦੇ ਵਿਚਾਰ ਜਿਹੜਾ ਉਹਨਾਂ ਦੇ ਆਪਣੇ ਵਿਚਾਰ ਸੀ। KTV ਦਾ, ਮੇਰਾ, ਲਾਡੀ ਜੀ ਦਾ ਕੋਈ ਲੈਣ ਦੇਣ ਕਿਸੇ ਪਾਰਟੀ ਦੇ ਨਾਲ ਹੈ ਨਹੀਂ। ਜਿੱਦਾਂ ਲਾਡੀ ਜੀ ਨੇ ਪਹਿਲਾਂ ਹੀ ਕਲੀਅਰ ਗੱਲ ਕੀਤੀ ਸੀ ਕਿ ਅਸੀਂ ਤਾਂ ਸਿਰਫ ਹਰ ਇੱਕ ਨੂੰ ਮੌਕਾ ਦੇਣਾ ਜੀ, ਹਰੇਕ ਪਾਰਟੀ ਨੂੰ ਮੌਕਾ ਦੇਣਾ। ਸੋ ਸਾਡੇ ਵੱਲੋਂ ਗੱਲਬਾਤ ਕਰਦਿਆਂ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤੇ ਕਿ ਜਾਂ ਫਿਰ ਤੁਹਾਨੂੰ ਕੋਈ ਸ਼ਬਦ ਮਾੜਾ ਲੱਗਾ ਹੋਵੇ ਤਾਂ ਉਹਦੇ ਲਈ ਅਸੀਂ ਤੁਹਾਡੇ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਜੀ। ਅੱਜ ਦੇ ਪ੍ਰੋਗਰਾਮ ਲਈ ਦੇ ਵਿੱਚ ਇੰਨਾ ਹੀ, ਤੇ ਫਿਰ ਕਿਸੇ ਨਾ ਕਿਸੇ ਦਿਨ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਭੁੱਲਾਂ ਚੁੱਕਾਂ ਲਿਖੇਵਾਂ, ਆਪਾਂ ਆਪਣਾ ਰੱਖਿਓ ਖਿਆਲ। ਸਾਡੇ ਵੱਲੋਂ ਦੋਹਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।